ਢੇਨ ਦੁੱਧੈ ਤੇ ਬਾਹਰੀ ਕਿਤੇ ਨਾ ਆਵੇ ਕਾਮ, ਜਲ ਬਿਨ ਸ਼ਾਖ ਮਿਲਾਵਤੀ ਉਪਜੈ ਨਾਹੀ ਦਾਮ, ਹਰ ਨਾਹ ਨ ਮਿਲੀਏ ਸਾਜਨੇ ਕਤ ਪਾਈਏ ਵਿਸਰਾਮ, ਜੇਤ ਘਰ ਹਰ ਕੰਤ ਨਾ ਪ੍ਰਗਟਈ ਭਾਠ ਨਗਰ ਸੇ ਗ੍ਰਾਮ, ਸਰਬ ਸਿੰਗਾਰ ਤੰਬੂਲ ਰਸ ਹਣ ਦੇਹੀ ਸਭ ਖਾਮ, ਪ੍ਰਭ ਸੁਆਮੀ ਕੰਤ ਵਿਹੂਣੀਆਂ ਮੀਤ ਸੱਜਣ ਸਭ ਜਾਮ, ਨਾਨਕ ਕੀ ਬੇਨੰਤੀਆਂ ਕਰ ਕਿਰਪਾ ਦੀਜੈ ਨਾਮ, ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹਚਲ ਧਾਮ। ਇਹ 12 ਮਾਹ ਦੀ ਪਹਿਲੀ ਪੌੜੀ ਹੈ। ਹੁਣ ਇਹ ਜਿਹੜਾ ਨਾ ਕਿਰਤ ਕਰਮ, ਇਹਦਾ ਮੀਨਿੰਗ ਸਮਝਣ ਦੀ ਜ਼ਰੂਰਤ ਹੈ। ਕਿਰਤ ਕਰਮ, ਸੌਰੀ ਮੈਂ ਕਿਰਤ ਕਰਮ, ਕਿਰਤ ਕਰਮ ਦਾ ਮਤਲਬ ਹੈਗਾ ਕਿ ਸਾਡੇ ਕੀਤੀ ਹੋਈ ਜੋ ਕਿਰਤ ਹੈ ਨਾ, ਕਰਮ ਜਿਹੜੇ ਨੇ ਸਾਡੇ ਕੀਤੀ ਹੋਈ ਕਿਰਤ ਜੋ ਅਸੀਂ ਰੋਜ਼ਮर्रा ਦੀ ਜ਼ਿੰਦਗੀ ਵਿੱਚ ਕਰਦੇ ਹਾਂ। ਕਰਮ ਦਾ ਮਤਲਬ ਕੰਮ, ਤੇ ਕਿਰਤ ਕਰਮ ਦਾ ਮਤਲਬ ਇਹ ਹੋ ਗਿਆ ਕਿ ਸਾਡੇ ਕੀਤੇ ਹੋਏ ਕੰਮਾਂ ਰਾਹੀਂ ਬਣਿਆ ਹੋਇਆ ਸਾਡਾ ਸੁਭਾਅ। ਇਹ ਚੀਜ਼ ਨੋਟ ਕਰ ਲਓ, ਜੇ ਤੁਹਾਡੇ ਕੋਲ ਕਾਪੀ ਪੈਨ ਹੈ ਤਾਂ ਇਹਨੂੰ ਨੋਟ ਕਰ ਸਕਦੇ ਹੋ। ਕਿਰਤ ਕਰਮ ਦਾ ਮਤਲਬ ਸਾਡੀ ਰੋਜ਼ਮर्रा ਦੀ ਜ਼ਿੰਦਗੀ ਦੇ ਅੰਦਰ ਕੀਤੇ ਹੋਏ ਜੋ ਕੰਮ ਨੇ, ਉਹਨਾਂ ਕਰਕੇ ਬਣਿਆ ਹੋਇਆ ਸੁਭਾਅ ਸਾਡਾ। ਫਾਰ ਐਗਜ਼ਾਮਪਲ, ਕਿ ਮੈਂ ਬਚਪਨ ਦੇ ਵਿੱਚ ਛੋਟਾ ਜਿਹਾ ਝੂਠ ਬੋਲਿਆ, ਫਿਰ ਬੋਲਿਆ, ਹੌਲੇ ਹੌਲੇ ਮੇਰਾ ਸੁਭਾਅ ਬਣ ਗਿਆ। ਮੈਂ ਕਿਸ ਨਾਲ ਛੋਟੀ ਜੀ ਗੱਲ ਤੋਂ ਲੜ ਪਿਆ, ਫਿਰ ਲੜ ਪਿਆ, ਮੇਰਾ ਲੜਾਕਾ ਸੁਭਾਅ ਹੋ ਗਿਆ। ਮੈਂ ਕਿਤੋਂ ਚੋਰੀ ਕੀਤੀ, ਥੋੜੀ ਕੀਤੀ, ਹੌਲੀ ਹੌਲੀ ਮੇਰਾ ਸੁਭਾਅ ਹੀ ਬਣ ਗਿਆ। ਕਿਰਤ ਕਰਮ ਦਾ ਮਤਲਬ ਸਾਡੀ ਰੋਜ਼ਮर्रा ਦੀ ਜ਼ਿੰਦਗੀ ਦੇ ਕੀਤੇ ਹੋਏ ਕੰਮਾਂ ਰਾਹੀਂ ਬਣਿਆ ਹੋਇਆ ਸਾਡਾ ਸੁਭਾਅ। ਹੁਣ ਇਹ ਸੁਭਾਅ ਕਰਕੇ ਵਿਛੜੇ ਦਾ ਮਤਲਬ ਅਸੀਂ ਵਿਛੜੇ ਹਾਂ। ਇਹ ਚੀਜ਼ ਥੋੜਾ ਸਮਝਣਾ ਹੈ, ਕਿਉਂਕਿ ਦੋ ਚੀਜ਼ਾਂ ਨੇ। ਇੱਕ ਕਰਮ ਐਸੇ ਨੇ ਜੋ ਸਾਡਾ ਮਿਲਾਪ ਕਰਾਉਂਦੇ ਨੇ, ਤੇ ਇੱਕ ਕਰਮ ਐਸੇ ਨੇ ਜੋ ਸਾਡਾ ਵਿਛੋੜਾ ਕਰਦੇ ਨੇ। ਜਿਵੇਂ ਮੈਂ ਤੁਹਾਡੇ ਨਾਲ ਪਿਆਰ ਨਾਲ ਬੋਲਦਾ, ਪੋਜ਼ਿਟਿਵ ਬੋਲਦਾ, ਮੇਰੀ ਬੋਲ ਬਾਣੀ ਵਿਹਾਰ ਬੜਾ ਚੰਗਾ ਹੈ, ਤਾਂ ਮੇਰਾ ਇਹ ਵਿਹਾਰ ਤੁਹਾਡੇ ਨਾਲ ਮੇਰਾ ਮਿਲਾਪ ਬਣਾਏਗਾ। ਪਰ ਜੇ ਮੇਰੇ ਅੰਦਰ ਝੂਠ ਹੈ, ਫਰੇਬ ਹੈ, ਤਾਂ ਫਿਰ ਮੇਰਾ ਇਹ ਸੁਭਾਅ ਜਿਹੜਾ ਹੈ ਸਾਡੇ ਤੁਹਾਡੇ ਨਾਲੋਂ ਵਿਛੋੜਾ ਪੈਦਾ ਕਰੇਗਾ। ਇਹਨੂੰ ਹੋਰ ਡੀਪਲੀ ਸਮਝ ਲਓ। ਸਾਡੇ ਕਿੰਨੇ ਸਾਰੇ ਰਿਸ਼ਤੇਦਾਰ, ਭੈਣ ਭਰਾ, ਸੱਜਣ ਮਿੱਤਰ ਨੇ ਜਿਨ੍ਹਾਂ ਦੇ ਨਾਲ ਸਾਡਾ ਕਈਆਂ ਨਾਲ ਵਿਛੋੜਾ ਹੈ, ਅਸੀਂ ਨਹੀਂ ਵਰਤਦੇ। ਤਾਂ ਉਹ ਕਿਉਂ ਨਹੀਂ ਵਰਤਦੇ? ਜਾਂ ਤਾਂ ਸਾਡੇ ਵਿੱਚ ਕੋਈ ਗਲਤੀ ਸੀ, ਮਾੜਾ ਸੁਭਾਅ ਸੀ, ਜਾਂ ਸਾਡੇ ਕਿਸੇ ਰਿਸ਼ਤੇਦਾਰ, ਸੱਜਣ ਮਿੱਤਰ ਦਾ ਮਾੜਾ ਸੁਭਾਅ ਸੀ ਜਿਹਦੇ ਕਰਕੇ ਵਿਛੋੜਾ ਹੋ ਗਿਆ। ਤੇ ਜਿਨ੍ਹਾਂ ਦੇ ਨਾਲ ਸਾਡਾ ਮਿਲਵਰਤਨ ਹੈ, ਉਹ ਸਾਡਾ ਸੁਭਾਅ ਚੰਗਾ ਹੈ, ਇਸ ਕਰਕੇ ਉਹਨਾਂ ਦੇ ਨਾਲ ਮਿਲਾਪ ਹੋ ਜਾਂਦਾ ਹੈ। ਤਾਂ ਹੁਣ ਇੱਥੇ ਕਿਰਤ ਕਰਮ ਦਾ ਮਤਲਬ ਸਾਡੀ ਰੋਜ਼ਮर्रा ਦੀ ਜ਼ਿੰਦਗੀ ਦੇ ਅੰਦਰ ਕੀਤੇ ਹੋਏ ਕਰਮਾਂ ਦੇ ਬਣੇ ਸੁਭਾਅ ਕਰਕੇ ਸਾਡਾ ਵਿਛੋੜਾ ਹੈ। ਕਰ ਕਿਰਪਾ ਮੇਲੋ ਰਾਮ, ਵੀ ਕਿਰਪਾ ਕਰਕੇ ਰੱਬ ਜੀ ਸਾਨੂੰ ਆਪਣੇ ਨਾਲ ਮਿਲਾਓ। ਹੁਣ ਉਹ ਰੱਬ ਕਿੱਥੇ ਹੈ? ਸਮਝਣ ਵਾਲੀ ਗੱਲ ਇਹ ਹੈ, ਰੱਬ ਨੂੰ ਅਸੀਂ ਸਮਝ ਬੈਠੇ ਹਾਂ ਕਿ ਸ਼ਾਇਦ ਉੱਤੇ ਰੱਬ ਬੈਠਾ ਹੋਇਆ। ਜਿਵੇਂ ਮੁਸਲਮਾਨ ਵੀਰ ਮੰਨਦੇ ਨੇ ਕਿ ਜੰਨਤ ਵਿੱਚ ਹੈ, ਹਿੰਦੂ ਵੀਰ ਮੰਨਦੇ ਨੇ ਕਿ ਉਹ ਕਿਤੇ ਬੈਕੁੰਠ ਧਾਮ ਵਿੱਚ ਜਾਂ ਸਵਰਗ ਵਿੱਚ ਹੈ। ਜਿਵੇਂ ਸਾਡੇ ਵੀ ਬਹੁਤ ਸਾਰੇ ਪ੍ਰਚਾਰਕ ਵੀਰ, ਕਈ ਸਾਰੇ, ਜਾਂ ਸਾਰੇ ਨਹੀਂ, ਬਹੁਤੇ ਵੀਰ ਬਾਬੇ ਕਹਿੰਦੇ ਨੇ ਵੀ ਸੱਚਖੰਡ ਦੇ ਵਿੱਚ ਰੱਬ ਵਸਦਾ ਹੈ। ਹੁਣ ਸੱਚਖੰਡ ਵਿੱਚ ਵੱਖਰਾ ਰੱਬ ਨਹੀਂ ਬੈਠਾ। ਜੇਕਰ ਉਹਨੂੰ ਸੱਚਖੰਡ ਵਾਲਾ ਮੰਨੋਗੇ ਨਾ, ਤਾਂ ਫਿਰ ਗੁਰਬਾਣੀ 'ਚ ਦੁਬਿਧਾ ਪੈਦਾ ਹੋ ਜਾਏਗੀ। ਕਿਉਂਕਿ ਜੇ ਰੱਬ ਮੰਨ ਲਓ ਸੱਚਖੰਡ ਵਿੱਚ ਬੈਠਾ ਹੈ, ਉੱਤੇ ਵਸਦਾ ਹੈ, ਤਾਂ ਇਹਦਾ ਮਤਲਬ ਉਹ ਧਰਤੀ ਤੇ ਨਹੀਂ, ਉਹਨੂੰ ਅਸੀਂ ਸਰਬ ਵਿਆਪਕ ਨਹੀਂ ਕਹਿ ਸਕਦੇ, ਕਿਉਂਕਿ ਉਹ ਤੇ ਸੱਚਖੰਡ ਵਿੱਚ ਬੈਠਾ ਹੈ। ਉਹ ਇੱਕ ਦੇਸ਼ੀ ਹੋ ਜਾਏਗਾ, ਸਰਬ ਦੇਸ਼ੀ ਨਹੀਂ ਹੈ। ਇਸ ਲਈ ਰਾਮ ਦਾ ਮਤਲਬ ਰਮਿਆ ਹੋਇਆ, ਸਰਬ ਦੇਸ਼ੀ, ਸਰਬ ਵਿਆਪਕ, ਜਰਰੇ ਜਰਰੇ ਦੇ ਅੰਦਰ, ਤੇ ਉਹ ਤੁਹਾਡੇ ਅੰਦਰ ਹੈ। ਤੇ ਅੰਦਰ ਕਿਵੇਂ? ਗੁਣਾਂ ਦੇ ਰੂਪ ਵਿੱਚ। ਸਤ, ਸੰਤੋਖ, ਦਇਆ, ਧਰਮ, ਇਹ ਰੱਬੀ ਗੁਣ ਨੇ। ਆਪਣੇ ਅੰਦਰਲੇ ਨੂੰ ਅਸੀਂ ਕਹਿਣਾ ਹੈ ਕਿ ਮੈਂ ਆਪਣੇ ਜ਼ਿੰਦਗੀ ਦੇ ਵਿੱਚ ਕੀਤੇ ਹੋਏ ਮਾੜੇ ਕਰਮਾਂ ਦੇ ਸੁਭਾਅ ਕਰਕੇ ਵਿਛੜਿਆ, ਵੀ ਹੇ ਰੱਬਾ ਮੈਨੂੰ ਆਪਣੇ ਨਾਲ ਮਿਲਾ ਲੈ, ਗੁਣਾਂ ਦੇ ਨਾਲ ਮਿਲਾ ਦੇ ਮੈਨੂੰ, ਗੁਣਾਂ ਦੇ ਨਾਲ ਅਸੀਂ ਮਿਲਣਾ ਹੈ। ਚਾਰ ਕੁੰਟ ਦੈ ਜਿਸ ਭ੍ਰਮੇ ਥਕ ਆਏ ਪ੍ਰਭ ਕੀ ਸਾਮ। ਹੁਣ ਦੇਖੋ, ਇਹਨਾਂ ਦੁੱਖਾਂ ਤੋਂ ਬਚਣ ਵਾਸਤੇ ਬੰਦਾ ਚਾਰਾਂ ਕੁੰਟਾਂ ਵਿੱਚ, 10 ਦਿਸ਼ਾਵਾਂ ਦੇ ਵਿੱਚ ਦਹਿ ਦਿਸ ਭ੍ਰਮੇ ਦਾ ਮਤਲਬ ਭਟਕ ਕੇ, ਥਕ ਆਏ ਪ੍ਰਭ ਕੀ ਸਾਮ, ਅਸੀਂ ਰੱਬ ਦੀ ਸ਼ਰਨ ਵਿੱਚ ਆਏ ਹਾਂ।
ਹੁਣ ਰੱਬ ਕਿਹੜਾ? ਜੋ ਰੱਬ ਦਾ ਸਾਡੇ ਅੰਦਰ ਹੈ, ਜੋ ਇਸ ਜਗਤ ਦੇ ਕਣ-ਕਣ ਵਿੱਚ ਸਮਾਇਆ ਹੋਇਆ, ਜਿਹੜਾ ਦਿਸਦਾ ਸਾਰਾ ਜਗਤ ਜਿਸ ਦਾ ਰੂਪ ਹੈ। ਅਸੀਂ ਉਹਦੇ ਹੁਕਮ ਦੀ ਸ਼ਰਨ ਵਿੱਚ ਆਏ ਹਾਂ, ਰਜਾ ਦੇ ਵਿੱਚ। ਅਸੀਂ ਸਰੈਂਡਰ ਕਰਨਾ ਹੈ ਰੱਬੀ ਗੁਣਾਂ ਅੱਗੇ, ਕਿਉਂਕਿ ਰੱਬ ਦੇ ਅੰਦਰ ਸਿਰਫ ਗੁਣ ਨੇ। ਰੱਬ ਗੁਣਾਂ ਦਾ ਇੱਕ ਮੁਜੱਸਮਾ ਹੈ। ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੇ ਕੋਈ। ਇਸ ਲਈ ਥੱਕ ਕੇ, ਹਾਰ ਹਟ ਕੇ ਮੈਂ ਰੱਬੀ ਗੁਣਾਂ ਦੀ ਸ਼ਰਨ ਵਿੱਚ ਆਇਆ ਹਾਂ। ਹੁਣ ਸਵਾਲ ਪੈਦਾ ਇਹ ਹੁੰਦਾ ਹੈ ਕਿ ਜੇ ਅਸੀਂ ਰੱਬੀ ਗੁਣਾਂ ਦੀ ਸ਼ਰਨ ਵਿੱਚ ਨਹੀਂ ਆਉਂਦੇ, ਜੇ ਅਸੀਂ ਆਪਣੇ ਸੁਭਾਅ ਨੂੰ ਨਹੀਂ ਬਦਲਦੇ, ਗੁਣਾਂ ਵਾਲਾ ਸੁਭਾਅ ਨਹੀਂ ਬਣਾਉਂਦੇ, ਫਿਰ ਕੀ ਹੋਏਗਾ? ਫਿਰ ਗੁਰੂ ਜੀ ਕਹਿੰਦੇ ਨੇ, ਧੇਨ ਦੁੱਧ ਹੈ ਤੇ ਬਾਹਰ ਹੀ ਕਿਤੇ ਨਾ ਆਵੇ ਕਾਮ। ਜਿਵੇਂ ਗਾਂ ਹੁੰਦੀ ਹੈ ਨਾ, ਦੁੱਧ ਨਹੀਂ ਦਿੰਦੀ, ਧੇਨ ਦਾ ਮਤਲਬ ਗਾਂ। ਦੁੱਧ ਹੈ ਤੇ ਬਾਹਰ ਹੀ, ਜਿਹੜੀ ਗਊ ਦੁੱਧ ਨਹੀਂ ਦਿੰਦੀ, ਫੰਡਰ ਗਊ ਹੈ, ਕਿਸੇ ਕੰਮ ਦੀ ਨਹੀਂ ਉਹ। ਦੇਖੋ ਇੰਡੀਆ ਵਿੱਚ ਲੋਕ ਗਊ ਨੂੰ ਮਾਤਾ ਕਰਕੇ ਪੂਜਦੇ ਨੇ, ਗਊ ਮੂਤਰ ਵੀ ਲੋਕੀ ਪੀ ਰਹੇ ਨੇ, ਗੋਇਆ ਵੀ ਖਾ ਰਹੇ ਨੇ। ਲੇਕਿਨ ਜਦੋਂ ਗਾਂ ਦੁੱਧ ਦੇਣਾ ਛੱਡ ਦਿੰਦੀ, ਉਹਨੂੰ ਘਰੋਂ ਕੱਢ ਦਿੰਦੇ ਨੇ, ਮਾਂ ਨੂੰ ਹੀ ਘਰੋਂ ਕੱਢ ਦਿੰਦੇ ਨੇ। ਕਿੰਨੀਆਂ ਮਾਵਾਂ ਸੜਕਾਂ ਦੇ ਉੱਤੇ ਅਵਾਰਾ ਫਿਰਦੀਆਂ, ਐਕਸੀਡੈਂਟ ਦਾ ਕਾਰਨ ਬਣਦੀਆਂ ਨੇ। ਜਿਹੜੀ ਫੰਡਰ ਗਊ ਹੈ, ਉਹਨੂੰ ਘਰੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਉਹ ਲੋਕਾਂ ਦੀਆਂ ਫਸਲਾਂ ਨੂੰ ਬਰਬਾਦ ਕਰਦੀ ਹੈ, ਐਕਸੀਡੈਂਟ ਦਾ ਕਾਰਨ ਬਣਦੀ ਹੈ, ਔਰ ਆਖਿਰ ਦੁਖੀ ਹੋ ਕੇ ਮਰ ਜਾਂਦੀ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਜਿਵੇਂ ਫੰਡਰ ਗਊ ਕਿਸੇ ਕੰਮ ਦੀ ਨਹੀਂ, ਜੇ ਬੰਦਿਆ ਤੂੰ ਸੱਚ ਦੇ ਨਾਲ ਨਹੀਂ ਜੁੜੇਗਾ, ਆਪਣੇ ਸੁਭਾਅ ਨੂੰ ਨਹੀਂ ਬਦਲੇਗਾ, ਸ਼ੁਭ ਗੁਣਾਂ ਦੇ ਨਾਲ ਨਹੀਂ ਮਿਲੇਗਾ, ਤਾਂ ਤੂੰ ਫੰਡਰ ਗਊ ਵਰਗਾ ਬਣ ਜਾਏਗਾ। ਤੈਨੂੰ ਰੱਬੀ ਘਰ ਚੋਂ ਬਾਹਰ ਕੱਢ ਦਿੱਤਾ ਜਾਏਗਾ। ਦਾ ਮਤਲਬ ਕਿ ਤੂੰ ਭਟਕਣਾ ਵਿੱਚ ਪੈ ਜਾਏਗਾ, ਤੇਰੇ ਮਨ ਨੂੰ ਕੋਈ ਟਿਕਾਵ ਨਹੀਂ ਹੋਏਗਾ, ਤੇਰਾ ਕੋਈ ਗੋਲ ਨਹੀਂ ਰਹੇਗਾ। ਤੂੰ ਇਸ ਸੰਸਾਰ ਅੰਦਰ ਐਕਸੀਡੈਂਟ ਦਾ ਕਾਰਨ ਬਣੇਗਾ, ਲੋਕਾਂ ਦਾ ਨੁਕਸਾਨ ਕਰੇਗਾ, ਔਰ ਆਤਮਕ ਮੌਤੇ ਮਰ ਜਾਏਗਾ, ਔਰ ਦੁਖੀ ਹੋਏਗਾ। ਅਗਲੀ ਗੱਲ ਕਰਦੇ ਨੇ, ਜਲ ਬਿਨ ਸ਼ਾਖ ਕੁਮਲਾਵਤੀ ਉਪਜੈ ਨਾਹੀ ਦਾਮ। ਸ਼ਾਖ ਦਾ ਮਤਲਬ ਫਸਲ, ਖੇਤੀ। ਜਿਹੜੀ ਫਸਲ ਨੂੰ ਪਾਣੀ ਨਾ ਮਿਲੇ, ਉਹ ਫਸਲ ਮੁਰਝਾ ਜਾਂਦੀ ਹੈ। ਉਪਜੈ ਨਾਹੀ ਦਾਮ ਦਾ ਮਤਲਬ ਉਹਦੇ ਪੈਸੇ ਨਹੀਂ ਵਰਤੇ ਜਾਂਦੇ, ਉਹ ਫਸਲ ਬੇਕਾਰ ਹੋ ਗਈ। ਜਿਹਨੂੰ ਪਾਣੀ ਨਹੀਂ ਮਿਲਿਆ ਤੇ ਫਸਲ ਸੁੱਕ ਗਈ। ਗੁਰੂ ਜੀ ਸਾਨੂੰ ਸਮਝਾ ਰਹੇ ਨੇ, ਜੇ ਸ਼ੁਭ ਗੁਣਾਂ ਦੇ ਨਾਲ ਟੁੱਟ ਜਾਓਗੇ ਨਾ, ਜੇ ਆਪਣੇ ਅੰਦਰਲੇ ਸ਼ੁਭ ਗੁਣਾਂ ਨਾਲ ਨਹੀਂ ਜੁੜੋਗੇ, ਤਾਂ ਤੁਹਾਡੀ ਹਾਲਾਤ ਐਸ ਫਸਲ ਵਰਗੀ ਹੋ ਜਾਏਗੀ, ਸੁੱਕੀ ਵਰਗੀ। ਤੁਹਾਡੇ ਅੰਦਰ ਬਸੰਤ ਬਹਾਰ ਨਹੀਂ ਰਹੇਗੀ, ਸਤ ਸੰਤੋਖ ਦਇਆ ਧਰਮ ਆਦਿਕ ਸ਼ੁਭ ਗੁਣ ਨਹੀਂ ਰਹਿਣਗੇ, ਖੁਸ਼ੀਆਂ ਖੇੜੇ ਔਰ ਪ੍ਰਸੰਨਤਾ ਨਹੀਂ ਰਹੇਗੀ, ਇੱਕ ਦੂਜੇ ਦੇ ਨਾਲ ਪਿਆਰ ਮੁਹੱਬਤ ਵਾਲਾ ਮਿਲਵਰਤਨ ਨਹੀਂ ਰਹੇਗਾ, ਇੱਕ ਦੂਜੇ ਨੂੰ ਵੇਖ ਕੇ ਸੜਦੇ ਰਹੋਗੇ। ਇਹ ਹਾਲਾਤ ਹੋ ਜਾਏਗੀ। ਹਰ ਨਾਹ ਨਾ ਮਿਲੀਏ ਸਾਜਨੇ ਕਤ ਪਾਈਏ ਵਿਸਰਾਮ। ਹਰ ਨਾਹ ਨਾ ਮਿਲੀਏ ਸਾਜਨੇ, ਯਾਨੀ ਜੇ ਉਸ ਪ੍ਰਭੂ ਦੇ ਨਾਲ ਨਾ ਮਿਲਿਆ ਜਾਏ। ਹੁਣ ਉਹ ਪ੍ਰਭੂ, ਇਹ ਸ਼ਬਦ ਨਾ ਵਰਤਣਾ ਪੈ ਰਿਹਾ ਹੈ, ਉਹ ਪ੍ਰਭੂ ਦਾ ਮਤਲਬ ਹੈਗਾ ਰੱਬੀ ਗੁਣ। ਕਿ ਜੇ ਤੁਸੀਂ ਰੱਬੀ ਗੁਣਾਂ ਦੇ ਨਾਲ ਨਹੀਂ ਮਿਲਦੇ ਜੋ ਤੁਹਾਡੇ ਅੰਦਰ ਨੇ, ਹੱਥ ਪਾਈਏ ਵਿਸਰਾਮ ਤੇ ਤੁਹਾਨੂੰ ਟਿਕਾਵ ਕਿੱਥੇ ਮਿਲੇਗਾ? ਜਿੰਨੇ ਮਰਜ਼ੀ ਤੁਸੀਂ ਕਰਮ ਕਰ ਲਓ, ਤੀਰਥਾਂ ਤੇ ਨਹਾ ਲਓ, ਵਰਤ ਨਰਾਤੇ ਸਰਾਧ ਕਰ ਲਓ, ਜਪ ਤਪ ਸੰਜਮ ਕਰ ਲਓ, ਵਿਖਾਵੇ ਦੀ ਪਾਠ ਪੂਜਾ ਕਰ ਲਓ, ਪਰ ਜੇ ਤੁਸੀਂ ਗੁਣਾਂ ਦੇ ਨਾਲ ਨਹੀਂ ਜੁੜੇ, ਸੱਚ ਨਾਲ ਨਹੀਂ, ਤਾਂ ਟਿਕਾਵ ਨਹੀਂ ਮਿਲੇਗਾ। ਜਿਤ ਘਰ ਹਰ ਕੰਤ ਨਾ ਪ੍ਰਗਟਈ ਭੱਠ ਨਗਰ ਸਿਗਰਾਮ। ਜਿਸ ਘਰ ਦੇ ਅੰਦਰ ਰੱਬ ਨਹੀਂ ਪ੍ਰਗਟ ਹੁੰਦਾ, ਰੱਬ ਦਾ ਮਤਲਬ ਰੱਬ ਦੇ ਗੁਣ, ਜਿਸ ਸੋਚ ਦੇ ਅੰਦਰ ਰੱਬੀ ਗੁਣ ਪ੍ਰਗਟ ਨਹੀਂ ਹੋਏ, ਭੱਠ ਨਗਰ ਸਿਗਰਾਮ, ਉਹ ਹਿਰਦਾ, ਉਹ ਸਰੀਰ, ਉਹ ਸੋਚ, ਉਹ ਸੰਸਾਰ, ਉਹ ਸਮਾਜ ਭੱਠ ਬਣ ਜਾਂਦਾ ਹੈ। ਕਿਉਂਕਿ ਜੇ ਸਾਡੇ ਅੰਦਰ ਗੁਣ ਨਹੀਂ ਨਾ, ਤਾਂ ਫਿਰ ਸਾਡਾ ਇਹ ਸੋਚ, ਸਾਡਾ ਇਹ ਜੀਵਨ ਭੱਠ ਬਣ ਜਾਏਗਾ। ਇੱਥੇ ਅੱਗਾਂ ਬਲਣਗੀਆਂ, ਕਿਹੜੀਆਂ? ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਭਵੇਂ ਦੱਝੇ ਨਾਨਕਾ ਤਰੀਏ ਕਰਮੀ ਲੱਗ। ਫਿਰ ਇਹ ਸਰੀਰ ਸਾਡਾ ਭੱਠ ਬਣ ਜਾਏਗਾ, ਯਾਨੀ ਸਾਡੇ ਅੰਦਰ ਵਿਕਾਰਾਂ ਦੀਆਂ ਆਗਾਂ ਬਲਦੀਆਂ ਰਹਿਣਗੀਆਂ, ਔਰ ਸਾਡੀ ਸੁੱਖ ਸ਼ਾਂਤੀ ਸੜ ਪੁੱਜ ਜਾਏਗੀ, ਇਨਸਾਨੀਅਤ ਖਤਮ ਹੋ ਜਾਏਗੀ। ਸਰਬ ਸ਼ਿੰਗਾਰ ਤੰਬੂਲ ਰਸ ਸਣ ਦੇਹੀ ਸਭ ਖਾਮ। ਸਰਬ ਦਾ ਮਤਲਬ ਸਾਰੇ, ਤੰਬੂਲ ਦਾ ਮਤਲਬ ਪਾਨ ਦੇ ਬੀੜੇ, ਸਣ ਦਾ ਮਤਲਬ ਸਣੇ, ਤੇ ਖਾਮ ਦਾ ਮਤਲਬ ਨਾਸ਼ਵੰਤ। ਗੁਰੂ ਜੀ ਕਹਿੰਦੇ ਨੇ ਵੀ ਜਿਹੜੇ ਸੱਚ ਨੂੰ ਛੱਡ ਕੇ ਸਰੀਰ ਦੇ ਸਾਰੇ ਸ਼ਿੰਗਾਰ, ਪਾਨਾਂ ਦੇ ਬੀੜੇ, ਹੋਰ ਰਾਸ, ਸਰੀਰ ਦੇ ਸਮੇਤ ਸਾਰੇ ਹੀ ਵਿਅਰਥ ਨੇ। ਇੱਕ ਔਰਤ ਦਾ ਪ੍ਰਮਾਣ ਲੈ ਕੇ ਦੇਖੋ ਕਿ ਕੋਈ ਔਰਤ ਪਾਨਾਂ ਦੇ ਬੀੜੇ ਲਾਂਦੀ ਹੋਵੇ,
ਸੁੰਦਰ ਲੱਗਣ ਵਾਸਤੇ ਉਹਨੇ ਬਹੁਤ ਸਾਰਾ ਹਾਰ ਸ਼ਿੰਗਾਰ ਲਗਾਇਆ ਹੋਵੇ, ਮੇਕਅਪ ਕੀਤਾ ਹੋਵੇ, ਪਰ ਜੇ ਉਹ ਆਚਰਨ ਤੋਂ ਹੀਣੀ ਹੋਵੇ ਜਾਂ ਉਹਦਾ ਸੁਭਾਅ ਮਿਲ ਵਰਤਨ ਵਾਲਾ ਨਾ ਹੋਵੇ, ਤਾਂ ਫਿਰ ਉਹ ਜਿਹੜੇ ਸ਼ਿੰਗਾਰ ਨੇ, ਪਾਨਾਂ ਦੇ ਬੀੜੇ ਨੇ, ਉਹ ਤੇ ਸੁੱਖ ਨਹੀਂ ਨਾ ਦੇਣਗੇ, ਬੇਕਾਰ ਨੇ ਉਹ। ਤਾਂ ਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਪਿਆਰਿਓ, ਜੇ ਸੱਚ ਦੇ ਨਾਲ ਨਹੀਂ ਜੁੜਦੇ, ਇਨਸਾਨੀਅਤ ਨਾਲ ਨਹੀਂ ਜੁੜਦੇ, ਤਾਂ ਤੁਹਾਡੇ ਸਰੀਰ ਵੀ ਔਰ ਜਿੰਨੇ ਵੀ ਤੁਹਾਡੇ ਕਰਮ ਕਾਂਡ ਨੇ, ਇਹ ਸਾਰੇ ਬੇਕਾਰ ਔਰ ਵਿਅਰਥ ਨੇ। ਤੁਹਾਡੇ ਜੀਵਨ ਵਿੱਚ ਸ਼ਾਂਤੀ ਨਹੀਂ ਆਏਗੀ। ਪ੍ਰਭ ਸੁਆਮੀ ਕੰਤ ਵਿਹੂਣੀਆਂ, ਮੀਤ ਸੱਜਣ ਸਭ ਜਾਮ। ਪ੍ਰਭ ਸੁਆਮੀ ਕੰਤ ਵਿਹੂਣੀਆਂ ਦਾ ਮਤਲਬ ਜੋ ਪ੍ਰਭੂ ਤੋਂ ਵਿਹੂਣੇ ਨੇ, ਜਿਨ੍ਹਾਂ ਦਾ ਰੱਬ ਦੇ ਨਾਲ ਮਿਲਾਪ ਨਹੀਂ ਹੈ। ਰੱਬ ਦੇ ਨਾਲ ਮਿਲਾਪ ਦਾ ਮਤਲਬ ਰੱਬੀ ਗੁਣਾਂ ਦੇ ਨਾਲ ਮਿਲਾਪ, ਸੱਚ ਨਾਲ ਜਿਨ੍ਹਾਂ ਦੀ ਸੁਰਤ ਨਹੀਂ ਜੁੜੀ, ਦਇਆ ਨਾਲ ਜਿਨ੍ਹਾਂ ਦੀ ਸੁਰਤ ਨਹੀਂ ਜੁੜੀ, ਪਿਆਰ ਨਾਲ ਜਿਨ੍ਹਾਂ ਦੀ ਸੁਰਤ ਨਹੀਂ ਜੁੜੀ, ਜੋ ਰੱਬੀ ਗੁਣਾਂ ਤੋਂ ਵਾਂਝੇ ਨੇ। ਮੀਤ ਸੱਜਣ ਸਭ ਜਾਮ, ਉਹਨਾਂ ਦੇ ਸਾਰੇ ਜਿਹੜੇ ਸੱਜਣ ਮਿੱਤਰ ਨੇ ਨਾ, ਉਹ ਜਮ ਨੇ। ਉਹਨਾਂ ਦੇ ਸੱਜਣ ਮਿੱਤਰ ਸਾਰੇ ਦੇ ਸਾਰੇ ਜਮ ਨੇ। ਸਾਰੇ ਸੱਜਣ ਮਿੱਤਰ ਜਿੰਦ ਦੇ ਵੈਰੀ ਹੋ ਜਾਂਦੇ ਨੇ, ਜਮ ਹੋ ਜਾਂਦੇ ਨੇ ਉਹਨਾਂ ਵਾਸਤੇ। ਕਿਵੇਂ? ਹੁਣ ਦੇਖੋ, ਸਤ ਸੰਤੋਖ ਦੀ ਬਜਾਏ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਗੈਰਾ ਮੇਰੇ ਸੱਜਣ ਬਣ ਜਾਣ, ਤਾਂ ਮੈਂ ਆਤਮਿਕ ਮੌਤ ਤੇ ਮਰ ਜਾਵਾਂਗਾ ਨਾ। ਤਾਂ ਜਿਹੜੇ ਰੱਬੀ ਗੁਣਾਂ ਨਾਲੋਂ ਟੁੱਟ ਜਾਂਦੇ ਨੇ, ਉਹਨਾਂ ਦੇ ਸੱਜਣ ਮਿੱਤਰ ਜਮ ਬਣ ਜਾਂਦੇ ਨੇ। ਜਮ ਦਾ ਮਤਲਬ ਵਿਕਾਰ, ਜਿਹੜੇ ਉਹਨਾਂ ਨੂੰ ਆਤਮਿਕ ਮੌਤ ਤੇ ਮਾਰ ਦਿੰਦੇ ਨੇ। ਨਾਨਕ ਕੀ ਬੇਨੰਤੀਆ, ਕਰ ਕਿਰਪਾ ਦੀਜੈ ਨਾਮ। ਗੁਰੂ ਸਾਹਿਬ ਜੀ ਕਹਿੰਦੇ ਨੇ, ਮੇਰੀ ਬੇਨਤੀ ਹੈ ਕਿ ਕਿਰਪਾ ਕਰਕੇ ਮੈਨੂੰ ਨਾਮ ਦਿਓ। ਇੱਥੇ ਨਾਮ ਦਾ ਮਤਲਬ ਹੁਕਮ। ਨਾਮ ਦਾ ਮਤਲਬ ਹੁਕਮ, ਕਿ ਹੇ ਪ੍ਰਭੂ ਰਹਿਮਤ ਕਰ, ਮੈਨੂੰ ਹੁਕਮ ਦੀ ਸੂਝ ਬਖਸ਼। ਹੁਕਮ ਦੀ ਸੂਝ ਬਖਸ਼, ਜਿਸ ਕਰਕੇ ਮੈਂ ਹੁਕਮ ਅਨੁਸਾਰ ਜ਼ਿੰਦਗੀ ਜੀ ਸਕਾਂ। ਮੈਨੂੰ ਹੁਕਮ ਦੀ ਸੂਝ ਆ ਜਾਏ ਕਿ ਇਹ ਜ਼ਿੰਦਗੀ ਜਿਹੜੀ ਹੈ ਨਾ, ਸਾਰੀ ਕਿਸੇ ਸਿਸਟਮ ਦੇ ਅੰਦਰ ਹੈ। ਜੇ ਮੈਂ ਗੁਣਾਂ ਦੇ ਨਾਲ ਜੁੜਾਂਗਾ ਤਾਂ ਮੇਰੇ ਜੀਵਨ ਵਿੱਚ ਸੁੱਖ ਹੋਏਗਾ। ਜੇ ਮੈਂ ਔਗਣਾਂ ਨਾਲ ਜੁੜਾਂਗਾ, ਮੇਰੀ ਜ਼ਿੰਦਗੀ ਵਿੱਚ ਦੁੱਖ ਹੋ ਜਾਏਗਾ। ਮੈਨੂੰ ਇਸ ਸਿਸਟਮ ਦਾ ਪਤਾ ਲੱਗ ਜਾਏ ਕਿ ਜੋ ਮੈਂ ਰੋਜ਼ਮर्रा ਦੀ ਜ਼ਿੰਦਗੀ ਵਿੱਚ ਕਿਰਤਕਾਰ ਕਰ ਰਿਹਾ ਹਾਂ, ਇਹਦੇ ਨਾਲ ਮੇਰਾ ਇੱਕ ਸੁਭਾਅ ਡਿਵੈਲਪ ਹੋ ਰਿਹਾ ਹੈ, ਤੇ ਉਸ ਸੁਭਾਅ ਦੇ ਮੁਤਾਬਕ ਹੀ ਮੇਰਾ ਮਿਲਾਪ ਔਰ ਵਿਛੋੜਾ ਇਸ ਸੰਸਾਰ ਦੇ ਅੰਦਰ ਹੈ। ਸੁੱਖ ਔਰ ਦੁੱਖ ਨੇ। ਪ੍ਰਭੂ ਰਹਿਮਤ ਕਰ, ਮੈਨੂੰ ਹੁਕਮ ਦੀ ਸੂਝ ਬਖਸ਼। ਹਰ ਮੇਲੋ ਸੁਆਮੀ ਸੰਗ ਪ੍ਰਭ, ਜਿਸ ਕਾ ਨਿਹਚਲ ਧਾਮ। ਨਿਹਚਲ ਧਾਮ ਦਾ ਮਤਲਬ ਜਿਹਦਾ ਘਰ ਅਡੋਲ ਹੈ। ਤਾਂ ਹੇ ਪ੍ਰਭੂ, ਮੈਨੂੰ ਆਪਣੇ ਨਾਲ ਮਿਲਾ, ਜਿਸ ਦਾ ਘਰ, ਜਿਸ ਦਾ ਟਿਕਾਣਾ ਅਡੋਲ ਹੈ। ਹੁਣ ਟਿਕਾਣਾ ਅਡੋਲ ਦਾ ਮਤਲਬ ਕਿ ਐਸੇ ਟਿਕਾਣੇ ਤੇ ਐਸੀ ਸੋਚ ਆਪਣੇ ਅੰਦਰ ਡਿਵੈਲਪ ਕਰ ਲੈਣੀ, ਜਿੱਥੇ ਜਾ ਕੇ ਸੋਚ ਫਿਰ ਡੋਲਦੀ ਨਹੀਂ। ਜਿਵੇਂ ਭਾਈ ਮਤੀ ਦਾਸ ਜੀ ਨੇ, ਤਾਂ ਉਹਨਾਂ ਨੂੰ ਆਰੇ ਦੇ ਨਾਲ ਤੇ ਚੀਰ ਦਿੱਤਾ ਜਾਂਦਾ, ਪਰ ਡੋਲਦੇ ਨਹੀਂ। ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਛੋਟੇ ਸਾਹਿਬਜ਼ਾਦੇ, 6 ਸਾਲ ਔਰ 8 ਸਾਲ ਦੀਆਂ ਉਮਰਾਂ, ਲੇਕਿਨ ਐਸੇ ਧਾਮ ਦੇ ਵਿੱਚ ਪਹੁੰਚੇ ਨੇ, ਐਸੀ ਅਵਸਥਾ ਤੇ ਨੇ ਕਿ ਉਹ ਡੋਲ ਨਹੀਂ ਰਹੇ। ਤਾਂ ਕਿਰਪਾ ਕਰ ਕਿ ਮੈਂ ਵੀ ਐਸੀ ਜ਼ਿੰਦਗੀ ਜੀ ਸਕਾਂ, ਜਿਸ ਕਰਕੇ ਮੈਂ ਡੋਲਾਂ ਨਾ, ਮੈਨੂੰ ਟਿਕਾਵ ਮਿਲ ਜਾਏ। ਤਾਂ ਫਿਰ ਮੈਂ ਇਹ ਆਪ ਦੇ ਨਾਲ ਸਪਸ਼ਟ ਕਰ ਦਿਆਂ, ਕਿਰਤ ਕਰਮ ਦਾ ਮਤਲਬ ਹੈਗਾ ਰੋਜ਼ਮर्रा ਦੀ ਜ਼ਿੰਦਗੀ ਰਾਹੀਂ ਕੀਤੇ ਹੋਏ ਕਰਮਾਂ ਰਾਹੀਂ ਬਣਿਆ ਹੋਇਆ ਸਾਡਾ ਸੁਭਾਅ। ਉਸ ਸੁਭਾਅ ਕਰਕੇ ਹੀ ਸਾਡੇ ਅੰਦਰ ਸੁੱਖ ਔਰ ਦੁੱਖ ਹੁੰਦੇ ਨੇ। ਸਾਡੇ ਉਸ ਸੁਭਾਅ ਕਰਕੇ ਹੀ ਸਾਡੇ ਪਰਸਪਰ ਮਿਲਾਪ ਔਰ ਵਿਛੋੜੇ ਹੁੰਦੇ ਨੇ। ਤੇ ਹੁਣ ਕਿਸੇ ਵੀਰ ਭੈਣ ਦਾ ਜੇ ਇਸ ਪ੍ਰਤੀ ਸਵਾਲ ਹੈ ਤਾਂ ਉਹ ਖੁੱਲ ਕੇ ਸਵਾਲ ਕਰ ਸਕਦੇ ਹੋ। ਹਾਂਜੀ, ਥੈਂਕ ਯੂ ਜੀ, ਧੰਨਵਾਦ ਜੀ ਤੁਹਾਡਾ ਹਮੇਸ਼ਾ ਦੀ ਤਰ੍ਹਾਂ। ਤੇ ਮੈਂ ਪਹਿਲਾਂ ਜਗਜੀਤ ਕੌਰ ਨੂੰ ਜੀ ਬੇਨਤੀ ਕਰੂੰਗਾ, ਤੇ ਬਾਕੀ ਸਾਰਿਆਂ ਨੂੰ ਜੇ ਕਿਸੇ ਨੇ ਇਹਦੇ ਬਾਰੇ ਕੋਈ ਕੁਐਸਚਨ ਪੁੱਛਣਾ, ਤੁਸੀਂ ਅਨਮਿਊਟ ਹੋ ਜਾਓ ਤੇ ਇਹਦੇ ਬਾਰੇ ਪੁੱਛੋ। ਤਾਂ ਉਹਦੇ ਬਾਅਦ 'ਚ ਮੈਂ ਭਾਈ ਗਗਨਦੀਪ ਸਿੰਘ ਨੂੰ ਕਹੂੰਗਾ ਕਿ ਆਪਣਾ ਜਿਹੜਾ ਸ਼ਬਦ ਹੈ ਤਾਂ ਕੱਲ੍ਹ ਦਾ, ਉਹ ਤੁਸੀਂ ਆਪਣਾ ਜ਼ਰੂਰ ਰੱਖਿਓ। ਤੇ ਹਾਂਜੀ ਜਗਜੀਤ ਕੌਰ ਜੀ, ਠੀਕ ਹੈ ਜੀ? ਹਾਂਜੀ ਠੀਕ ਹੈ। ਓਕੇ, ਥੈਂਕ ਯੂ ਜੀ। ਹਾਂ ਜਗਜੀਤ ਕੌਰ ਭੈਣ, ਵੈਸੇ ਹੀ ਨਹੀਂ ਠੀਕ ਕਹਿ ਦੇਣਾ, ਜੇ ਠੀਕ ਲੱਗਾ ਤਾਂ ਠੀਕ ਹੈ, ਜੇ ਕੋਈ ਸ਼ੰਕਾ ਹੈ ਤਾਂ ਆਪ ਕਹਿ ਸਕਦੇ ਹੋ ਦੁਬਾਰਾ। ਆਪਾਂ ਭੈਣ ਭਰਾ ਆਪਸ ਵਿੱਚ ਹਾਂਜੀ, ਨਹੀਂ ਮੈਂ ਤਾਂ ਕੱਲ ਐਕਚੁਅਲੀ ਜਦੋਂ ਪਤਾ ਲੱਗਿਆ ਵੀ ਤੁਸੀਂ ਕਲਾਸ ਵਿੱਚ ਨਹੀਂ ਹੈਗੇ, ਤੇ ਮੈਂ ਹੀ ਪਹਿਲੇ ਇਹੀ ਕਿਹਾ ਸੀਗਾ ਕਿ ਕਈ ਵਾਰੀ ਭਾਈ ਸਾਹਿਬ ਆਪ ਹੀ ਕਹਿ ਦਿੰਦੇ ਨੇ ਕਿ
ਮੇਰੇ ਨਾਲ ਸਹਿਮਤ ਨਹੀਂ ਹੋ ਤਾਂ ਕੋਈ ਗੱਲ ਨਹੀਂ, ਤੁਹਾਡੇ ਤੁਸੀਂ ਕੁਐਸਚਨ ਪੁੱਛ ਸਕਦੇ ਹੋ ਜਾਂ ਆਪੋ ਆਪਣਾ ਵਿਚਾਰ ਹਾਂਜੀ, ਹੁੰਦਾ ਹੈ। ਤੇ ਇਸ ਤਰ੍ਹਾਂ ਅਸੀਂ ਕਹਿ ਕੇ ਤੇ ਅਸੀਂ ਇਸ ਤਰ੍ਹਾਂ ਹੀ ਟੌਪਿਕ ਲੈ ਲਿਆ ਸੀ, ਕੋਈ ਜਿਸ ਨੂੰ ਮੈਨੂੰ ਤਾਂ ਇਹੀ ਸੀਗਾ, ਕਿਉਂਕਿ ਅਸੀਂ ਵੀ ਸੁਣਦੇ ਆਏ ਆ ਕਿ ਵੀ ਜਿਹੜਾ ਬੰਦਾ ਚੰਗੇ ਕਰਮ ਕਰਦਾ ਹੈ, ਇਹ ਜਿਹੜੀਆਂ ਅਗਲੀਆਂ ਜੂਨਾਂ 'ਚ ਪੈਂਦਾ ਉਹਨਾਂ ਬੇਸ ਤੇ ਪੈਂਦਾ ਹੈ। ਕਹਿੰਦੇ ਜੀ ਆਪਣੇ ਜੇ ਬੰਦਾ ਇੱਥੋਂ ਦੁਨੀਆ 'ਚ ਆਇਆ, ਦੁਨੀਆ 'ਚੋਂ ਗਿਆ ਖਾਲੀ ਹੱਥ ਗਿਆ, ਪਰ ਕਹਿੰਦੇ ਨੇ ਕਰਮ ਨਾਲ ਜਾਂਦੇ ਨੇ ਉਸ ਬੰਦੇ ਦੇ ਹੁਣ ਖਾਲੀ ਹੱਥ। ਦੇਖੋ ਹਾਂਜੀ ਕਰਮ ਜਿਹੜੇ ਨਾਲ ਜਾਂਦੇ ਨੇ ਨਾ, ਉਹ ਇਸ ਤਰ੍ਹਾਂ ਜਾਂਦੇ ਨੇ ਵੀ ਹੁਣ ਔਰੰਗਜ਼ੇਬ ਸੀ ਤੇ ਕਰਮ ਨਾਲ ਜਾਣ ਦਾ ਮਤਲਬ ਹੈ ਵੀ ਜਦੋਂ ਤੱਕ ਹੁਣ ਦੁਨੀਆ ਰਹੇਗੀ ਤਾਂ ਉਹਦੀ ਮਤਲਬ ਲੋਕ ਉਹਦੀ ਮਿੱਟੀ ਪਲੀਤ ਕਰਦੇ ਰਹਿਣਗੇ। ਹਿਟਲਰ ਹੈ ਤਾਂ ਉਹਦੀ ਲੋਕੀ ਮਿੱਟੀ ਪਲੀਤ ਕਰਦੇ ਰਹਿਣਗੇ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਤਾਂ ਉਹਨਾਂ ਦੇ ਗੁਣ ਲੋਕ ਗਾਉਂਦੇ ਰਹਿਣਗੇ। ਇਸੇ ਨੂੰ ਕਹਿੰਦੇ ਨੇ ਕਰਮ ਨਾਲ ਜਾਣਾ। ਬਾਕੀ ਮਤਲਬ ਜਦੋਂ ਸਰੀਰ ਖਤਮ ਹੋ ਗਿਆ, ਸਰੀਰ ਜਲ ਗਿਆ, ਤਾਂ ਕਰਮ ਵੀ ਇੱਥੇ ਖਤਮ ਹੋ ਗਏ, ਯਾਤਰਾ ਜਿਹੜੀ ਇੱਥੇ ਸਮਾਪਤ ਹੋ ਗਈ। ਤੇ ਜਿਹੜੀਆਂ ਚੰਗਿਆਈਆਂ ਬੁਰਾਈਆਂ ਨੇ ਇਹ ਇਤਿਹਾਸ ਦੇ ਵਿੱਚ ਫਿਰ ਮਾਣ ਆਦਰ ਔਰ ਸ਼ੋਭਾ ਦਿਵਾਉਂਦੀਆਂ ਨੇ। ਤੇ ਜਿਹੜੇ ਸੁੱਖ ਔਰ ਦੁੱਖ ਨੇ ਸਾਡੇ ਕਰਮਾਂ ਕਰਕੇ ਮਿਲਦੇ ਨੇ। ਇਹ ਨਹੀਂ ਕਿ ਪਿਛਲੇ ਜਨਮਾਂ ਦੇ ਕੀਤੇ ਹੋਏ ਕਰਮ ਐਸੇ ਜਨਮ ਦੇ। ਹੁਣ ਫਾਰ ਐਗਜ਼ਾਮਪਲ ਮੈਂ ਇੱਥੇ ਚੰਗਾ ਭਲਾ ਬੈਠਾ ਸੀ ਇੱਥੇ ਬੁਲੀ ਚ ਗੁਰਦੁਆਰੇ, ਤੇ ਮੈਂ ਮਤਲਬ ਪੰਜਾਬੀ ਦੇ ਵਿੱਚ ਜਿਹਨੂੰ ਕਹਿੰਦੇ ਨੇ ਪੰਗਾ ਲੈ ਲਿਆ, ਤੇ ਮੈਂ ਇੱਥੋਂ ਹਫ਼ਤੇ ਵਾਸਤੇ ਚਲਾ ਗਿਆ ਹੁਣ ਸਾਊਥ ਹਾਲ, ਤੇ ਉੱਥੇ ਮੇਰੇ ਸੰਪਰਕ ਵਿੱਚ ਕੋਈ ਵੀਰ ਭੈਣ ਕੋਈ ਵੀ ਆ ਗਿਆ ਹੋਣਾ, ਕਿਸੇ ਦਾ ਕੋਈ ਦੋਸ਼ ਨਹੀਂ ਹੈ, ਨਾ ਹੀ ਦੋਸ਼ ਦੇਣਾ ਚਾਹੀਦਾ ਕਿਉਂਕਿ ਸਿਸਟਮ ਐਵੇਂ ਦਾ ਹੈ। ਤਾਂ ਮੈਂ ਕਰੋਨਾ ਪੋਜ਼ਿਟਿਵ ਹੋ ਗਿਆ। ਤਾਂ ਹੁਣ ਇਹ ਕੀ ਹੈ ਕਿ ਮੇਰਾ ਆਪਣਾ ਕਰਮ ਹੋ ਗਿਆ ਨਾ, ਪਿਛਲੇ ਜਨਮ ਦਾ ਨਹੀਂ, ਮੇਰਾ ਇਸ ਜਨਮ ਦਾ ਕਰਮ ਕਿ ਮੈਂ ਜਿਹੜਾ ਕਰੋਨਾ ਪੋਜ਼ਿਟਿਵ ਸੀ ਉਹਦੇ ਸੰਪਰਕ ਵਿੱਚ ਆਇਆ। ਉਹ ਸਿਸਟਮ ਦੇ ਵਿੱਚ ਉਹ ਜਿਹੜਾ ਵਾਇਰਸ ਹੈ ਮੇਰੇ ਵੀ ਆ ਗਿਆ, ਤੇ ਮੇਰੇ ਤੋਂ ਅੱਗੇ ਕਿਸੇ ਹੋਰ ਦੇ ਵਿੱਚ ਵੀ ਜਾ ਸਕਦਾ। ਇਹਨੂੰ ਹੀ ਕਰਮ ਕਹਿੰਦੇ ਨੇ। ਕਰਮ ਦਾ ਮਤਲਬ ਸਿਸਟਮ, ਪਿਛਲੇ ਜਨਮਾਂ ਦੇ ਨਹੀਂ, ਐਸੇ ਜਨਮ ਦੇ। ਖੁਸ਼ੀ ਔਰ ਗਮੀ ਜਿਹੜੀ ਹੈ, ਹੁਣ ਮੰਨ ਲਓ ਕਰੋਨਾ ਹੀ ਹੈ, ਹੁਣ ਮੈਂ ਕਰੋਨਾ ਦੇ ਨਾਲ ਥੋੜਾ ਪ੍ਰੋਬਲਮ ਤਾਂ ਮੈਨੂੰ ਹੈ ਹੀ ਹੈ। ਕਈ ਵਾਰੀ ਹੁਣ ਪਾਸਾ ਪਰਤਣ ਲੱਗਾ ਬੜੀ ਪ੍ਰੋਬਲਮ ਹੁੰਦੀ, ਸਰੀਰ ਦਾ ਅੰਗ ਦੁਖਦਾ ਬੜੀ ਬੁਰੀ ਤਰ੍ਹਾਂ। ਲੇਕਿਨ ਹੁਣ ਜੇ ਮੈਂ ਉਹਨੂੰ ਇਹ ਫੀਲ ਕਰੀ ਜਾਵਾਂ ਕਿ ਹਾਏ ਮੈਂ ਤੇ ਮਰ ਗਿਆ, ਤਾਂ ਫਿਰ ਤਾਂ ਬਹੁਤ ਔਖਾ ਹੋ ਜਾਏਗਾ। ਲੇਕਿਨ ਉਹਦੇ ਵਾਸਤੇ ਇੱਕ ਨਾ ਪਾਵਰ ਆਫ ਐਫਰਮੇਸ਼ਨ ਟੈਕਨੀਕ ਹੈਗੀ ਹੈ, ਬਹੁਤ ਵਧੀਆ ਚੀਜ਼ ਹੈ। ਤੇ ਉਹਦੇ ਵਾਸਤੇ ਮੈਂ ਕੁਝ ਵਰਡਿੰਗ ਯੂਜ਼ ਕਰਦਾ ਵਾਂ ਕਿ ਮੈਂ ਬਿਲਕੁਲ ਤੰਦਰੁਸਤ ਹਾਂ, ਮੈਂ ਖੁਸ਼ ਹਾਂ, ਮੈਂ ਰਿਲੈਕਸ ਹਾਂ। ਜਦੋਂ ਹੁਣ ਮੇਰੇ ਤੋਂ ਪਾਸਾ ਨਹੀਂ ਪਰਤਿਆ ਜਾਂਦਾ, ਕਾਫੀ ਤਕਲੀਫ ਹੁੰਦੀ ਨਾ, ਫਿਰ ਮੈਂ ਨਾਲ ਹੀ ਸੋਚਦਾ ਕਿ ਮੈਂ ਬਿਲਕੁਲ ਤੰਦਰੁਸਤ ਹਾਂ, ਮੈਂ ਖੁਸ਼ ਹਾਂ, ਮੈਂ ਰਿਲੈਕਸ ਹਾਂ। ਜਦੋਂ ਮੈਂ ਐਵੇਂ ਕਰਨਾ, ਮੈਂ ਰਿਲੈਕਸ ਹੋ ਕੇ ਪਾਸਾ ਪਰਤ ਲੈਣਾ। ਤਾਂ ਇਹ ਹੈਗਾ ਵੀ ਸਾਡੇ ਇਹ ਹੀ ਨੇ ਕਰਮ ਸਾਡੇ। ਠੀਕ ਹੈ ਜੀ, ਠੀਕ ਹੈ ਜਗਜੀਤ ਕੌਰ ਜੀ। ਹਾਂਜੀ, ਬਸ ਮੈਂ ਹੁਣ ਇਹ ਵੇਟ ਕਰਾਂਗੀ ਕਿ ਵੀ ਸਾਡੇ ਸਾਹਮਣੇ ਜਿਹੜੇ ਟਰੰਪ ਨੂੰ ਦੇਖੇ ਉਹਦੇ ਕਰਮਾਂ ਦਾ ਫਲ ਕਦੋਂ ਮਿਲਦਾ ਹੈ। ਸ਼ਾਇਦ ਉਹ ਨਾ ਹੀ ਮਿਲੇ, ਸਾਨੂੰ ਪਤਾ ਨਹੀਂ ਜੀ, ਪਰ ਜੇ ਨਹੀਂ ਵੀ ਮਿਲਿਆ ਤਾਂ ਪਰ ਸਾਨੂੰ ਬਿਲਕੁਲ ਪਤਾ ਆ ਵੀ ਲੋਕੀ ਜਿਹੜੀ ਅਪੋਜੀਸ਼ਨ ਸਾਈਡ ਉਹ ਕੀ ਕਹਿ ਰਹੀ ਆ। ਉਹ ਜਿੱਦਾਂ ਬਾਕੀਆਂ ਦੀ ਮਿੱਟੀ ਪਲੀਤ ਹੁੰਦੀ ਸਾਰੀ ਉਮਰ, ਤਾਂ ਇਹਦੀ ਵੀ ਹੋਣੀ ਆ। ਜਿਹੜਾ ਗਲਤ ਕਰ ਗਿਆ ਨਾ, ਉਹ ਤਾਂ ਗਲਤ ਨੂੰ ਗਲਤ ਕਹਿਣਾ ਹੀ ਆ, ਲੋਕਾਂ ਨੇ ਸਾਰਿਆਂ ਨੇ ਕਹਿਣਾ। ਠੀਕ ਹੈ ਜੀ। ਪਰ ਗੁਰਬਾਣੀ ਦੇ ਵਿੱਚੋਂ ਕੱਲ ਵੀ ਆਪਾਂ ਜਿਹੜੀ ਗੱਲ ਕਰਦੇ, ਗੁਰਬਾਣੀ ਚੋਂ ਇੱਕ ਭੁਲੇਖਾ ਪੈਂਦਾ ਵੀ ਜਦੋਂ ਤੁਸੀਂ ਗੁਰਬਾਣੀ ਪੜ੍ਹਦੇ ਹੋ, ਉਹਨਾਂ ਦੇ ਅੱਖਰੀ ਜਿਹੜੇ ਸ਼ਬਦਾਂ ਦੇ ਉਹਨਾਂ ਦੇ ਅਰਥ ਇੱਕਦਮ ਸਮਝ ਪੈਂਦੇ ਆ ਨਾ। ਉਹਦੇ ਵਿੱਚੋਂ ਜਿੱਦਾਂ ਕਿਰਤ ਕਰਮ ਕੇ ਵਿਚਰੇ, ਉਹ ਇੱਕਦਮ ਲਿੰਕ ਹੋ ਜਾਂਦਾ, ਕਿਉਂਕਿ ਸਾਨੂੰ ਦੱਸਿਆ ਹੀ ਇਹ ਗਿਆ ਵੀ ਕਿਰਤ ਕਰਮ ਦੇ ਵਿਚਰੇ ਦਾ ਮਤਲਬ ਤੁਹਾਡੇ ਪਿਛਲੇ ਕਰਮ ਜਾਂ ਗਾਹਾਂ ਜਿਹੜੇ ਹੁਣ ਕਰ ਰਹੇ ਆ ਉਹਨਾਂ ਨੂੰ ਭੋਗਣਾ ਪੈਣਾ। ਇਹ ਮਤਲਬ ਇਮੀਡੀਏਟਲੀ ਤੁਹਾਡੇ ਦਿਮਾਗ ਦੇ ਉਹਨੂੰ ਸਟ੍ਰਾਈਕ ਕਰਦੀ ਉਹ ਚੀਜ਼। ਤਾਂ ਇਹ ਸਵਾਲ ਪੈਦਾ ਹੁੰਦੇ ਸਾਨੂੰ ਬਾਰ-ਬਾਰ। ਤਾਂ ਗੱਲ ਨਾ ਸਾਰੇ ਇੱਕ ਗੱਲ ਸਾਰੇ ਵੀਰ ਭੈਣਾਂ ਨੋਟ ਕਰ ਲਓ, ਜਦੋਂ ਵੀ ਕਿਸੇ ਧਰਮ ਨੂੰ ਸਮਝਣਾ ਹੋਵੇ ਨਾ, ਕਿਸੇ ਵੀ ਧਰਮ ਨੂੰ, ਚਾਹੇ ਉਹ ਹਿੰਦੂ ਹੈ, ਮੁਸਲਮਾਨ, ਸਿੱਖ, ਈਸਾਈ, ਜੈਨੀ, ਕੋਈ ਵੀ ਧਰਮ ਹੈ, ਤਾਂ ਉਹ ਧਰਮ ਨੂੰ ਸਮਝਣ ਵਾਸਤੇ ਉਸ ਧਰਮ ਦਾ ਧਰਮ ਸ਼ਾਸਤਰ ਪੜ੍ਹਨਾ ਬਹੁਤ ਜ਼ਰੂਰੀ ਹੁੰਦਾ ਹੈ। ਧਰਮ ਸ਼ਾਸਤਰ ਦਾ ਮਤਲਬ ਧਰਮ ਫਿਲਾਸਫੀ। ਜੇ ਤੁਸੀਂ ਉਸ ਧਰਮ ਦੀ ਫਿਲਾਸਫੀ ਨਹੀਂ ਪੜ੍ਹਦੇ ਤਾਂ ਫਿਰ ਤੁਸੀਂ ਉਸ ਧਰਮ ਬਾਰੇ ਜੋ ਬਿਆਨ ਦਿਓਗੇ ਉਹ ਗਲਤ ਵੀ ਹੋ ਸਕਦਾ, ਠੀਕ ਵੀ ਹੋ ਸਕਦਾ। ਧਰਮ ਫਿਲਾਸਫੀ ਨੂੰ ਸਮਝਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਲਈ ਜਦੋਂ ਵੀ ਫਿਰ ਕਿਸੇ ਧਰਮ ਗ੍ਰੰਥ ਦਾ ਅਰਥ ਕਰਨੇ ਹੁੰਦੇ ਨੇ, ਤਾਂ ਉਸ ਧਰਮ ਦੇ ਧਰਮ ਫਿਲਾਸਫੀ ਮੁਤਾਬਕ ਉਹਦੇ ਅਰਥ ਕਰਨੇ ਹੁੰਦੇ ਨੇ। ਤੇ ਪ੍ਰੋਬਲਮ ਕੀ ਆਉਂਦੀ ਹੈ ਕਿ ਅਸੀਂ ਸ਼ਬਦ ਤਾਂ ਗੁਰਬਾਣੀ ਚੋਂ ਲੈ ਲੈਂਦੇ ਹਾਂ, ਤੇ ਉਹਦੇ ਜਿਹੜੇ ਮੀਨਿੰਗ ਨੇ ਨਾ, ਫਿਲਾਸਫੀ ਜਿਹੜੀ ਹੈ, ਉਹ ਹਿੰਦੂਇਜ਼ਮ ਵਾਲੀ ਜਾਂ ਮੁਸਲਮਾਨ ਵਾਲੀ ਜਾਂ ਜੋਗੀਆਂ ਵਾਲੀ ਲੈ ਲੈਂਦੇ ਹਾਂ। ਪ੍ਰੋਬਲਮ ਇੱਥੇ ਆਉਂਦੀ ਹੈ। ਇਸ ਲਈ ਸਾਨੂੰ ਚਾਹੀਦਾ ਵੀ ਅਸੀਂ
ਸਿੱਖ ਧਰਮ ਫਿਲਾਸਫੀ ਨੂੰ ਸਮਝੀਏ ਔਰ ਗੁਰਬਾਣੀ ਦੇ ਅਰਥਾਂ ਨੂੰ ਅਸੀਂ ਮੂਲ ਮੰਤਰ ਦੇ ਉੱਤੇ ਬੇਸਡ ਬਣਾ ਕੇ ਕਰੀਏ। ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਜਿਹੜੇ ਅਸੀਂ ਕਰ ਰਹੇ ਹਾਂ ਅਰਥ ਕੀ ਉਹ ਮੂਲ ਮੰਤਰ ਤੱਕ ਪੂਰੇ ਉਤਰਦੇ ਨੇ। ਤੇ ਜੇ ਕਿਤੇ ਦੁਬਿਧਾ ਪੈਦਾ ਹੋ ਰਹੀ ਹੈ ਤਾਂ ਇਹਦਾ ਮਤਲਬ ਕਿ ਸਾਡੇ ਜੋ ਅਰਥ ਅਸੀਂ ਕਰ ਰਹੇ ਹਾਂ ਉਹਨਾਂ ਵਿੱਚ ਪ੍ਰੋਬਲਮ ਹੈ। ਗੁਰਬਾਣੀ ਵਿੱਚ ਕੋਈ ਪ੍ਰੋਬਲਮ ਨਹੀਂ ਹੈ, ਸਾਡੇ ਕੀਤੇ ਹੋਏ ਅਰਥਾਂ ਦੇ ਵਿੱਚ ਪ੍ਰੋਬਲਮ ਹੋ ਸਕਦੀ ਹੈ। ਇਸ ਲਈ ਸਾਨੂੰ ਉਹ ਅਰਥ ਆਪਣੇ ਸਮਝਣੇ ਚਾਹੀਦੇ ਨੇ, ਮੂਲ ਮੰਤਰ ਦੇ ਉੱਤੇ ਉਹ ਪੂਰੇ ਉਤਰਦੇ। ਹੁਣ ਜੇ ਆਪਾਂ ਇੰਨਾ ਕੁ ਵੀ ਕਰ ਲਈਏ ਤਾਂ ਵੀ ਸਾਨੂੰ ਇਹਦਾ ਫਰਕ ਪੈ ਜਾਵੇਗਾ। ਔਰ ਦੂਜੇ ਜਿਹੜੀਆਂ ਆਪਾਂ ਉਹ 15-16 ਸ਼ਬਦ ਲਿਖੇ ਨੇ, ਜੇ ਤੁਸੀਂ ਉਹਨਾਂ ਨੂੰ ਵੀ ਪੱਕਿਆਂ ਕਰ ਲਓ ਤਾਂ ਫਿਰ ਵੀ ਬਹੁਤ ਸਾਰੀ ਵੱਡੀ ਸਮੱਸਿਆ ਹੱਲ ਹੋ ਜਾਏਗੀ। ਠੀਕ ਹੈ ਗਿਆਨੀ ਜੀ, ਬਹੁਤ ਵਧੀਆ ਐਕਸਪਲੇਨ ਕੀਤਾ। ਮੈਂ ਤਾਂ ਕਿ ਸਾਨੂੰ ਸਾਰਿਆਂ ਨੂੰ ਸਮਝ ਆ ਗਈ ਹੋਊਗੀ ਜੀ ਗੱਲ ਇਹ। ਤੇ ਮੈਂ ਹੁਣ ਭਾਈ ਗਗਨਦੀਪ ਸਿੰਘ ਨੂੰ ਕਹਿਣਾ ਕਿ ਉਹ ਅਨਮਿਊਟ ਹੋ ਜਾਣ ਤੇ ਆਪਣੀ ਜਿਹੜਾ ਸ਼ਬਦ ਆ ਉਹ ਜ਼ਰੂਰ ਰੱਖੋ। ਹਾਂਜੀ ਗਗਨਦੀਪ ਸਿੰਘ ਜੀ ਅਨਮਿਊਟ ਹੋ ਹਾਂਜੀ, ਜਾਓ। ਵਾਹਿ ਖਾਲਸਾ ਜੀ। ਜੀ ਫਤਿਹ। ਹਾਂਜੀ, ਇੱਕ ਸ਼ਬਦ ਹੈ ਜੀ ਤੀਜੇ ਪਾਤਸ਼ਾਹ, ਉਹਨਾਂ ਦਾ ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ। ਹਾਂਜੀ ਹਾਂਜੀ, ਕਾਲਾ ਜਨਮ ਹੋਆ जन्म ਸਿਆਹੋ। ਹਾਂਜੀ, जन्म जन्म की इस मन को मल लागी काला हुआ स्या। जन्म जन्म ਦਾ ਮਤਲਬ ਹੈਗਾ ਮੁੱਦਤਾਂ ਦੀ, ਬਹੁਤ ਸਮੇਂ ਦੀ। ਜਨਮ ਜਨਮ ਬਹੁਤ ਸਮੇਂ ਦੀ ਵਿਕਾਰਾਂ ਦੀ ਮੈਲ ਲੱਗੀ ਹੈ ਤੇ ਵਿਕਾਰਾਂ ਦੀ ਮੈਲ ਦੇ ਨਾਲ ਇਹ ਕਾਲਾ ਸ਼ਾਹ ਹੋਇਆ ਪਿਆ। ਖੰਲੀ ਧੋਤੀ ਉਜਲੀ ਨਾ ਹੋਵੇ ਜੇ ਸੋ ਧੋਣ ਪਾ, ਜੇਕਰ ਮੈਂ 100 ਸੈਂਕੜੇ ਵਾਰੀ ਵੀ ਧੋਵਾਂ ਤੇ ਜਿਹੜੀ ਕਾਲੀ ਕੰਬਲੀ ਏ ਉਹ ਚਿੱਟੀ ਨਹੀਂ ਹੁੰਦੀ। ਜਨਮ ਜਨਮ ਦਾ ਮਤਲਬ ਬਹੁਤ ਸਾਰੀਆਂ ਜਿਹੜੀਆਂ ਪਸ਼ੂ ਬਿਰਤੀਆਂ ਨੇ, ਵਿਕਾਰ ਨੇ, ਉਹਨਾਂ ਦੀ ਮੈਲ ਲੱਗੀ। ਜਿਵੇਂ ਜਨਮ ਜਨਮ ਦੀ ਪਸ਼ੂ ਬਿਰਤੀਆਂ ਆਪਾਂ ਲਿਖਿਆ ਹੈ ਨਾ, ਜਨਮ ਜਿਹੜੀਆਂ ਜੋ ਜੂਨਾਂ ਨੇ ਪਸ਼ੂ ਬਿਰਤੀਆਂ, ਤਾਂ ਇੱਥੇ ਪਸ਼ੂ ਬਿਰਤੀਆਂ ਦੀ ਮੈਲ ਲੱਗੀ ਹੈ। ਜਿਵੇਂ ਬਾਈ ਚਾਂਸ ਮੈਂ ਹੁਣ ਤੇ ਗਗਨਦੀਪ ਜੀ ਮੇਰੇ ਤੋਂ ਕੋਈ ਚੀਜ਼ ਪੁੱਛਦੇ ਨੇ ਤੇ ਮੈਂ ਗਗਨਦੀਪ ਜੀ ਨੂੰ ਟੁੱਟ ਕੇ ਪੈ ਜਾਣਾ ਵਾਂ, ਤਾਂ ਇਹਦਾ ਮਤਲਬ ਮੈਨੂੰ ਸੱਪ ਦੀ ਜੂਨ ਦੀ ਉਹ ਲੱਗੀ ਹੈ ਮੇਰੇ ਅੰਦਰ ਮੈਲ ਨਾ, ਮੈਂ ਸੱਪ ਦੀ ਤਰ੍ਹਾਂ ਫੂੰ ਫੂੰ ਕਰਕੇ ਪੈ ਰਿਹਾ ਵਾਂ। ਗਗਨਦੀਪ ਜੀ ਨੇ ਕੀਰਤਨ ਕਰਨਾ ਹੈ ਮੇਰੇ ਤੋਂ ਬਾਅਦ ਤੇ ਉਸ ਤੋਂ ਪਹਿਲਾਂ ਮੇਰੀ ਕਥਾ ਚੱਲ ਰਹੀ ਹੈ ਤੇ ਮੈਂ ਗਗਨਦੀਪ ਦੇ 10 ਮਿੰਟ ਖਾ ਜਾਂਦਾ ਵਾਂ, ਤਾਂ ਇਹ ਮੈਨੂੰ ਹੁਣ ਕੁੱਤੇ ਦੀ ਬਿਰਤੀ ਦੀ, ਲੋਭ ਦੀ ਜਿਹੜੀ ਨਾ ਮੈਲ ਲੱਗੀ ਹੋਈ ਹੈ। ਤੀਜੇ ਨੰਬਰ ਤੇ ਮੈਨੂੰ ਆਣ ਕੇ ਕੋਈ ਹੋਰ ਪੁੱਛਦਾ ਤੇ ਮੈਂ ਉਹਨੂੰ ਹੰਕਾਰ ਕਰਕੇ ਨੀਵਾਂ ਵਿਖਾਨਾ ਵਾਂ, ਤਾਂ ਇਹ ਮੈਨੂੰ ਹਾਥੀ ਦੀ ਜਿਹੜੀ ਹੈ ਨਾ ਮੈਲ ਲੱਗੀ ਹੋਈ ਹੈ। ਇਹਨੂੰ ਕਹਿੰਦੇ ਨੇ ਪਸ਼ੂ ਬਿਰਤੀਆਂ ਦੀ ਜਿਹੜੀ ਮੈਲ ਹੈ ਉਹ ਲੱਗੀ ਹੋਈ ਹੈ। ਹਾਂਜੀ, ਇੱਕ ਰਵਿਦਾਸ ਭਗਤ ਰਵਿਦਾਸ ਜੀ ਦੀ ਉਹਨਾਂ ਦੀ ਰਚਨਾ ਵਿੱਚੋਂ ਬਹੁਤ ਜਨਮ ਵਿਛਰੇ ਥੇ ਮਾਧੋ। ਹਾਂ, ਬਹੁਤ ਜਨਮ ਦਾ ਮਤਲਬ ਬਹੁਤ ਜਨਮ ਵਿਛੜੇ ਥੇ ਮਾਧੋ ਦਾ ਮਤਲਬ ਬੜੇ ਸਮੇਂ ਤੋਂ ਮੈਂ ਤੁਹਾਡੇ ਤੋਂ ਵਿਛੜਿਆ ਹੋਇਆ ਵਾਂ। ਇਹ ਜਨਮ ਤੁਹਾਰੇ ਲੇਖੇ ਵੀ ਇਹ ਜਿਹੜਾ ਸਮਾਂ ਹੈਗਾ ਹੁਣ ਜਿਹੜਾ ਪ੍ਰੈਜ਼ੈਂਟ ਚੱਲ ਰਿਹਾ, ਇਹ ਮੈਂ ਤੁਹਾਡੇ ਲੇਖੇ ਲਗਾ ਦਿੱਤਾ ਵੀ ਇਹਨਾਂ ਸਮਾਂ ਮੈਂ ਤੁਹਾਡੇ ਤੋਂ ਵਿਛੜਿਆ ਰਿਹਾ। ਇਹ ਜਨਮ ਦਾ ਮਤਲਬ ਇਹ ਜਿਹੜਾ ਪ੍ਰੈਜ਼ੈਂਟ ਹੈਗਾ, ਪਾਸਟ ਦੇ ਅੰਦਰ ਮੈਂ ਵਿਛੜਿਆ ਰਿਹਾ ਸੀ। ਇਹ ਜਨਮ ਦਾ ਮਤਲਬ ਇਹ ਜਿਹੜਾ ਪ੍ਰੈਜ਼ੈਂਟ ਹੈਗਾ ਇਹ ਤੁਹਾਡੇ ਲੇਖੇ ਲਾਤਾ, ਮੈਂ ਤੁਹਾਡੀ ਰਜ਼ਾ ਦੇ ਵਿੱਚ ਚਲਾਂਗਾ। ਹਾਂਜੀ, ਇੱਕ ਕੱਲ ਮੈਂ ਪੁੱਛਿਆ ਸੀ ਉਹ ਉੱਤੇ ਮੈਂ ਆਨਾ, ਇੱਕ ਦੱਦਾ ਦੋਸ਼ ਨਾ ਦਊ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਤਾ ਸੋ ਮੈਂ ਪਾਇਆ। ਹਾਂਜੀ, ਦੱਦੇ ਦੋਸ਼ ਨਾ ਦੇਉ ਕਿਸੇ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਭਲਾ। ਦੱਦੇ ਅਕਸ਼ਰ ਰਾਹੀਂ ਉਪਦੇਸ਼ ਦੇ ਰਹੇ ਨੇ ਕਿ ਮੈਂ ਕਿਸੇ ਨੂੰ ਦੋਸ਼ ਨਹੀਂ ਦਿੰਦਾ, ਮੇਰੇ ਆਪਣੇ ਕੰਮਾਂ ਦਾ ਦੋਸ਼ ਹੈ। ਕਰਮਾਂ ਦਾ ਮਤਲਬ ਇਹ ਨਹੀਂ ਕਿ ਪਿਛਲੇ ਕਰਮਾਂ ਦਾ, ਇਸ ਜ਼ਿੰਦਗੀ ਦਾ। ਹੁਣ ਜਿਵੇਂ ਮੈਨੂੰ ਕਰੋਨਾ ਹੋ ਗਿਆ ਤੇ ਮੈਂ ਕਿਸੇ ਨੂੰ ਦੋਸ਼ ਨਹੀਂ ਦੇ ਸਕਦਾ, ਇਹ ਮੇਰਾ ਆਪਣਾ ਦੋਸ਼ ਹੈ ਕਿ ਮੈਂ ਇੱਥੇ ਚੰਗਾ ਭਲਾ ਬੈਠਾ ਬਿਠਾਇਆ ਤੇ ਐਵੇਂ ਖਾਮ ਖਾ ਪੰਗਾ ਲੈ ਕੇ ਤੇ ਆਪਣੇ ਵਾਸਤੇ ਸਿਆਪਾ ਪਾ ਲਿਆ, ਮੇਰਾ ਆਪਣਾ ਦੋਸ਼ ਹੈ। ਮੈਂ ਕਿਸੇ ਨੂੰ ਦੋਸ਼ ਨਹੀਂ ਦੇ ਸਕਦਾ। 2 ਮਿੰਟ ਵਾਸਤੇ ਵੀਰ ਜੀ ਤਰਲੋਚਨ ਸਿੰਘ ਜੀ ਨੇ ਸਾਹਮਣੇ, ਤੇ ਮੈਂ ਇਹਨਾਂ ਦੇ ਨਾਲ ਨਾ ਮਾੜੇ ਬੋਲਦਾ ਵਾਂ, ਈਰਖਾ ਕਰਦਾ ਵਾਂ, ਤੇ ਇਹਨਾਂ ਦੇ ਨਾਲ ਮੇਰੀ ਖਟਪਟ ਹੋ ਜਾਂਦੀ ਹੈ, ਲੜਾਈ ਹੋ ਜਾਂਦੀ ਹੈ, ਵਿਵਾਦ ਹੋ ਜਾਂਦਾ ਹੈ, ਤਾਂ ਉਹ ਕਿਸੇ ਦਾ ਦੋਸ਼ ਨਹੀਂ, ਮੇਰਾ ਆਪਣਾ ਦੋਸ਼ ਹੈ। ਕਿਉਂਕਿ ਮੈਂ ਬੋਲ ਚਾਲ ਨਹੀਂ ਠੀਕ, ਮੇਰੀ ਘਰ ਵਾਲੀ ਨਾਲ ਮੇਰੀ ਅਣਬਣ ਹੋ ਗਈ, ਤੇ ਉਹ ਕਿਸੇ ਦਾ ਦੋਸ਼ ਨਹੀਂ, ਮੇਰਾ ਆਪਣਾ ਦੋਸ਼ ਹੈ। ਕਰਮਾਂ ਦਾ ਮਤਲਬ ਕੰਮ ਜਿਹੜੇ ਮੈਂ ਰੋਜ਼ ਕਰ ਰਿਹਾ ਵਾਂ। ਦੱਦੇ ਦੋਸ਼ ਨਾ ਦੇਉ ਕਿਸੇ, ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ। ਹੁਣ ਮੈਂ ਸਾਊਥ ਹਾਲ ਗਿਆ ਤੇ ਮੈਂ ਕਰੋਨਾ ਪਾ ਲਿਆ। ਮੈਂ 10ਵੀਂ ਵਿੱਚ ਪੜ੍ਹ ਰਿਹਾ ਵਾਂ, ਲੇਕਿਨ ਕੀ ਕੀਤਾ ਕਿ ਮੈਂ ਹੁਣ ਮਿਹਨਤ ਨਹੀਂ ਕਰ ਰਿਹਾ,
ਸਾਰਾ ਸਾਲ ਲੰਘ ਗਿਆ, ਪੇਪਰ ਦਿੱਤੇ ਤੇ ਮੈਂ ਫੇਲ ਹੋ ਗਿਆ। ਹੁਣ ਇਹਦੇ ਵਿੱਚ ਮੈਂ ਕਿਸੇ ਦਾ ਦੋਸ਼ ਨਹੀਂ ਹੈਗਾ, ਜੋ ਮੈਂ ਕੀਤਾ ਹੈ ਯਾਨੀ ਮੈਂ ਮਿਹਨਤ ਕੀਤੀ ਨਹੀਂ ਉਹੀ ਮੈਂ ਪਾ ਲਿਆ, ਇਹਦਾ ਮਤਲਬ ਇਹ ਹੈਗਾ। ਹਾਂਜੀ ਗਗਨਦੀਪ ਸਿੰਘ ਜੀ। ਹਾਂਜੀ, ਕੋਈ ਹੋਰ ਤਾਂ ਨਹੀਂ ਸਵਾਲ ਤੁਹਾਡਾ? ਨਹੀਂ ਬਸ ਜੀ। ਠੀਕ ਹੈ, ਕੋਈ ਸਹਿਮਤ ਆ ਤੁਸੀਂ ਜਾਂ ਅਜੇ ਕੁਐਸਚਨ ਹੈਗੇ ਇਹਦੇ ਬਾਰੇ? ਇੱਕ ਆਂਦਾ ਹੈ ਸ਼ਬਦ ਮਹਾਰਾਜ ਦਾ, ਮਿਹਰਬਾਨ ਸਾਹਿਬ ਮਿਹਰਬਾਨ, ਉਹ ਐਂਡਲੀਆਂ ਪੰਕਤੀਆਂ ਤੇ ਆ, ਕੁਦਰਤ ਕੀਮ ਨਾ ਜਾਣੀਆ ਵੱਡਾ ਵੇ ਪ੍ਰਭਾਵ। ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਸਾ, ਹੈ ਨਾ? ਹਾਂਜੀ ਇਹੀ ਹੈ ਨਾ? ਹਾਂਜੀ ਹਾਂਜੀ। ਕੁਦਰਤ ਕੀਮ ਨਾ ਜਾਣੀਏ ਵੱਡਾ ਵੇ ਪ੍ਰਭਾਵ, ਵੀ ਜਿਹੜਾ ਨਾ ਕੁਦਰਤ ਦੀ ਕੀਮਤ ਨਹੀਂ ਜਾਣੀ ਜਾ ਸਕਦੀ। ਇਹ ਜਿੰਨੀ ਵੀ ਕੁਦਰਤ, ਤੇ ਕੁਦਰਤ ਦਾ ਮਤਲਬ ਰੱਬ ਦੀ ਜਿਹੜੀ ਸ਼ਕਤੀ ਹੈ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਕਰ ਬੰਦੇ ਤੂੰ ਬੰਦਗੀ, ਬੰਦਗੀ ਦਾ ਮਤਲਬ ਹੈਗਾ ਗੁਣ ਗਾ, ਰਜਾ ਦੇ ਵਿੱਚ ਤੁਰ। ਜਦੋਂ ਤੱਕ ਤੇਰੇ ਸਵਾਸ ਚੱਲਦੇ ਨੇ, ਸਵਾਸ ਦਾ ਮਤਲਬ ਜਦੋਂ ਤੱਕ ਤੇਰੀ ਜ਼ਿੰਦਗੀ ਹੈ ਉਦੋਂ ਤੱਕ ਤੂੰ ਰੱਬੀ ਰਜਾ ਦੇ ਅੰਦਰ ਤੁਰ। ਰੱਬੀ ਰਜਾ ਤੋਂ ਬਾਹਰ ਜਾਣ ਦਾ ਤੈਨੂੰ ਕੋਈ ਲਾਭ ਨਹੀਂ ਹੋਏਗਾ। ਜੇ ਰਜਾ ਦੇ ਵਿੱਚ ਤੁਰੇਗਾ ਯਾਨੀ ਕੁਦਰਤ ਦੇ ਜਿਹੜੇ ਕਾਨੂੰਨ ਨੇ, ਲਾ ਆਫ ਨੇਚਰ, ਉਹਦੇ ਵਿੱਚ ਰਹਿ ਕੇ ਹੀ ਕੁਛ ਤਰੱਕੀ ਕਰ ਸਕੇਗਾ। ਔਰ ਇਹ ਸਿੰਪਲ ਗੱਲ ਹੈ ਕਿ ਜਿਵੇਂ ਸਾਡੇ ਘਰ ਪਰਿਵਾਰ ਵੀ ਨੇ, ਇਹਨਾਂ ਦੇ ਵਿੱਚ ਵੀ ਜੇ ਅਸੀਂ ਕਿਸੇ ਸਿਸਟਮ ਵਿੱਚ ਰਵਾਂਗੇ, ਫਰਜ਼ਾਂ ਬਾਰੇ ਜਿਵੇਂ ਅਸੀਂ ਪਹਿਲਾਂ ਕਈ ਵਾਰੀ ਗੱਲ ਕਰ ਚੁੱਕੇ ਹਾਂ ਵੀ ਪਤੀ ਪਤਨੀ ਇਹਨਾਂ ਸਾਰਿਆਂ ਦੇ ਫਰਜ਼ ਨੇ, ਤੇ ਜੇ ਅਸੀਂ ਸਿਸਟਮ ਦੇ ਵਿੱਚ ਰਵਾਂਗੇ ਤੇ ਸਾਡੀ ਜ਼ਿੰਦਗੀ ਵਿੱਚ ਖੁਸ਼ੀ ਰਹੇਗੀ। ਜੇ ਸਿਸਟਮ ਨੂੰ ਤੋੜਾਂਗੇ ਤੇ ਫਿਰ ਸਾਡੀ ਜ਼ਿੰਦਗੀ ਵਿੱਚ ਦੁਖਾਂਤ ਜਿਹੜਾ ਵਾਪਰੇਗਾ। ਤਾਂ ਕਰ ਬੰਦੇ ਤੂੰ ਬੰਦਗੀ ਦਾ ਮਤਲਬ ਕਿ ਰੱਬ ਦੀ ਸਿਫਤ ਸਲਾਹ ਕਰ, ਗੁਣ ਗਾ, ਰਜਾ ਦੇ ਵਿੱਚ ਰਹੋ। ਬੰਦਗੀ ਦਾ ਮਤਲਬ ਰਜਾ ਵਿੱਚ ਤੁਰਨਾ। ਪੂਰੇ ਸ਼ਬਦ ਦੀ ਕਰ ਦਿਓ ਤੁਸੀਂ ਉਤੋਂ, ਮਿਹਰਬਾਨ ਸਾਹਿਬ। ਇੱਕ ਮਿੰਟ ਲਈ ਮੈਂ ਸ਼ਬਦ ਕੱਢ ਲਵਾਂ। ਮਿਹਰਬਾਨ ਸਾਹਿਬ, ਇੱਕ ਮਿੰਟ ਸ਼ਬਦ ਆਇਆ, 724 ਅੰਗ ਤੇ ਹੈ ਤਲੰਗ ਰਾਗ। ਕੋਈ ਨਹੀਂ। ਕਰ ਬੰਦੇ ਤੂੰ ਬੰਦਗੀ, ਹਾਂਜੀ, ਤਿਲੰਗ ਮਹਿਲਾ ਪੰਜਵਾਂ ਘਰ ਤੀਜਾ, 724 ਅੰਗ ਦੇ ਉੱਤੇ ਸ਼ਬਦ ਹੈਗਾ, ਪੰਜਵੇਂ ਪਾਤਸ਼ਾਹ ਦਾ, ਤੀਜੇ ਘਰ ਦੇ ਵਿੱਚ ਇਸ ਨੂੰ ਗਾਇਨ ਕਰਨਾ ਹੈ। ਮਿਹਰਬਾਨ ਸਾਹਿਬ ਮਿਹਰਬਾਨ। ਸਾਹਿਬ ਦਾ ਮਤਲਬ ਮਾਲਕ, ਮਿਹਰਬਾਨ ਦਾ ਮਤਲਬ ਕਿਰਪਾਲੂ ਹੈ। ਸਾਹਿਬ ਮੇਰਾ ਮਿਹਰਬਾਨ, ਮੇਰਾ ਮਾਲਕ ਸਦਾ ਹੀ ਕਿਰਪਾਲੂ ਹੈ। ਜੀ ਸਗਲ ਕੋ ਦੇ ਦਾਨ, ਦਾਨ ਦਾ ਮਤਲਬ ਦਾਤਾਂ, ਉਹ ਸਾਰਿਆਂ ਨੂੰ ਦਾਤਾਂ ਦਿੰਦਾ ਹੈ। ਸਾਹਿਬ ਜਿਹੜਾ ਨਾ ਮਿਹਰਬਾਨ ਹੈ, ਉਹ ਕਹਿਰ ਨਹੀਂ ਕਰਦਾ ਤੇ ਸਾਰਿਆਂ ਨੂੰ ਦਾਤਾਂ ਦੇ ਰਿਹਾ। ਦੇਖੋ ਸਿਸਟਮ ਦੇ ਵਿੱਚ ਦੇ ਰਿਹਾ, ਚਾਹੇ ਨਿੱਕੇ ਜਿਹੇ ਬੈਕਟੀਰੀਏ ਤੋਂ ਲੈ ਕੇ ਵੱਡੇ ਸਾਰੇ ਹਾਥੀ ਤੱਕ, ਜੋ ਵੀ ਸਾਨੂੰ ਚਾਹੇ ਉਹ ਪੈਟਰੋਲੀਅਮ ਪਦਾਰਥ ਨੇ, ਲਵਣੀਏ, ਛਾਰੀਏ, ਕੋਈ ਵੀ ਨੇ, ਸਾਰਿਆਂ ਨੂੰ ਇਸ ਸਿਸਟਮ ਦੇ ਵਿੱਚੋਂ ਦੇਈ ਜਾ ਰਿਹਾ। ਔਰ ਉਹ ਮਿਹਰਬਾਨ ਹੈ, ਸਭ ਦੇ ਉੱਤੇ ਮਿਹਰ ਹੀ ਕਰਦਾ ਹੈ, ਰਹਿਮਤ ਹੀ ਕਰਦਾ ਹੈ। ਉਹਦੇ ਘਰ ਦੇ ਵਿੱਚ ਕਹਿਰ ਨਹੀਂ ਹੈ, ਸਿਰਫ ਅਸੀਂ ਰਹਿਮਤ ਦੇ ਪਾਤਰ ਬਣਨਾ ਹੈ। ਤੂੰ ਕਾਹੇ ਡੋਲਣਾ ਪ੍ਰਾਣੀਆਂ, ਤੂੰ ਰੱਖੇਗਾ ਸਿਰਜਣਹਾਰ। ਵੀ ਤੂੰ ਕਿਉਂ ਡੋਲਣਾ, ਤੈਨੂੰ ਰੱਬ ਰੱਖੇਗਾ। ਸਿਰਜਣਹਾਰ ਦਾ ਮਤਲਬ ਜੋ ਸਿਰਜਣ ਵਾਲਾ ਹੈ। ਹੁਣ ਇੱਥੇ ਰੱਖਣ ਦਾ ਮਤਲਬ ਇਹ ਨਹੀਂ ਕਿ ਤੇਰੀ ਮੌਤ ਨਹੀਂ ਹੋਏਗੀ। ਇੱਥੇ ਰੱਖਣ ਦਾ ਮਤਲਬ ਹੈ ਕਿ ਤੈਨੂੰ ਹਰ ਚਿੰਤਾ ਫਿਕਰ ਤੋਂ, ਮੁਸੀਬਤ ਤੋਂ ਰੱਬੀ ਗੁਣ ਬਚਾਣਗੇ। ਜੇ ਤੂੰ ਸਿਸਟਮ ਦੇ ਵਿੱਚ ਚੱਲੇਗਾ ਤਾਂ ਫਿਰ ਤੈਨੂੰ ਦੁੱਖਾਂ ਤੋਂ ਜਿਹੜਾ ਨਾ ਤੈਨੂੰ ਦੁੱਖਾਂ ਤੋਂ ਤੈਨੂੰ ਖਲਾਸੀ ਮਿਲੇਗੀ। ਰੱਬ ਤੈਨੂੰ ਆਪ ਬਚਾਏਗਾ। ਡੋਲ ਨਾ, ਸਿਸਟਮ ਨੂੰ ਫੋਲੋ ਕਰ। ਕਿਵੇਂ? ਜਿਵੇਂ ਮੈਂ ਝੂਠ ਬੋਲਦਾ ਵਾਂ, ਮੇਰੇ ਮਨ ਦੇ ਵਿੱਚ ਆਇਆ ਕਿ ਮੈਂ ਝੂਠ ਬੋਲਾਂ, ਪਰ ਜਦੋਂ ਮੈਂ ਗੁਰਬਾਣੀ ਨਾਲ ਜੁੜਿਆ ਹੋਵਾਂਗਾ ਤੇ ਅੰਦਰੋਂ ਆਵਾਜ਼ ਆਏਗੀ, ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਜਦੋਂ ਮੈਂ ਲਾਲਚ ਕਰਾਂਗਾ ਤਾਂ ਮੇਰੇ ਅੰਦਰੋਂ ਆਵਾਜ਼ ਆਏਗੀ, ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ। ਤਾਂ ਉਹ ਜੋ ਅੰਦਰ ਬਣਿਆ ਹੋਇਆ ਸੁਭਾਅ ਹੈ, ਅੰਦਰਲਾ ਜਿਹੜਾ ਬੈਠਾ ਰੱਬ ਹੈ, ਉਹ ਮੈਨੂੰ ਵਿਕਾਰਾਂ ਤੋਂ ਬਚਾਏਗਾ। ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ, ਜਿਨਨੇ ਤੈਨੂੰ ਪੈਦਾ ਕੀਤਾ ਹੈ, ਯਾਨੀ ਜਿਹਦੇ ਹੁਕਮ ਦੇ ਵਿੱਚ ਤੂੰ ਪੈਦਾ ਕੀਤਾ ਹੋਇਆ ਹੈ, ਸੋਈ ਦੇ ਆਧਾਰ, ਉਹ ਆਸਰਾ ਵੀ ਦੇਵੇਗਾ। ਆਸਰੇ ਦਾ ਮਤਲਬ ਬੇਸ। ਜਿਸ ਸਿਸਟਮ ਦੇ ਅੰਦਰ ਅਸੀਂ ਪੈਦਾ ਹੋਏ ਹਾਂ ਨਾ,
ਉਸ ਸਿਸਟਮ ਦੇ ਅੰਦਰ ਸਾਨੂੰ ਜੀਵਨ ਵੀ ਮਿਲੇਗਾ, ਖਾਣ ਲਈ ਪ੍ਰਸ਼ਾਦਾ ਵੀ ਮਿਲੇਗਾ, ਰੋਟੀ ਵੀ ਮਿਲੇਗੀ, ਸਿਸਟਮ ਦੇ ਵਿੱਚ ਮਿਲੇਗੀ। ਸਿਸਟਮ ਵਿੱਚ ਹੀ ਸਾਡਾ ਜਨਮ ਹੋਇਆ ਹੈ, ਸਿਸਟਮ ਦੇ ਅੰਦਰ ਸਾਨੂੰ ਆਧਾਰ ਬੇਸ ਵੀ ਮਿਲੇਗਾ। ਜਿਹਨੂੰ ਪਾਈ ਮੇਦਨੀ ਸੋਈ ਘਰ ਦਾ ਸਾਰ। ਜਿਨੇ ਸੰਸਾਰ ਪੈਦਾ ਕੀਤਾ, ਮੇਦਨੀ ਦਾ ਮਤਲਬ ਸ੍ਰਿਸ਼ਟੀ ਹੈ, ਸਾਰੀ ਦੁਨੀਆ, ਉਹ ਸਾਰ ਵੀ ਲੈਂਦਾ ਹੈ, ਸੰਭਾਲ ਵੀ ਕਰਦਾ ਹੈ। ਹੁਣ ਸੰਭਾਲ ਕਰਨ ਦਾ ਮਤਲਬ ਇਹ ਨਹੀਂ ਕਿ ਉਹ ਕੱਲੇ ਕੱਲੇ ਨੂੰ ਬ੍ਰੈਡ ਵਰਤਾਂਦਾ ਫਿਰਦਾ ਹੈ। ਉਹ ਸਿਸਟਮ ਦੇ ਵਿੱਚ ਸਾਰਾ ਜੋ ਕੁਛ ਪਾਇਆ ਸੋ ਏਕਾਵਾਰ, ਕਿ ਇੱਕ ਸਿਸਟਮ ਬਣਾ ਦਿੱਤਾ ਹੈ। ਉਹ ਸਿਸਟਮ ਦੇ ਅੰਦਰ ਸਾਰਿਆਂ ਦੀ ਸਾਰ ਹੋ ਰਹੀ ਹੈ, ਸਿਸਟਮ ਦੇ ਅੰਦਰ ਸਾਰਿਆਂ ਦੀ ਪਾਲਣਾ ਹੋ ਰਹੀ ਹੈ। ਸਿਸਟਮ ਤੋਂ ਬਾਹਰ ਕੁਝ ਨਹੀਂ ਹੋ ਰਿਹਾ। ਘਟ ਮਾਲਕ ਦਿਲਾਂ ਕਾ ਸੱਚਾ ਪਰਵਤਗਾਰ। ਹਰੇਕ ਸਰੀਰ ਵਿੱਚ ਵਸਣ ਵਾਲਾ ਦਿਲਾਂ ਦਾ ਮਾਲਕ ਹੈ ਤੇ ਉਹ ਸੱਚਾ ਹੈ। ਘਟ ਦੇ ਟੈਂਕੇ ਨਾਲ ਸਿਹਾਰੀ ਨਾ, ਘਟ ਦਾ ਮਤਲਬ ਹਰ ਹਿਰਦੇ ਵਿੱਚ, ਘਟ ਵਿੱਚ, ਹਿਰਦੇ ਵਿੱਚ, ਹਰ ਹਿਰਦੇ ਦੇ ਅੰਦਰ ਵਸ ਰਿਹਾ ਤੇ ਸੱਚਾ ਹੈ। ਪਰਵਤਗਾਰ ਦਾ ਮਤਲਬ ਪਾਲਣਾ ਕਰਨ ਵਾਲਾ ਹੈ। ਹੁਣ ਸੱਚਾ ਜਿਹੜਾ ਹੈ ਉਹ ਪਾਲਣਾ ਕਰਨ ਵਾਲਾ ਹੈ। ਰੱਬ ਕੀ ਇੱਕ ਸਚਾਈ ਹੈ, ਸੱਚਾ ਹੈ ਨਾ, ਰੱਬ ਸਚਾਈ ਹੈ। ਤੇ ਪਾਲਣਾ ਕਰਨ ਵਾਲਾ ਕਿਵੇਂ? ਵੀ ਜਦੋਂ ਅਸੀਂ ਸੱਚ ਦੇ ਨਾਲ ਜੁੜ ਜਾਵਾਂਗੇ ਤੇ ਸਾਡੇ ਆਤਮਿਕ ਜੀਵਨ ਦੀ ਪਾਲਣਾ ਹੋਏਗੀ, ਤੇ ਜਦੋਂ ਅਸੀਂ ਸੱਚ ਨਾਲ ਟੁੱਟਾਂਗੇ ਸਾਡੀ ਆਤਮਿਕ ਮੌਤ ਹੋਏਗੀ। ਕੁਦਰਤ ਕੀਮ ਨਾ ਜਾਣੀਏ ਵੱਡਾ ਬੇਪਰਵਾਹ। ਮਾਲਕ ਦੀ ਕੁਦਰਤ ਦਾ ਮੁੱਲ ਨਹੀਂ ਪੈ ਸਕਦਾ, ਉਹ ਸਭ ਤੋਂ ਵੱਡਾ ਹੈ, ਬੇਪਰਵਾਹ ਹੈ, ਉਹਨੂੰ ਕਿਸੇ ਦੀ ਮੁਤਾਜੀ ਨਹੀਂ ਹੈ। ਜਿਹੜੀ ਆ ਕੁਦਰਤ ਹੈ ਜਾਂ ਦਾਤਾਂ ਨੇ, ਇਹਦੀ ਕੀਮਤ ਨਹੀਂ ਪਾਈ ਜਾ ਸਕਦੀ, ਯਾਨੀ ਕਿਸੇ ਕੀਮਤ ਦੇ ਨਾਲ ਇਹਨਾਂ ਨੂੰ ਖਰੀਦਿਆ ਨਹੀਂ ਜਾ ਸਕਦਾ। ਫਾਰ ਐਗਜ਼ਾਮਪਲ, ਤੁਸੀਂ ਜ਼ਮੀਨ ਖਰੀਦਦੇ ਹੋ, ਤੁਹਾਡੇ ਲਾਗੇ ਜ਼ਮੀਨ ਹੈ ਤੇ ਉਹ ਵਿਕ ਰਹੀ ਹੈ 5 ਲੱਖ ਦੀ, ਲੇਕਿਨ ਤੁਸੀਂ ਬੋਲੀ ਵਧਾ ਕੇ ਤੇ ਬੋਲੀ ਦੇ ਉੱਤੇ ਤੁਸੀਂ ਉਹ 5 ਲੱਖ ਦੀ ਜ਼ਮੀਨ 5 ਕਰੋੜ ਦੀ ਖਰੀਦ ਲਈ, 5 ਕਰੋੜ ਤੱਕ ਬੋਲੀ ਵਧਾ ਕੇ ਖਰੀਦ ਲਈ। ਤੇ ਹੁਣ ਤੁਸੀਂ ਜ਼ਮੀਨ ਨੂੰ ਇਹ ਕਹੋ ਕਿ ਇਹ ਜ਼ਮੀਨ ਤੇਰੀ ਕੀਮਤ ਸਿਰਫ 5 ਲੱਖ ਸੀ, ਤੇ ਮੈਂ ਦੇਖ ਤੇਰੀ ਕੀਮਤ 5 ਕਰੋੜ ਤੱਕ ਪਹੁੰਚਾ ਦਿੱਤੀ ਹੈ, ਤੇ ਹੁਣ ਮੈਂ ਤੇਰੇ ਵਿੱਚ ਜੌਂ ਬੀਜਾਂਗਾ ਤੇ ਤੂੰ ਕਣਕ ਪੈਦਾ ਕਰੀਂ, ਤਾਂ ਕੀ ਐਵੇਂ ਹੋ ਜਾਏਗਾ? ਨਹੀਂ ਹੋ ਸਕਦਾ। ਤੁਸੀਂ 10 ਕਰੋੜ ਦੀ ਵੀ ਖਰੀਦ ਲਓ, ਫਿਰ ਜੌਂ ਬੀਜੋਗੇ ਤੇ ਜੌਂ ਹੀ ਪੈਦਾ ਹੋਣਗੇ, ਕਣਕ ਬੀਜੋਗੇ ਕਣਕ ਹੀ ਪੈਦਾ। ਯਾਨੀ ਇਹ ਕੁਦਰਤ ਦੇ ਸਿਸਟਮ ਨੂੰ ਖਰੀਦਿਆ ਨਹੀਂ ਜਾ ਸਕਦਾ, ਕਿਸੇ ਕੀਮਤ ਤੇ ਨਹੀਂ ਬਦਲਿਆ ਜਾ ਸਕਦਾ। ਵੱਡਾ ਬੇਪਰਵਾਹ ਦਾ ਮਤਲਬ ਬੇਮੁਤਾਜ ਹੈ, ਉਹਨੂੰ ਕਿਸੇ ਦੀ ਮੁਤਾਜੀ ਨਹੀਂ ਹੈ। ਪਰ ਬੰਦੇ ਤੂੰ ਬੰਦਗੀ ਜਿੱਚਰ ਘਟ ਮੈਂ ਸਾਹ। ਸਾਹ ਦਾ ਮਤਲਬ ਸਵਾਸ, ਯਾਨੀ ਜਦੋਂ ਤੱਕ ਤੇਰੇ ਸਰੀਰ ਵਿੱਚ ਸਵਾਸ ਚੱਲਦੇ ਨੇ, ਜਦੋਂ ਤੱਕ ਤੇਰੀ ਜ਼ਿੰਦਗੀ ਹੈ। ਬੰਦਗੀ ਦਾ ਮਤਲਬ ਕਿ ਤੂੰ ਰੱਬੀ ਰਜ਼ਾ ਦੇ ਵਿੱਚ ਤੁਰ, ਰੱਬੀ ਗੁਣਾਂ ਨੂੰ ਗਾ, ਸਤ ਸੰਤੋਖ ਦਾ ਧਾਰਨੀ ਹੋ। ਤੂੰ ਸਮਰੱਥ ਅਕਥ ਅਗੋਚਰ ਜੀਓ ਪਿੰਡ ਤੇਰੀ ਰਾਸ। ਸਮਰੱਥ ਦਾ ਮਤਲਬ ਤਾਕਤਾਂ ਦਾ ਮਾਲਕ, ਅਕਥ ਦਾ ਮਤਲਬ ਜਿਹਨੂੰ ਕਥਿਆ ਨਾ ਜਾ ਸਕੇ, ਜਿਹਦੇ ਗੁਣਾਂ ਦਾ ਅੰਤ ਨਾ ਪਾਇਆ ਜਾ ਸਕੇ। ਅਗੋਚਰ ਦਾ ਮਤਲਬ ਅ ਪਲਸ ਗੋ ਪਲਸ ਚਰ। ਗੋ ਦਾ ਮਤਲਬ ਗਿਆਨ ਇੰਦਰ, ਜਿੱਥੋਂ ਤੱਕ ਸਾਡੇ ਗਿਆਨ ਇੰਦਰੀਆਂ ਦੀ ਪਹੁੰਚ ਪਕੜ ਨਹੀਂ ਹੈ, ਤੂੰ ਉਹ ਹੈ। ਇਹ ਜੀਓ ਪਿੰਡ ਯਾਨੀ ਜਿੰਦ ਜਾਨ, ਇਹ ਸਾਰੀ ਤੇਰੀ ਰਾਸ ਪੂੰਜੀ ਹੈ, ਯਾਨੀ ਇਹ ਤੇਰੀ ਦਿੱਤੀ ਹੋਈ ਦਾਤ। ਰਹਿਮ ਤੇਰੀ ਸੁਖ ਪਾਇਆ ਸਦਾ, ਨਾਨਕ ਕੀ ਅਰਦਾਸ। ਰਹਿਮ ਤੇਰੀ ਸੁਖ ਪਾਇਆ ਸਦਾ, ਨਾਨਕ ਕੀ ਅਰਦਾਸ। ਜਿਸ ਮਨੁੱਖ ਤੇ ਤੇਰੀ ਰਹਿਮਤ ਹੋ ਜਾਂਦੀ ਹੈ, ਉਹ ਹਮੇਸ਼ਾ ਸੁਖ ਪਾਉਂਦਾ ਹੈ। ਤੇ ਮੇਰੀ ਤੇਰੇ ਚਰਨਾਂ ਵਿੱਚ ਇਹੀ ਅਰਦਾਸ ਹੈ ਕਿ ਮੈਂ ਵੀ ਤੇਰੀ ਰਜ਼ਾ ਦੇ ਵਿੱਚ ਤੁਰ ਕੇ ਤੇਰੀ ਰਹਿਮਤ ਦਾ ਪਾਤਰ ਬਣ ਸਕਾਂ। ਤਾਂ ਇਹ ਸਾਰੇ ਸ਼ਬਦ ਦੇ ਅੰਦਰ ਜੋ ਸਾਨੂੰ ਸਮਝਾਇਆ ਗਿਆ ਹੈ ਉਹ ਇਹ ਕਿ ਕੁਦਰਤ ਦੇ ਅੰਦਰ ਵਸਤਾ ਕਰਤਾ ਆਪ ਰਹਿਮਤਵਾਨ ਹੈ, ਦਇਆਵਾਨ ਹੈ, ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ। ਉਹਦੇ ਹੁਕਮ ਦੇ ਅੰਦਰ ਸਾਰੀ ਸ੍ਰਿਸ਼ਟੀ ਦੀ ਉਤਪਤੀ, ਲੈਤਾ ਔਰ ਪਾਲਣਾ ਹੁੰਦੀ ਹੈ, ਤੇ ਉਸ ਹੁਕਮ ਦੇ ਅੰਦਰ ਜੀ ਕੇ ਹੀ ਅਸੀਂ ਆਪਣੇ ਜੀਵਨ ਨੂੰ ਸੁਖੀ ਔਰ ਸ਼ਾਂਤ ਕਰ ਸਕਦੇ ਹਾਂ। ਮੈਨੂੰ ਇਹ ਸ਼ਬਦ ਦੇ ਅਰਥ ਐਵੇਂ ਸਮਝ ਆਉਂਦੇ ਨੇ। ਤੇ ਗਗਨਦੀਪ ਜੀ, ਤੁਹਾਡੇ ਕੀ ਵਿਚਾਰ ਨੇ? ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ। ਮੈਨੂੰ ਜੋ ਭਾਈ ਸਾਹਿਬ ਸਿੰਘ ਜੀ ਨੇ ਅਰਥ ਕੀਤੇ ਆ, ਮੈਨੂੰ ਉਹ ਸਹੀ ਲੱਗੇ ਮੇਰੇ ਹਿਸਾਬ ਨਾਲ। ਹਾਂਜੀ, ਜੋ ਭਾਈ ਸਾਹਿਬ ਸਿੰਘ ਜੀ ਦੇ, ਹਾਂਜੀ ਕੋਈ ਗੱਲ ਨਹੀਂ, ਮੈਂ ਵੀ ਉਹੀ ਤੁਹਾਨੂੰ ਪੜ੍ਹ ਕੇ ਸੁਣਾ ਰਿਹਾ ਸੀ, ਤੁਹਾਨੂੰ ਉਹ ਠੀਕ ਲੱਗੇ ਨੇ ਤਾਂ ਵਧੀਆ।
ਇਹ 'ਚ ਕੋਈ ਗੱਲ ਉਹ ਨਹੀਂ ਬਹੁਤ ਵਿਚਾਰਾਂ ਵਧੀਆ ਵਿੱਚ। ਹਾਂ ਬਹੁਤ ਵਧੀਆ ਜੀ, ਤੁਸੀਂ ਬਹੁਤ ਵਧੀਆ ਐਕਸਪਲੇਨ ਕੀਤਾ। ਹਾਂਜੀ ਕੋਈ ਨਾ, ਜੇ ਹੈਲੋ। ਕਿਤੇ ਵਿਚਾਰਾਂ ਵਿੱਚ ਮਤਭੇਦ ਵੀ ਹੋਵੇ ਤਾਂ ਵੀ ਕੋਈ ਗੱਲ ਨਹੀਂ, ਮੇਰੇ ਨਾਲ ਸਹਿਮਤ ਹੋਣਾ ਕੋਈ ਜ਼ਰੂਰੀ ਨਹੀਂ ਹੈ, ਤੇ ਇਹਨਾਂ ਨਹੀਂ, ਜ਼ਰੂਰ ਤੁਸੀਂ ਵੇਖਣਾ ਕਿ ਆਪਾਂ ਜੋ ਸਿਸਟਮ ਦੀ ਗੱਲ ਕੀਤੀ ਉਹ ਬਿਲਕੁਲ ਸਹੀ ਆ, ਉਹ ਤੋਂ ਬਾਹਰ ਨਹੀਂ ਹੋ ਸਕਦਾ ਬੰਦਾ। ਹਾਂ ਬਸ ਇਹ ਚੀਜ਼ਾਂ ਥੋੜ੍ਹੀਆਂ ਜਿਹੀਆਂ ਸਮਝਣ ਵਾਲੀਆਂ ਨੇ। ਧੰਨਵਾਦ। ਠੀਕ ਹੈ ਜੀ ਗਗਨਦੀਪ ਸਿੰਘ ਜੀ, ਜੇ ਹੋਰ ਕਿਸੇ ਨੇ ਵੀ ਇਹਦੇ ਬਾਰੇ ਕੋਈ, ਸੁਰਿੰਦਰ ਕੌਰ ਜੀ ਤੁਸੀਂ ਅਨਮਿਊਟ ਹੋ, ਹਾਂਜੀ ਤੁਸੀਂ ਗੱਲ ਕਰੋ ਜੀ ਇਹਦੇ ਬਾਰੇ। ਮੇਰੇ ਮਨ ਦੇ ਵਿੱਚ ਇੱਕ ਛੋਟਾ ਜਿਹਾ ਵਿਚਾਰ ਆਇਆ ਕਿ ਆਪਾਂ ਕਹਿੰਦੇ ਹਾਂ ਸਿਸਟਮ ਦੇ ਅੰਦਰ ਜੋ ਕੁਝ ਹੋ ਰਿਹਾ ਹੈ ਉਹ ਵੀ ਠੀਕ ਹੈ, ਤੇ ਅੱਜ ਕੱਲ ਹੁਣ ਕਈ ਵਾਰੀ ਸਾਇੰਟਿਸਟ ਦੀ ਨੌਲੇਜ ਦੇ ਨਾਲ ਆਪਾਂ ਜੈਨੇਟਿਕਲੀ ਮੋਡੀਫਾਈਡ ਫੂਡ ਵਗੈਰਾ ਤਿਆਰ ਕਰ ਰਹੇ ਹਾਂ, ਤੇ ਹੋਰ ਉਹ ਠੀਕ ਤਾਂ ਨਹੀਂ ਹੈ ਸ਼ਾਇਦ, ਉਹ ਪਤਾ ਨਹੀਂ ਉਹਦਾ ਇਫੈਕਟ ਕੀ ਹੋਏਗਾ 10 ਸਾਲ ਤੱਕ 20 ਸਾਲ ਤੱਕ। ਇੱਥੇ ਤਾਂ ਨਹੀਂ, ਖੈਰ ਅਮਰੀਕਾ ਦੇ ਵਿੱਚ ਤਾਂ ਬਹੁਤ ਜ਼ਿਆਦਾ ਹੈ, ਤੇ ਇਹ ਫਿਰ ਉਹ ਗਲਤ ਨਹੀਂ ਕਰ ਰਹੇ, ਤੇ ਸਿਸਟਮ ਦੇ ਵਿੱਚ ਹੀ ਕਰ ਰਹੇ ਗਲਤ ਚੀਜ਼ਾਂ। ਕਿਵੇਂ ਹੋ ਰਿਹਾ, ਜਿਵੇਂ ਗੋਭੀ ਦਾ ਫੁੱਲ ਹੋਵੇ ਤੇ ਉਹਦੇ ਵਿੱਚ ਗਾਜਰ ਦੇ DNA ਪਾ ਕੇ ਜਾਂ ਉਹਦੀ ਜੈਨੇਟਿਕ ਜੀਨਸ ਚੇਂਜ ਕਰਕੇ ਉਹ ਏਦਾਂ ਪ੍ਰੋਡਿਊਸ ਕਰੀ ਜਾਂਦੇ ਆ, ਤੇ ਹੋਰ ਮਾਸ ਪ੍ਰੋਡਕਸ਼ਨ ਲਈ ਬਹੁਤ ਜ਼ਿਆਦਾ ਪ੍ਰੋਡਕਸ਼ਨ। ਇਹਦੇ ਬਾਰੇ ਕੋਈ ਕੀ ਵਿਚਾਰ ਗਿਆਨੀ ਜੀ ਜੇ ਸਮਝਾ ਸਕਣ ਤਾਂ ਥੋੜਾ ਜਿਹਾ। ਵੀਰ ਜੀ ਤ੍ਰਿਲੋਚਨ ਸਿੰਘ ਜੀ, ਮੈਨੂੰ ਨਾ ਭੈਣ ਜੀ ਦੀ ਗੱਲ ਸਮਝ ਨਹੀਂ ਆਈ, ਥੋੜੀ ਆਵਾਜ਼ ਦੀ ਪ੍ਰੋਬਲਮ ਆ ਰਹੀ, ਤੁਸੀਂ ਦੱਸੋਗੇ ਉਹਨਾਂ ਨੇ ਕੀ ਕਿਹਾ ਜਰਾ? ਹਾਂਜੀ, ਇਹਨਾਂ ਨੇ ਇਹ ਕਿਹਾ ਜੀ ਕਿ ਅੱਜ ਦੇ ਯੁੱਗ ਦੇ ਵਿੱਚ ਜਿਹੜੇ ਸਾਇੰਟਿਸਟ ਆ ਨਾ, ਜਿੱਦਾਂ ਆਪਣੇ ਪੇਂਦ ਚਾੜ੍ਹਦੇ ਦੀ ਹੁੰਦੀ ਸੀਗੀ ਇੰਡੀਆ ਦੇ ਵਿੱਚ, ਤੇ ਉਹ ਇੱਕ ਹਾਂਜੀ, ਪਤਾ ਨਹੀਂ ਮੇਰੀ ਆਵਾਜ਼ ਤੁਹਾਨੂੰ ਆ ਨਹੀਂ ਰਹੀ ਪ੍ਰੋਪਰਲੀ ਜੀ? ਆ ਰਹੀ, ਹੁਣ ਆ ਰਹੀ। ਹਾਂਜੀ ਅੱਛਾ ਆ ਰਹੀ। ਮੈਂ ਏਦਾਂ ਕਰੂੰਗਾ, ਮੈਂ ਭੈਣ ਜਗਜੀਤ ਕੌਰ, ਕਿਉਂਕਿ ਉਹਨਾਂ ਦੀ ਆਵਾਜ਼ ਬਹੁਤ ਲਾਊਡ ਆ, ਜੇ ਤੁਸੀਂ ਐਕਸਪਲੇਨ ਕਰਨਾ ਤਾਂ ਤੁਸੀਂ ਕਰ ਦਿਓ। ਜਗਜੀਤ ਕੌਰ ਜੀ। ਨਹੀਂ ਤੁਸੀਂ ਬੋਲ ਰਹੇ ਹੋ, ਤੁਹਾਡੀ ਆਵਾਜ਼ ਆ ਰਹੀ, ਠੀਕ, ਤੁਸੀਂ ਬੋਲੋ। ਠੀਕ ਹੈ ਜੀ, ਮੈਂ ਇਹ ਕਹਿਣ ਲੱਗਾ ਸੀਗਾ ਜੀ ਵੀ ਜਿੱਦਾਂ ਆਪਣੇ ਇੰਡੀਆ ਦੇ ਵਿੱਚ ਜਿਹੜੇ ਕਿਸਾਨ ਭਾਈ ਹੈਗੇ, ਆਪਾਂ ਜਦੋਂ ਆਪਾਂ ਕਿਸੇ ਪੇਂਦ ਚਾੜੀ ਦੀ ਹੁੰਦੀ ਆ ਕਿਸੇ ਚੀਜ਼ ਦਾ, ਉਹਨੂੰ ਮਤਲਬ ਉਹਨੂੰ ਕਹਿ ਲਓ ਉਹਦੀ ਨਸਲ ਬਦਲਣੀ ਹੁੰਦੀ ਆ, ਤੇ ਉਹਦੇ ਵਾਸਤੇ ਅਸੀਂ ਪੇਂਦ ਚਾੜ ਦੇਈਦੀ ਆ, ਠੀਕ ਹੈ ਜੀ। ਤੇ ਉਹ ਜਿੱਦਾਂ ਇਹ ਕਹਿੰਦੇ ਸੀਗੇ, ਭੈਣ ਕਹਿੰਦੀ ਸੀਗੀ ਵੀ ਜਿੱਦਾਂ ਗੋਭੀ ਦੇ ਫੁੱਲ ਦੇ ਵਿੱਚ ਗਾਜਰਾਂ ਦਾ ਬੀਜ ਕਹਿ ਲਓ ਪਾ ਦਈਏ ਜਾਂ ਕਿਸ ਤਰ੍ਹਾਂ ਨਾ, ਤੇ ਉਹ ਤੁਸੀਂ ਉਹਦੀ ਨਸਲ ਵਿਗਾੜ ਰਹੇ ਆ। ਵੀ ਇਹ ਕਿਆ ਮਤਲਬ ਸਿਸਟਮ ਦੇ ਨਾਲ ਹੀ ਚੱਲ ਰਿਹਾ ਜਾਂ ਇਹ ਗਲਤ ਕੰਮ ਕਰ ਰਹੇ ਹੋ? ਨਹੀਂ, ਉਹ ਸਿਸਟਮ ਦੇ ਵਿੱਚ ਨਾ ਦਖਲ ਅੰਦਾਜ਼ੀ ਨਹੀਂ ਦੇ ਰਹੇ, ਨਾ ਹੀ ਉਹ ਗਲਤ ਕਰ ਰਹੇ ਆ। ਉਹ ਜਿਹੜਾ ਚੇਂਜਿੰਗ ਹੋ ਰਹੀ ਉਹ ਵੀ ਇੱਕ ਸਿਸਟਮ ਦੇ ਵਿੱਚ ਹੀ ਹੋ ਰਹੀ ਹੈ, ਜਿਹੜੀ ਸਿਸਟਮ ਦੇ ਵਿੱਚ ਚੇਂਜਿੰਗ ਨਹੀਂ ਹੋਏਗੀ ਉਹ ਹੋਏਗੀ ਹੀ ਨਹੀਂ। ਜਿਵੇਂ ਨਾ ਹੁਣ ਕੁਝ ਮਤਲਬ ਇਹੋ ਜਿਹੀ ਰਿਸਰਚ ਕੀਤੀ ਗਈ ਕਿ ਜਦੋਂ ਤੁਸੀਂ ਬੀਜੋਗੇ ਆਲੂ, ਤੇ ਉਹਦੇ ਵਿੱਚੋਂ ਥੱਲੇ ਆਲੂ ਨਿਕਲਣਗੇ ਤੇ ਉੱਤੇ ਉਹਨੂੰ ਟਮਾਟਰ ਲੱਗੇ ਹੋਣਗੇ, ਤਾਂ ਇਹ ਸਿਸਟਮ ਦੇ ਵਿੱਚ ਹੀ ਹੈ। ਜਿਵੇਂ ਅਸੀਂ ਕਈ ਵਾਰੀ ਪਿਉਂਦ ਲਾ ਦਿੰਦੇ ਆ ਵੀ ਆੜੂਆਂ ਦੇ ਪੇਟ ਦੇ ਨਾਲ ਦੂਜਾ ਤੀਜਾ, ਤੋਂ ਪਿਉਂਦ ਲੱਗ ਗਈ ਨਾ, ਤਾਂ ਉਹ ਹੈ ਸਿਸਟਮ ਦੇ ਵਿੱਚ ਹੀ ਹੈ। ਜੇ ਉਸ ਸਿਸਟਮ ਦੇ ਵਿੱਚ ਉਹ ਚੀਜ਼ ਨਾ ਹੁੰਦੀ ਤਾਂ ਹੋਣੀ ਹੀ ਨਹੀਂ ਸੀ। ਜਿਵੇਂ DNA ਕਿਸੇ ਦਾ ਚੇਂਜ ਕਰਨਾ ਹੈ, ਕਿਸੇ ਵੀ ਚੀਜ਼ ਦਾ, ਜਿਵੇਂ ਕਣਕ ਦਾ ਜਾਂ ਕਿਸੇ ਦਾ, ਤਾਂ ਉਹ ਸਿਸਟਮ ਤੋਂ ਬਿਨਾਂ ਹੋਏਗਾ ਨਹੀਂ, ਉਹ ਸਾਰਾ ਸਿਸਟਮ ਦੇ ਵਿੱਚ ਹੀ ਹੈ। ਹਾਂ, ਅਗਲੀ ਗੱਲ, ਉਹਦਾ ਸਾਡੀ ਸਿਹਤ ਦੇ ਉੱਤੇ ਕੀ ਮਤਲਬ ਉਹਦੇ ਸਾਈਡ ਇਫੈਕਟ ਹੋਣਗੇ, ਉਹ ਇੱਕ ਵੱਖਰਾ ਟੌਪਿਕ ਹੈ, ਤੇ ਜਿਹੜੇ ਉਹ ਸਾਈਡ ਇਫੈਕਟ ਹੋਣਗੇ ਉਹ ਵੀ ਸਾਰੇ ਸਿਸਟਮ ਦੇ ਵਿੱਚ ਹੀ ਹੋਣਗੇ। ਤਾਂ ਇਸ ਲਈ ਉਹ ਪੈਨ ਜਿਹੜਾ ਨਾ, ਸਿਸਟਮ ਤੋਂ ਬਾਹਰ ਕੁਝ ਹੋ ਹੀ ਨਹੀਂ ਸਕਦਾ। ਥੈਂਕ ਯੂ। ਸ਼ਾਇਦ ਤੁਸੀਂ ਸਹਿਮਤ ਹੋ ਗਏ ਹੋਗੇ ਇਸ ਚੀਜ਼ ਨਾਲ। ਹਾਂਜੀ, ਹੁਣ ਮੈਨੂੰ ਯਾਦ ਆ ਗਿਆ। ਥੈਂਕ ਯੂ ਜੀ। ਕਿਉਂਕਿ ਆਪਣੇ ਵੱਲੋਂ ਤਾਂ ਉਹ ਕੁਝ ਵੀ ਨਹੀਂ ਕਰ ਸਕਦੇ, ਉਹ ਸਿਸਟਮ ਬਣਿਆ ਹੋਊਗਾ, ਉਹਨੂੰ ਤੁਸੀਂ ਮਤਲਬ ਉਹਨੂੰ ਯੂਜ਼ ਕਰਕੇ ਤੁਸੀਂ ਉਹਨੂੰ ਮਤਲਬ ਚੰਗਾ ਜਾਂ ਮਾੜਾ ਜੋ ਵੀ ਕਰ ਸਕਦੇ ਆ। ਚੰਗਾ ਮਾੜਾ ਸਾਡੀ ਨਿਗਾਹ ਦੇ ਵਿੱਚ ਆ ਨਾ, ਜੇ ਸਾਡੀ ਸਿਹਤ ਲਈ ਚੰਗੀ ਚੀਜ਼ ਨਹੀਂ ਹੈਗੀ ਤਾਂ ਉਹਨੂੰ ਤੁਸੀਂ ਕਹਿੰਦੇ ਵੀ ਗਲਤ ਕੰਮ ਕੀਤਾ ਇਹਨਾਂ ਨੇ, ਪਰ ਹੋ ਰਿਹਾ ਸਾਰਾ ਸਿਸਟਮ ਦੇ ਵਿੱਚ ਹੀ। ਤੇ ਸਾਡੇ ਨਾਲ ਇੱਕ ਸੈਕਿੰਡ, ਸਿਸਟਮ ਦੇ ਵਿੱਚ ਜੋ ਹੈ ਨਾ ਉਹ ਹੀ ਹੋ ਰਿਹਾ। ਸਿਰਫ ਜਿੰਨੇ ਵੀ ਸਾਇੰਟਿਸਟ ਨੇ ਉਹਨਾਂ ਨੇ ਸਿਸਟਮ ਦੀ ਖੋਜ ਕੀਤੀ ਹੈ, ਸਿਸਟਮ ਨੂੰ ਸਮਝਿਆ, ਤੇ ਸਿਸਟਮ ਨੂੰ ਸਮਝ ਕੇ ਉਹਨਾਂ ਨੇ ਜਿੰਨਾ ਵੀ ਰਿਸਰਚ ਵਗੈਰਾ ਕੀਤੀਆਂ ਨੇ, ਬਣਾਇਆ ਜੋ ਕੁਝ ਵੀ, ਉਹ ਸਿਸਟਮ ਵਿੱਚ ਪਹਿਲਾਂ ਮੌਜੂਦ ਹੈਗਾ, ਔਰ ਜੋ ਕੁਝ ਵੀ ਹੋਏਗਾ ਸਿਸਟਮ ਦੇ ਵਿੱਚ ਹੀ ਹੋਏਗਾ, ਰਜਾ ਦੇ ਵਿੱਚ, ਪਾਣੇ ਦੇ ਵਿੱਚ। ਥੈਂਕ ਯੂ ਜੀ। ਤੇ ਸਾਡੇ ਨਾਲ 2 ਜਣੇ ਹੋਰ ਅਨਮਿਊਟ ਹੋਏ ਆ ਜੀ, ਮੈਨੂੰ ਉਹਨਾਂ ਦਾ ਪਹਿਲੇ ਤਾਂ ਪਤਾ ਨਹੀਂ ਹੈਗਾ। ਇੱਕ ਹੈਗੇ ਆਈਫੋਨ ਤੇ ਜਿਹੜੇ ਅਨਮਿਊਟ ਹੋਏ ਜੀ, ਉਹ ਆਪਣਾ ਮਤਲਬ ਗੱਲ ਕਰਨ। ਹਾਂਜੀ ਹੈਲੋ ਆਈਫੋਨ ਵਾਲੇ ਜੀ, ਇਸੇ ਕਰਕੇ ਕਹਿੰਦੇ ਹੋ ਜੀ ਨਾਂ ਲਿਖ ਲਿਆ ਕਰੋ ਤਾਂ ਕਿ ਸਾਨੂੰ ਪਤਾ ਲੱਗੇ ਕਿ ਇਹਨਾਂ ਗੱਲ ਕਰ ਰਹੇ ਆ।
ਆਈਫੋਨ? ਨਹੀਂ ਜੀ, ਠੀਕ ਆ। ਆਪਣੇ ਨੀਨਾ ਜੀ ਹੋਏ ਆ ਅਨਮਿਊਟ, ਉਹਨਾਂ ਨੇ ਵੀ ਕੋਈ ਇਸੇ ਟੌਪਿਕ ਤੇ ਗੱਲ ਕਰਨੀ ਤੇ ਕਰ ਲਓ। ਹਾਂਜੀ ਭਾਈ ਸਾਹਿਬ ਜੀ, ਤੁਸੀਂ ਦੱਸਿਆ ਹਾਥੀ ਬਿਰਤੀ, ਸੱਪ ਬਿਰਤੀ, ਹੋਰ ਕਿਹੜੀਆਂ ਬਿਰਤੀਆਂ ਦੱਸ? ਹੋਰ 3 ਬਿਰਤੀਆਂ ਹੋਰ ਕਿਹੜੀਆਂ? ਹੋਰ ਪੈਣਾ ਖੋਤੇ ਵਾਲੀ ਬਿਰਤੀ ਹੈ, ਜਦੋਂ ਬੇਵਕੂਫੀਆਂ ਅਸੀਂ ਕਰਦੇ ਹਾਂ। ਅੱਛਾ, ਖੋਤੇ ਦੀ, ਜਾਂਦੇ ਜਾਂਦੇ ਠੀਕ ਹੈ, ਸੜਕ ਦੇ ਉੱਤੇ ਕਿਸੇ ਦੀ ਕਾਰ ਨੂੰ ਮੁੱਕਾ ਮਾਰ ਕੇ ਕਿਸੇ ਦਾ ਸ਼ੀਸ਼ਾ ਭੰਨ ਗਏ, ਠੀਕ ਹੈ, ਜਾਂ ਹਾਂਜੀ ਮਤਲਬ ਕਿ ਠੁੱਡਾ ਮਾਰ ਕੇ ਕੁਝ ਹੋਰ ਕਰ ਗਏ। ਹਾਂਜੀ ਹਾਂਜੀ। ਤੇ ਇਸੇ ਤਰ੍ਹਾਂ ਜਿਵੇਂ ਅਸੀਂ ਚੁਗਲੀਆਂ ਕਰਕੇ ਕਾਂ ਕਾਂ ਕਰਦੇ ਰਹੇ, ਤਾਂ ਉਹ ਕਾਂ ਵਾਲੀ ਬਿਰਤੀ ਆ ਗਈ। ਕਾਂ ਵਾਲੀ, ਜਿਵੇਂ ਹਾਂਜੀ ਸਾਨੂੰ ਹਾਂਜੀ ਕਿਹਾ ਵੀ ਇੱਧਰ ਜਾਣਾ, ਚਲੇ ਅਸੀਂ ਦੂਜੇ ਪਾਸੇ ਗਏ, ਤਾਂ ਉਹ ਮਸਤ ਝੂਟੇ ਵਾਲੀ ਬਿਰਤੀ ਆ ਗਈ। ਮਾਤਾ ਭੈਂਸਾ ਅਮੂਹਾਂ ਜਾਏ। ਤੇ ਜਦੋਂ ਅਸੀਂ ਗੁਰਮਤ ਤੋਂ ਉਲਟ ਗਿਆਨ ਤੋਂ ਚੱਲਦੇ ਹਾਂ, ਗੁਰਮੰਤਰਹੀਣ ਜੋ ਪ੍ਰਾਣੀ ਤ੍ਰਿਗੰਤ ਜਨਮ ਪ੍ਰਸ਼ਟਣੈ, ਕੂਕਰੈ ਸੂਕਰੈ ਗਰਦ ਬੈ, ਕਾਕੈ ਸਰਪਨੈ ਤੁਲ ਖਲੇ। ਆਪਣੇ ਬੱਚਿਆਂ ਵਾਸਤੇ ਸੁੱਖ ਸਹੂਲਤਾਂ ਪੈਦਾ ਕਰਨ ਲਈ ਕਿਸੇ ਦੂਜਿਆਂ ਦੇ ਬੱਚਿਆਂ ਦੇ ਹੱਕ ਆ ਗਏ, ਉਦੋਂ ਸਾਡੇ ਅੰਦਰ ਸੂਰ ਵਾਲੀ ਬਿਰਤੀ ਪੈਦਾ ਹੋ ਗਈ। ਤਾਂ ਇਹ ਸਾਰੀਆਂ ਬਿਰਤੀਆਂ ਸਾਡੇ ਅੰਦਰ ਬੰਦਿਆਂ ਦੇ ਬਣਦੀਆਂ ਰਹਿੰਦੀਆਂ, ਇਹ ਔਰ ਇਹਨਾਂ ਤੋਂ ਬਚਿਆ ਜਾ ਸਕਦਾ ਜੇ ਅਸੀਂ ਥੋੜੀ ਜਿਹੀ ਟਰਾਈ ਕਰੀਏ। ਥੋੜੀ ਜਿਹੀ ਟਰਾਈ ਕਰਨ ਦੇ ਨਾਲ ਹਰ ਇਨਸਾਨ ਚੰਗਾ ਇਨਸਾਨ ਬਣ ਸਕਦਾ ਹੈ। ਹਾਂਜੀ ਭਾਈ ਸਾਹਿਬ, ਅਗੋਚਰ, ਅਗੋਚਰ ਦਾ ਕੀ ਮਤਲਬ ਹੈ? ਅਗੋਚਰ ਦਾ ਮਤਲਬ ਹੈਗਾ ਅ ਪਲਸ ਗੋ ਪਲਸ ਚਰ, ਜਿੱਥੋਂ ਤੱਕ ਸਾਡੀਆਂ ਗਿਆਨ ਇੰਦਰੀਆਂ ਦੀ ਪਹੁੰਚ ਪਕੜਨਾ ਹੋਵੇ, ਯਾਨੀ ਜਿਹਦੀ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ। ਅੱਛਾ ਅੱਛਾ। ਤੇ ਜਿਉਪਿੰਡ? ਹਾਂਜੀ, ਜਿਉਪਿੰਡ, ਜਿਉਪਿੰਡ। ਜੀਓਪਿੰਡ, ਜੀਓਪਿੰਡ, ਪਿੰਡ ਦਾ ਮਤਲਬ ਸਰੀਰ, ਜੀਓ ਦਾ ਮਤਲਬ ਜਾਨ। ਠੀਕ ਹੈ ਜੀ, ਹਾਂਜੀ, ਥੈਂਕ ਯੂ ਜੀ। ਓਕੇ ਜੀ। ਸਤਨਾਮ ਕੌਰ ਜੀ, ਤੁਸੀਂ ਵੀ ਅਨਮਿਊਟ ਹੋਏ ਆ। ਹਾਂਜੀ ਭਾਈ ਸਾਹਿਬ ਜੀ, 5 बरस को अनाथ ध्रुव बालक हरसिमरत अमर अटारे, ਇਹਨਾਂ 2 ਲਾਈਨਾਂ ਦਰਜ ਕਰੋ ਪਲੀਜ਼, ਉੱਪਰ ਵਾਲੀਆਂ 2 ਲਾਈਨਾਂ, ਇਹਨਾਂ 2 ਲਾਈਨਾਂ ਦੀ। 5 बरस को अनाथ ध्रुव बालक, 5 बरख को अनाथ। पांच बरख को नाथ ध्रुव बारिक हर सिमरत अमर अटारे। 5 ਸਾਲਾਂ ਦੀ ਉਮਰ ਦਾ ਬੱਚਾ ਅਮਰ ਅਟਾਰੇ ਦਾ ਮਤਲਬ ਅਟਲ ਦਰਜੇ ਤੇ ਪਹੁੰਚ ਗਿਆ, ਜਿਹਦਾ ਅਰਥ ਭਾਈ ਸਾਹਿਬ ਸਿੰਘ ਜੀ ਕਰ ਰਹੇ ਨੇ। ਧਰੂਵ 5 ਸਾਲਾਂ ਦੀ ਉਮਰ ਦਾ ਇੱਕ ਅਨਾਥ ਜਿਹਾ ਬੱਚਾ ਸੀ, ਤੇ ਰੱਬੀ ਗੁਣ ਗਾ ਕੇ ਉਹਨੇ ਅਟਲ ਪਦਵੀ ਹਾਸਲ ਕਰ ਲਈ। ਇਹਦੇ ਧਰੂਵ ਦੇ ਬਾਰੇ ਇੱਕ ਕਹਾਣੀ ਪ੍ਰਚਲਿਤ ਹੈ ਕਿ ਜਿਹੜਾ ਧਰੂਵ ਸੀ, ਇਹਦੀ ਮਤਰੇਈ ਮਾਂ ਸੀ, ਤੇ ਇਹ ਆਪਣੇ ਪਿਓ ਦੀ ਗੋਦ ਵਿੱਚ ਬੈਠਾ ਸੀ, ਤੇ ਇਹਦੀ ਮਾਂ ਇੱਕ ਹੋਰ ਵੀ ਸੀ, ਉਹਦੇ ਰਾਜੇ ਦੀ ਘਰ ਵਾਲੀ, ਤੇ ਉਹਦਾ ਬੱਚਾ ਹੈ ਨਹੀਂ ਸੀ ਦੂਜੀ ਦਾ। ਤੇ ਜਦੋਂ ਧਰੂਵ ਆਪਣੇ ਪਿਓ ਦੀ ਗੋਦ ਵਿੱਚ ਬੈਠਾ ਸੀ, ਤੇ ਮਤਰੇਈ ਮਾਂ ਆਈ, ਤੇ ਉਹਨੇ ਆਣ ਕੇ ਇਹਨੂੰ ਬਾਹੋਂ ਫੜ ਕੇ ਤੇ ਪਰਾਂ ਕੱਢਿਆ ਵੀ ਜੇ ਤੂੰ ਆਪਣੇ ਪਿਓ ਦੀ ਗੋਦ ਦਾ ਆਨੰਦ ਮਾਣਨਾ ਸੀ ਤੇ ਮੇਰੀ ਕੁੱਖੋਂ ਜਨਮ ਲੈਣਾ ਸੀ। ਤੇ ਇਹਦੀ ਮਾਂ ਜਿਹੜੀ ਸੀ ਉਹ ਚੰਗੇ ਸੁਭਾਅ ਦੀ, ਸ਼ੁਭ ਗੁਣਾਂ ਦੀ ਧਾਰਨੀ ਸੀ, ਤੇ ਵੱਖਰੇ ਜੀ ਉਹਨੂੰ ਰੱਖਿਆ ਜਾਂਦਾ ਸੀ, ਜਿਵੇਂ ਚਲਾਕ ਕਰਦੇ ਜੀ ਇੱਕ ਦੂਜੇ ਨਾਲ ਕਰ ਲੈਂਦੇ ਨੇ। ਤੇ ਇਹ ਫਿਰ ਸਾਖੀ ਮੁਤਾਬਕ ਆਪਣੀ ਮਾਂ ਦੇ ਕੋਲ ਗਿਆ ਤੇ ਜਾ ਕੇ ਪੁੱਛਿਆ ਵੀ ਮਾਂ ਤੂੰ ਸਵਾਣੀ ਹੈ ਕਿ ਸੁਰੀਤਾ ਹੈ, ਯਾਨੀ ਤੂੰ ਦਾਸੀ ਹੈ ਕਿ ਤੂੰ ਰਾਣੀ ਹੈਗੀ ਹੈ? ਤੇ ਉਹ ਕਹਿੰਦੀ ਵੀ ਸਵਾਣੀ ਹਾਂ ਜਨਮ ਦੀ, ਵੀ ਮੈਂ ਆਪਣੇ ਜਨਮ ਵੀ ਮੇਰਾ ਰਾਜ ਘਰਾਣੇ ਵਾਲੀ ਹੋਇਆ ਹੈ, ਰਾਜ ਘਰਾਣੇ ਵਾਲੀ ਮੈਂ ਜਿਹੜੀ ਹੈ ਵਿਆਹੀ ਗਈ ਹਾਂ, ਪਰ ਮੇਰੀ ਇਹ ਕੰਡੀਸ਼ਨ ਮਤਲਬ ਐਸ ਕਰਕੇ ਕਿ ਮੈਂ ਦਾਸੀ ਨਹੀਂ ਹੈਗੀ। ਤੇ ਇਹ ਧਰੂਵ ਤੋਂ ਫਿਰ ਧਰੂਵ ਨੇ ਪੁੱਛਿਆ ਵੀ ਕੋਈ ਇਹੋ ਜਿਹਾ ਕਰਮ ਹੈ ਕਿ ਜਿਹਦੇ ਨਾਲ ਮੈਨੂੰ ਰਾਜ ਮਿਲੇ, ਕਵਨ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਣ ਮੀਤਾ, ਕਿ ਉਹ ਕਿਹੜਾ ਕਰਮ ਹੈ ਵੀ ਜਿਹਦੇ ਨਾਲ ਰਾਜ ਭਾਗ ਮਿਲ ਜਾਏ ਤੇ ਜਿਹੜੇ ਸ਼ਤਰੂ ਨੇ ਉਹ ਵੀ ਮਿੱਤਰ ਬਣ ਜਾਣ। ਤਾਂ ਫਿਰ ਸਾਖੀ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਆਉਂਦੀਆਂ ਨੇ, ਤੇ ਉਹਨੇ ਕਿਹਾ ਵੀ ਜੇ ਰੱਬ ਦੀ ਭਗਤੀ ਕੀਤੀ ਜਾਏ, ਰੱਬੀ ਗੁਣ ਗਾਏ ਜਾਣ, ਤਾਂ ਫਿਰ ਮਿੱਤਰ ਬਣ ਜਾਂਦੇ ਨੇ ਸਾਰੇ। ਤੇ
ਆਪਣਾ ਰਾਜ ਭਾਗ ਵੀ ਮਿਲ ਸਕਦਾ ਹੈ। ਤੇ ਕਹਾਣੀ ਵਾਲਾ ਲਿਖਦਾ ਹੈ ਵੀ ਮਤਲਬ ਫਿਰ ਧਰੂ ਜਿਹੜਾ ਸੀ ਉਹ ਆਪਣਾ ਜੰਗਲ ਨੂੰ ਤੁਰ ਪਿਆ ਭਗਤੀ ਕਰਨ ਲਈ। ਤੇ ਜਦੋਂ ਰਾਜੇ ਨੂੰ ਪਤਾ ਲੱਗਾ ਤੇ ਉਹਨੇ ਫਿਰ ਧਰੂ ਨੂੰ ਬੰਦੇ ਭੇਜੇ ਵੀ ਤੂੰ ਇੰਜ ਕਰ ਵੀ ਵਾਪਸ ਆ ਜਾ ਤੇ ਅੱਧਾ ਰਾਜ ਲੈ ਲੈ। ਤੇ ਧਰੂ ਨੂੰ ਹੋਰ ਨਿਸ਼ਚਾ ਹੋ ਗਿਆ ਵੀ ਜੇ ਹਾਲੇ ਤੇ ਮੈਂ ਤੁਰਿਆ ਹੀ ਆ ਤੇ ਮੈਨੂੰ ਅੱਧਾ ਰਾਜ ਮਿਲਦਾ ਤੇ ਮੈਂ ਭਗਤੀ ਬੰਦਗੀ ਕਰਾਂਗਾ। ਤੇ ਫਿਰ ਰਾਹ ਦੇ ਵਿੱਚ ਨਾਰਦ ਮਿਲਿਆ ਤੇ ਉਹਨੇ ਪੁੱਛਿਆ ਵੀ ਤੂੰ ਕਿੱਧਰ ਚੱਲਿਆ? ਉਹ ਆਖਿਆ ਮੈਂ ਤੇ ਰੱਬ ਦਾ ਭਗਤੀ ਬੰਦਗੀ ਕਰਨ ਚੱਲਿਆ ਵਾਂ। ਤੇ ਉਹਨੇ ਉਹਨੂੰ ਕਿਹਾ ਵੀ ਜੰਗਲ ਦੇ ਵਿੱਚ ਕੋਈ ਤੇਰੀ ਮਾਂ ਨਹੀਂ ਬੈਠੀ ਵੀ ਜਿਹੜੀ ਤੈਨੂੰ ਰੋਟੀ ਪਾਣੀ ਪਕਾ ਕੇ ਖਵਾਏਗੀ ਜਾਂ ਕੁਛ ਕਰੇਗੀ? ਜੰਗਲੀ ਜਾਨਵਰ ਨੇ, ਕਿੱਥੇ ਰਹੇਗਾ, ਕਿੱਥੇ ਤੂੰ ਜਾਏਗਾ, ਕੀ ਕਰੇਗਾ? ਤੈਨੂੰ ਉੱਥੇ ਕੋਈ ਜੰਗਲੀ ਜਾਨਵਰ ਖਾ ਜਾਏਗਾ, ਸਵੇਂਗਾ ਕਿੱਥੇ? ਤੇ ਉਹ ਫਿਰ ਧਰੂ ਨੇ ਕਿਹਾ ਵੀ ਜਿੰਨੇ 9 ਮਹੀਨੇ ਮਾਂ ਦੇ ਪੇਟ ਵਿੱਚ ਮੈਨੂੰ ਪਾਲਿਆ, ਜਿੰਨੇ ਮੈਨੂੰ 5 ਸਾਲ ਤੱਕ ਮਤਲਬ ਹੁਣ ਤੱਕ ਮੈਨੂੰ ਬਚਾਇਆ, ਜਿਹਦੀ ਮੈਂ ਰਜਾ ਦੇ ਵਿੱਚ ਤੁਰ ਰਿਹਾ, ਮੈਨੂੰ ਆਉ ਵੀ ਪਾਲੇਗਾ। ਤਾਂ ਇਸ ਤਰ੍ਹਾਂ ਮਤਲਬ ਫਿਰ ਉਹਦੇ ਪਿਓ ਨੇ ਉਹਨੂੰ ਰਾਜ ਦੇ ਦਿੱਤਾ ਤੇ ਉਹਨੇ 36,000 ਸਾਲ ਜਿਹੜਾ ਨਾ ਰਾਜ ਕੀਤਾ। ਇੱਕ ਕਹਾਣੀ ਹੈ। ਤਾਂ ਇੱਥੇ ਜਿਹੜਾ ਸਾਨੂੰ ਦੱਸਿਆ ਜਾ ਰਿਹਾ ਹੈ ਕਿ ਜੇ 5 ਸਾਲ ਦਾ ਬੱਚਾ ਸੱਚ ਦੇ ਨਾਲ ਜੁੜ ਕੇ ਅਮਰ ਔਰ ਅਟਲ ਪਦਵੀ ਪਾ ਸਕਦਾ ਹੈ ਤਾਂ ਤੁਸੀਂ ਵੀ ਸੱਚ ਦੇ ਨਾਲ ਜੁੜ ਕੇ ਅਮਰ ਅਟਲ ਪਦਵੀ ਪਾ ਸਕਦੇ ਹੋ। ਗੱਲ ਇੱਥੇ ਸੱਚ ਦੇ ਨਾਲ ਜੁੜਨ ਦੀ ਹੈ। 5 ਬਰਖ ਕੋ ਅਨਾਥ ਤਰੂ ਬਾਰਿਕ ਹਰ ਸਿਮਰਤ ਅਮਰ ਅਟਾਰੇ, ਪੁੱਤਰ ਹੇਤ ਨਾਰਾਇਣ ਕਹੇ ਜਮ ਕੰਕਰ ਮਾਰ ਬਿਦਾਰੇ। ਤੇ ਇਹਦੇ ਵਿੱਚ ਅੱਗੇ ਹੋਰ ਕਈ ਸਾਰੀਆਂ ਉਹਨੇ ਤਾਂ ਇੱਥੇ ਸਾਨੂੰ ਇਹ ਪੋਜ਼ਿਟਿਵਿਟੀ ਜਿਹੜੀ ਦਿੱਤੀ ਜਾ ਰਹੀ ਹੈ ਜਾਂ ਜੀਵਨ ਦੀ ਜਿਹੜੀ ਜਾਂਚ ਹੈ ਕਿ ਜੇ ਤੁਸੀਂ ਸੱਚ ਦੇ ਨਾਲ ਜੁੜਦੇ ਹੋ, ਰੱਬੀ ਰਜ਼ਾ ਦੇ ਨਾਲ ਜੁੜਦੇ ਹੋ ਤਾਂ ਫਿਰ ਤੁਸੀਂ ਵੀ ਉੱਚਾ ਆਤਮਿਕ ਦਰਜਾ ਹਾਸਲ ਕਰ ਸਕਦੇ ਹੋ। ਦੂਜੀ ਲਾਈਨ ਦਾ ਵੀ ਪਲੀਜ਼, ਪੁੱਤਰ ਹੇਤ ਨਾਰਾਇਣ ਕਹਿਓ। ਹੇਤ ਨਾਰਾਇਣ ਕਹਿਓ ਜਮ ਕੰਕਰ ਮਾਰ ਬਿਦਾਰੇ। ਇੱਥੇ ਵੀ ਇੱਕ ਨਾ ਕਹਾਣੀ ਜੋੜੀ ਗਈ ਹੈ ਅਜਾਮਲ ਦੀ। कहानी तो पता है पर लाइन इतनी क्लियर, कहानी तो पता है सारी, पर पुत्र हेत नारायण कहो। ਹਾਂਜੀ ਉਹ ਕਹਾਣੀ ਹੋਈ ਹੈ ਨਾ, ਉਹ ਕਹਾਣੀ ਦੇ ਨਾਲ ਹੀ ਰਿਲੇਟ ਕਰ ਰਹੇ ਨੇ ਇਹਨੂੰ। ਇਹ ਭਾਈ ਸਾਹਿਬ ਸਿੰਘ ਜੀ ਦਾ ਅਰਥ ਲਿਖ ਰਹੇ ਨੇ, ਅਜਾਮਲ ਆਪਣੇ ਪੁੱਤਰ ਨੂੰ ਆਵਾਜ਼ ਮਾਰਨ ਦੀ ਖਾਤਰ ਨਾਰਾਇਣ ਨਾਰਾਇਣ ਆਖਿਆ ਕਰਦਾ ਸੀ, ਉਹਨੇ ਜਮਦੂਤਾਂ ਨੂੰ ਮਾਰ ਕੇ ਭਜਾ ਦਿੱਤਾ। ਇਹ ਕਹਾਣੀ ਹੈ ਅਜਾਮਲ ਦੀ। ਤੇ ਗੱਲ ਇਹ ਹੈਗੀ ਹੈ ਇੱਥੇ ਕਿ ਜੇ ਇੱਕ ਪੁੱਤਰ ਨੂੰ ਆਵਾਜ਼ ਮਾਰਨ ਵਾਸਤੇ ਨਾਰਾਇਣ ਕਿਹਾ ਵਿਕਾਰਾਂ ਤੋਂ ਦੂਰ ਹੋ ਸਕਦਾ ਹੈ, ਤਾਂ ਜੇ ਤੁਸੀਂ ਹਕੀਕਤ ਦੇ ਵਿੱਚ ਰੱਬੀ ਗੁਣਾਂ ਦੇ ਨਾਲ ਜੁੜਦੇ ਹੋ ਤੇ ਤੁਸੀਂ ਇਹ ਜਿੰਨੇ ਵੀ ਜਮਦੂਤ ਨੇ ਯਾਨੀ ਕਾਮ ਕ੍ਰੋਧ ਨੇ ਇਹਨਾਂ ਤੋਂ ਤੁਸੀਂ ਬਚ ਸਕਦੇ ਹੋ। ਉਹ ਜਿਹੜੀਆਂ ਕਹਾਣੀਆਂ ਨੇ ਗੁਰੂ ਜੀ ਨੇ ਉਹਨਾਂ ਨੂੰ ਉਵੇਂ ਦਾ ਉਵੇਂ ਹੀ ਲਿਆ ਹੈ। ਕਹਾਣੀ ਜਿਵੇਂ ਸੀ ਉਹਨੂੰ ਉਵੇਂ ਹੀ ਰਹਿਣ ਦਿੱਤਾ, ਉਹਦੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਕੀਤੀ। ਤੇ ਨਾਲ ਸਾਨੂੰ ਸੇਧ ਦਿੱਤੀ ਹੈ ਵੀ ਤੁਸੀਂ ਕਹਿੰਦੇ ਹੋ ਕਿ ਅਜਾਮਲ ਨੇ ਪੁੱਤਰ ਵਾਸਤੇ ਨਾਰਾਇਣ ਕਿਹਾ ਤੇ ਉਹਦਾ ਪਾਰ ਉਤਾਰਾ ਹੋ ਗਿਆ, ਤੇ ਜੇ ਤੁਸੀਂ ਰੱਬ ਦੇ ਨਾਲ ਜੁੜੋਗੇ ਤੁਹਾਡਾ ਨਹੀਂ ਹੋਏਗਾ, ਤੁਸੀਂ ਵਿਕਾਰਾਂ ਤੋਂ ਨਹੀਂ ਬਚੋਗੇ। थैंक यू जी, ਹੁਣ क्लियर हो गया जी, थैंक यू। हाँ जी ठीक है, ਧੰਨਵਾਦ ਜੀ। ਗਿਆਨੀ ਜੀ ਤੁਸੀਂ ਹੋਰ ਬੈਠ ਸਕਦੇ ਥੋੜਾ ਚਿਰ? ਹਾਂ ਕੋਈ ਗੱਲ ਨਹੀਂ ਜੀ, ਨੋ ਠੀਕ ਹੈ ਜੀ। 2 ਸ਼ਬਦ ਹੈਗੇ ਆ ਜੀ ਜਿਹੜੇ ਕੱਲ ਮੈਨੂੰ ਪੁੱਛੇ ਗਏ ਸੀਗੇ ਤੇ ਉਹ ਮੈਂ ਤੁਹਾਨੂੰ ਪੁੱਟ ਫੋਰਵਰਡ ਕਰਨਾ ਚਾਹੁੰਦਾ। ਉਹਨਾਂ ਦੀ ਐਕਸਪਲੇਨੇਸ਼ਨ ਜਿੱਦਾਂ ਬਾਕੀ ਦੇ ਕੀਤੇ ਆ ਉਦਾਂ ਤੁਸੀਂ ਉਹ ਕਰ ਦਿਓ ਜੀ। ਉਹ ਕੱਲ ਦੇ ਨਾਲ ਹੀ ਰਿਲੇਟਡ ਹੈਗੀਆਂ, ਜਿੱਦਾਂ ਜਨਮ ਮਰਨ ਦੇ ਜਿਹੜੇ ਹੈਗੇ ਆ ਉਹ ਉਹਨਾਂ ਦੇ ਨਾਲ ਰਿਲੇਟਡ ਹੈਗੇ ਆ ਤੇ ਕਰਮਾਂ ਦਾ ਜਿਹੜਾ ਚੱਕਰ ਆ ਉਹਦੇ ਵਾਸਤੇ। ਤੇ ਉਹ 2 ਸ਼ਬਦ ਇਸ ਤਰ੍ਹਾਂ ਹੈ ਜੀ ਵੀ ਅੰਤਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੇ, ਬੇਸਵਾ ਜੋਨ ਵਲ ਵਲ ਅਵਤਰੇ। ਇਹ ਸਾਰਾ ਸ਼ਬਦ ਜਿੱਥੋਂ ਸ਼ੁਰੂ ਹੁੰਦਾ ਹੈ ਜੀ ਉਹ ਅਰੀਬਾਈ ਵਾਲਾ 526 ਅੰਗ ਤੇ ਹੈਗਾ ਜੀ। ਭਗਤ ਕਬੀਰ ਜੀ ਦਾ ਇਹ ਸ਼ਬਦ ਆ, ਇੱਕ ਇਹ ਹੈ ਜੀ। ਤੇ ਇੱਕ ਹੈਗਾ ਜੀ ਐਸੇ ਘਰ ਹਮ ਬਹੁਤ ਬਣਾਏ, ਉਹਦਾ ਵੀ ਥੋੜਾ ਕਲੀਅਰ ਹੀ ਮੰਗਦੀ ਹੈ। ਉਹ ਵੀ 325 ਪੰਨਾ ਤੇ ਹੈਗੀ ਹੈ ਜੀ। ਤੇ ਤੁਸੀਂ ਜਿਹੜਾ ਵੀ ਦੇਖੋ, ਜਿਹੜਾ ਕਰਨਾ ਹੁਣ ਪਹਿਲਾਂ ਤੁਸੀਂ ਉਹ ਕਰ ਲਓ। ਹਾਂਜੀ ਭਗਤ ਤਰਲੋਚਨ ਜੀ ਦਾ ਸ਼ਬਦ ਹੈਗਾ ਗੂਜਰੀ ਰਾਗ ਵਿੱਚ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 526 ਤੇ, ਅੰਤਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਵਲ ਵਲ ਅਵਤਰੈ। ਹੁਣ ਇਹ ਚੀਜ਼ ਨਾ ਸਮਝਣ ਵਾਲੀ ਹੈ। ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਸੀ ਵੀ ਕਿਸੇ ਵੀ ਧਰਮ ਗ੍ਰੰਥ ਦੇ ਅਰਥ ਭਾਵ ਪੜ੍ਹਨ ਲਈ
ਸਾਨੂੰ ਧਰਮ ਫਿਲਾਸਫੀ ਜਿਹੜੀ ਹੈ ਨਾ ਉਹ ਪੜ੍ਹਨੀ ਪਵੇਗੀ, ਸਿੱਖ ਧਰਮ ਫਿਲਾਸਫੀ, ਤੇ ਸਾਨੂੰ ਮੂਲ ਮੰਤਰ ਨੂੰ ਜਿਹੜਾ ਹੈ ਬੇਸ ਬਣਾਉਣਾ ਪਵੇਗਾ। ਔਰ ਅੰਤਕਾਲ ਕੀ ਹੈ, ਇਹ ਗੁਰਬਾਣੀ ਦੇ ਵਿੱਚੋਂ ਸਾਨੂੰ ਵੇਖਣਾ ਪਏਗਾ ਵੀ ਅੰਤਕਾਲ ਕੀ ਹੈ। ਜੇ ਅੰਤਕਾਲ ਸਮਝ ਗਏ ਫਿਰ ਅਗਲੀ ਜਿਹੜੀ ਸਮੱਸਿਆ ਉਹ ਹੱਲ ਹੋ ਜਾਏਗੀ। ਉਹਦੇ ਵਾਸਤੇ ਤੁਸੀਂ ਦੇਖੋ, ਆਖਾਂ ਜੀਵਾਂ ਵਿਸਰੈ ਮਰ ਜਾਉ, ਕਿ ਜਦੋਂ ਮੈਂ ਆਖਣਾ ਵਾਂ ਸੱਚ ਦੇ ਨਾਲ ਜੁੜਦਾ ਉਦੋਂ ਮੈਂ ਜਿਉਂਦਾ ਵਾਂ। ਵਿਸਰੈ ਮਰ ਜਾਉ, ਜਦੋਂ ਮੈਂ ਵਿਸਾਰਦਾ ਵਾਂ ਸੱਚ ਨੂੰ ਉਦੋਂ ਮੈਂ ਮਰ ਜਾਂਦਾ, ਉਦੋਂ ਮੈਂ ਮਰਿਆ ਹੁੰਦਾ ਵਾਂ। ਬਾਣੀ ਵਿੱਚ ਮੌਤ ਕਿਹਨੂੰ ਆਖਿਆ? ਮਰਣੰ ਬਿਸਰਣੰ ਗੋਬਿੰਦਹਿ, ਜੀਵਨੰ ਹਰ ਨਾਮ ਧਿਆਵਣੈ। ਮੌਤ ਹੈ ਰੱਬ ਨੂੰ ਵਿਸਾਰ ਦੇਣਾ, ਔਰ ਜੀਵਨ ਹੈ ਰੱਬੀ ਯਾਦ ਦੇ ਵਿੱਚ ਜੀਣਾ। ਮਰਣੰ ਬਿਸਰਣੰ ਗੋਬਿੰਦਹਿ, ਜੀਵਨੰ ਹਰ ਨਾਮ ਧਿਆਵਣੈ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਏ। ਹੁਣ ਅੰਤਕਾਲ ਦੀ ਸਮਝ ਆ ਗਈ ਨਾ ਵੀ ਅੰਤਕਾਲ ਕੀ ਹੈ? ਰੱਬ ਭੁੱਲਿਆ ਹੋਏ, ਜ਼ਮੀਰ ਮਰ ਗਈ ਹੋਵੇ, ਆਤਮਕ ਮੌਤ ਤੇ ਬੰਦਾ ਮਰ ਗਿਆ ਹੋਵੇ। ਅੰਤਕਾਲ ਕਿ ਕਿਸੇ ਦੀ ਆਤਮਕ ਮੌਤ ਹੋ ਗਈ ਹੋਵੇ ਤੇ ਉਸ ਆਤਮਕ ਮੌਤ ਦੇ ਅੰਦਰ ਲక్ష్ਮੀ ਸਿਮਰੇ। ਲక్ష్ਮੀ ਦਾ ਮਤਲਬ ਧਨ ਦੌਲਤ, ਸਿਮਰੇ ਦਾ ਮਤਲਬ ਯਾਦ, ਉਹਦੇ ਚੇਤੇ ਦੇ ਵਿੱਚ ਹਰ ਵਕਤ ਧਨ ਦੌਲਤ ਹੋਵੇ। ਐਸੀ ਚਿੰਤਾ ਮਹਿ, ਇਹੋ ਜਿਹੀ ਪੈਸੇ ਦੀ ਚਿੰਤਾ ਵਿੱਚ ਵੀ ਹੋਰ ਆ ਜਾਏ, ਹੋਰ ਆ ਜਾਏ। ਜੇ ਮਰੇ, ਮਰੇ ਦਾ ਮਤਲਬ ਇਹ ਨਹੀਂ ਕਿ ਸਰੀਰ ਮਰ ਜਾਏ, ਇੱਥੇ ਮਰੇ ਦਾ ਮਤਲਬ ਹੈ ਖਪੇ, ਵੀ ਜੇ ਸਾਰੀ ਜ਼ਿੰਦਗੀ ਐਵੇਂ ਹੀ ਖਪਦਾ ਰਹੇ। ਆਤਮਕ ਮੌਤ ਹੋਈ ਹੋਵੇ, ਆਤਮਕ ਮੌਤ ਤੇ ਮਰਿਆ ਹੋਇਆ ਬੰਦਾ ਧਨ ਦੌਲਤ ਦੀ ਯਾਦ ਵਿੱਚ ਹੋਵੇ ਔਰ ਇਹੋ ਜਿਹੀ ਚਿੰਤਾ ਦੇ ਵਿੱਚ ਹੀ ਸਾਰੀ ਜ਼ਿੰਦਗੀ ਖਪਦਾ ਰਹੇ, ਫਿਰ ਕੀ ਹੋਏਗਾ? ਸਰਪ ਜੋਨ ਵਲਵਲ ਔਤਰੈ। ਜੋਨ ਦਾ ਮਤਲਬ ਸੁਭਾਅ, ਸੱਪ ਦੇ ਸੁਭਾਅ ਵਿੱਚ ਵਲਵਲ ਦਾ ਮਤਲਬ ਮੁੜ ਮੁੜ ਕੇ, ਔਤਰੇ ਦਾ ਮਤਲਬ ਉਹ ਵਿਚਰੇਗਾ, ਜੀਵੇਗਾ। ਉਹ ਬੰਦਾ ਮੁੜ ਮੁੜ ਕੇ ਉਹਦੇ ਅੰਦਰ ਸੱਪ ਵਾਲਾ ਸੁਭਾਅ ਪੈਦਾ ਹੋਏਗਾ, ਸੱਪ ਵਾਲਾ ਸੁਭਾਅ। ਆਤਮਕ ਮੌਤ ਹੋਈ ਹੋਵੇ, ਇਨਸਾਨੀਅਤ ਖਤਮ ਹੋਈ ਹੋਵੇ ਔਰ ਉਹ ਸਾਰਾ ਮਤਲਬ ਉਹਦਾ ਧਿਆਨ ਪੈਸੇ ਵੱਲ ਹੋਵੇ, ਤੇ ਇਹੋ ਜਿਹਾ ਬੰਦਾ ਫਿਰ ਕੀ ਕਰੇਗਾ? ਬੇਗਾਨੇ ਹੱਕ ਵੀ ਖਾਏਗਾ, ਸਿੰਥੈਟਿਕ ਦੁੱਧ ਵੀ ਵੇਚੇਗਾ, ਸਿੰਥੈਟਿਕ ਖੋਇਆ ਵੀ ਵੇਚੇਗਾ, ਰਿਸ਼ਵਤ ਵੀ ਲਵੇਗਾ, ਚੋਰ ਬਾਜ਼ਾਰੀ ਵੀ ਕਰੇਗਾ, 2 ਨੰਬਰ ਦੇ ਧੰਦੇ ਵੀ ਕਰੇਗਾ, ਡਾਕੇ ਵੀ ਮਾਰੇਗਾ। ਸੱਪ ਵਾਲਾ ਹੋ ਗਿਆ ਨਾ। ਇਸੇ ਨੂੰ ਕਹਿੰਦੇ ਨੇ ਵੀ ਸੱਪ ਦੀ ਬਿਰਤੀ ਦੇ ਅੰਦਰ ਸਾਰੀ ਜ਼ਿੰਦਗੀ ਉਹ ਜੀਵੇਗਾ। ਅਰੀ ਬਾਈ ਗੋਬਿੰਦ ਨਾਮ ਮਤ ਬਿਸਰੈ, ਕਿ ਹੇ ਮੇਰੀਏ ਭੈਣੇ, ਹੇ ਮੇਰੀਏ ਜਿੰਦੇ, ਗੋਬਿੰਦ ਨਾਮ, ਗੋਬਿੰਦ ਦਾ ਮਤਲਬ ਗੋ ਦਾ ਮਤਲਬ ਸ੍ਰਿਸ਼ਟੀ, ਬਿੰਦ ਦਾ ਮਤਲਬ ਪੈਦਾ ਕਰਨ ਵਾਲਾ। ਜਿਹੜਾ ਗੋਬਿੰਦ ਦਾ ਨਾਮ ਦਾ ਮਤਲਬ ਹੁਕਮ, ਰੱਬੀ ਹੁਕਮ ਨੂੰ ਨਾ ਭੁੱਲ। ਨਾਮ ਦਾ ਮਤਲਬ ਹੁਕਮ, ਹੁਕਮ ਨੂੰ ਨਾ ਭੁੱਲ, ਕਿਉਂਕਿ ਹੁਕਮ ਤੋਂ ਬਾਹਰ ਕੁਝ ਹੋ ਨਹੀਂ ਸਕਦਾ। ਜੋ ਕੁਝ ਹੋਣਾ ਹੈ ਹੁਕਮ ਦੇ ਅੰਦਰ ਹੋਣਾ ਹੈ, ਤੇ ਇਹ ਇੱਕ ਹੁਕਮ ਹੈ, ਸਿਸਟਮ ਹੈ ਕਿ ਜੇ ਜ਼ਮੀਰ ਮਰੀ ਹੋਵੇ ਤੇ ਮਰੀ ਜ਼ਮੀਰ ਵਾਲਾ ਬੰਦਾ ਪੈਸੇ ਵਾਸਤੇ ਹੀ ਸਾਰੀ ਜ਼ਿੰਦਗੀ ਖਪਦਾ ਰਹੇ ਤਾਂ ਉਹ ਸੱਪ ਵਾਲੀ ਬਿਰਤੀ ਹੀ ਹੋਵੇਗੀ। ਸੱਪ ਆਪਣੇ ਬੱਚਿਆਂ ਨੂੰ ਵੀ ਖਾ ਜਾਂਦਾ ਹੈ। ਇਸ ਲਈ ਹੇ ਮੇਰੀਏ ਜ਼ਿੰਦੇ, ਗੋਬਿੰਦ ਦੇ ਹੁਕਮ ਨੂੰ ਨਾ ਭੁੱਲ। ਅੰਤਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ। ਅੰਤਕਾਲ ਦਾ ਮਤਲਬ ਆਤਮਕ ਮੌਤ ਹੋ ਗਈ ਹੋਵੇ, ਜ਼ਮੀਰ ਮਰੀ ਹੋਈ ਹੋਵੇ, ਆਤਮਕ ਮੌਤ ਹੋ ਗਈ ਹੋਵੇ, ਸੱਚ ਨਾਲੋਂ ਬੰਦਾ ਟੁੱਟ ਗਿਆ ਹੋਵੇ। ਜੋ ਇਸਤਰੀ ਸਿਮਰੇ ਤੇ ਹਮੇਸ਼ਾ ਉਹਦੇ ਅੰਦਰ ਕਾਮ ਵਾਸਨਾਵਾਂ ਕਰਕੇ ਇਸਤਰੀਆਂ ਨੂੰ ਉਹ ਵੇਖਦਾ ਹੋਵੇ ਕਿ ਉਹਦੇ ਨਾਲ ਵੀ ਸੰਬੰਧ ਬਣਾ ਲਵਾਂ, ਉਹਦੇ ਨਾਲ ਵੀ ਸੰਬੰਧ ਬਣਾ ਲਵਾਂ। ਐਸੀ ਚਿੰਤਾ ਮਹਿ ਜੇ ਮਰੇ, ਮਰੇ ਦਾ ਮਤਲਬ ਖਪਦਾ ਰਹੇ। ਇਹੋ ਜਿਹੀ ਚਿੰਤਾ ਦੇ ਵਿੱਚ ਸਾਰੀ ਜ਼ਿੰਦਗੀ ਖਪਦਾ ਰਹੇ। ਬੇਸਵਾ ਜੋਨ ਵਲਵਲ ਔਤਰੈ, ਜੋਨ ਦਾ ਮਤਲਬ ਸੁਭਾਅ, ਉਹ ਵੈਸ਼ਿਆ ਦੇ ਸੁਭਾਅ ਦੇ ਅੰਦਰ ਮੁੜ ਮੁੜ ਕੇ ਔਤਰੇ ਦਾ ਮਤਲਬ ਜੀਵੇਗਾ, ਵਿਚਰੇਗਾ। ਹੁਣ ਦੇਖੋ, ਜੇ ਅਗਲੀਆਂ ਪਿਛਲੀਆਂ ਜੂਨਾਂ ਦੀ ਗੱਲ ਇੱਥੇ ਹੁੰਦੀ ਨਾ, ਤਾਂ ਇਸ ਪੰਕਤੀ ਦੇ ਵਿੱਚੋਂ ਇਹ ਸਾਰੇ ਸ਼ਬਦ ਦਾ ਸਾਡਾ ਹੱਲ ਨਿਕਲ ਜਾਂਦਾ ਹੈ। ਇਹ ਪੰਕਤੀ ਚੋਂ ਕਿ ਅੰਤਕਾਲ ਜੇ ਇਸਤਰੀ ਸਿਮਰੈ,
ਐਸੀ ਚਿੰਤਾ ਮਹਿ ਜੇ ਮਰੈ, ਬੇਸਵਾ ਜੋਨ ਵਲਵਲ ਉਤਰੈ। ਹੁਣ ਦੇਖੋ ਵੇਸ਼ਵਾ ਜਿਹੜੀ ਵੈਸ਼ਿਆ, ਕੀ ਵੈਸ਼ਿਆ ਦੀ ਵੱਖਰੀ ਜੂਨ ਹੁੰਦੀ ਹੈ ਕੋਈ? ਆਪਣਾ ਸਿਰ ਹਿਲਾ ਕੇ ਤੁਸੀਂ ਮੈਨੂੰ ਦੱਸੋ, ਮੈਂ ਸਮਝ ਜਾਵਾਂਗਾ। ਵੈਸ਼ਿਆ ਦੀ ਕੋਈ ਵੱਖਰੀ ਜੂਨ ਹੁੰਦੀ ਹੈ? ਜੇ ਹੁੰਦੀ ਹੈ ਤੇ ਏਦਾਂ ਕਰ ਦੋ, ਜੇ ਨਹੀਂ ਹੁੰਦੀ ਤੇ ਏਦਾਂ ਕਰ ਦੋ। ਵੈਸ਼ਿਆ ਦੀ ਕੋਈ ਵੱਖਰੀ ਜੂਨ ਹੁੰਦੀ ਹੈ ਜੀ? ਭਈ ਉਹ ਗਾਂ ਹੁੰਦੀ ਹੈ ਕਿ ਮੱਝ ਹੁੰਦੀ ਹੈ ਕਿ ਬੱਕਰੀ ਹੁੰਦੀ ਹੈ? ਕੌਣ? ਵੈਸ਼ਿਆ ਜਨਾਨੀ ਹੀ ਹੁੰਦੀ ਹੈ ਨਾ। ਵੈਸ਼ਿਆ ਜਨਾਨੀ ਹੀ ਹੁੰਦੀ ਹੈ, ਵੱਖਰੀ ਜੂਨ ਤੇ ਨਹੀਂ ਹੈ। ਹੁਣ ਦੇਖੋ ਇੱਕ ਸੁਹਾਗਵੰਤੀ ਔਰਤ ਹੈ, ਉੱਚੇ ਸੁੱਚੇ ਆਚਰਨ ਵਾਲੀ ਹੈ, ਜੋ ਸਾਰੀ ਜ਼ਿੰਦਗੀ ਆਪਣੇ ਇੱਕ ਪਤੀ ਦੇ ਨਾਲ ਗੁਜ਼ਾਰਦੀ ਔਰ ਉੱਚਾ ਸੁੱਚਾ ਜਿਹੜਾ ਆਚਰਨ ਬਣਾਉਂਦੀ ਹੈ, ਪਤੀ ਵਰਤਾ ਧਰਮ ਨੂੰ ਪਾਲਦੀ ਹੈ। ਔਰ ਇੱਕ ਬੰਦਾ ਐਸਾ ਹੈ ਜੋ ਪਤਨੀ ਵਰਤ ਧਰਮ ਨੂੰ ਪਾਲਦਾ ਹੈ। ਇੱਕ ਤਾਂ ਉਹ ਹੈ, ਉਹ ਵੀ ਔਰਤ ਹੀ ਹੈ। ਤੇ ਇੱਕ ਔਰਤ ਉਹ ਹੈ ਕਿ ਜੋ ਪਤੀ ਨੂੰ ਵੀ ਧੋਖਾ ਦਿੰਦੀ ਹੈ, ਬੱਚਿਆਂ ਨੂੰ ਵੀ ਧੋਖਾ ਦਿੰਦੀ ਹੈ, ਤੇ ਇਹੋ ਜਿਹੇ ਕਰਮ ਕਰਦੀ ਹੈ, ਤੇ ਉਹ ਵੀ ਔਰਤ ਹੀ ਹੈ। ਤਾਂ ਇਹਦਾ ਮਤਲਬ ਸੁਭਾਅ ਹੀ ਹੋਇਆ ਨਾ। ਅੰਤ ਕਾਲ ਜੋ ਇਸਤਰੀ ਸਿਮਰੈ, ਕਿ ਕਿਸੇ ਦੀ ਆਤਮਿਕ ਮੌਤ ਹੋਈ ਹੋਵੇ, ਰੱਬ ਨਾਲੋਂ ਟੁੱਟਿਆ ਹੋਵੇ, ਔਰ ਉਹ ਹਮੇਸ਼ਾ ਇਸਤਰੀਆਂ ਵੱਲ ਧਿਆਨ ਰੱਖਦਾ ਹੋਵੇ, ਇਹੋ ਜੀ ਚਿੰਤਾ ਦੇ ਅੰਦਰ ਹੀ ਖਪਦਾ ਰਹੇ, ਵੇਸ਼ਵਾ ਜੂਨ ਵਲਵਲ ਉਤਰੇ, ਉਹ ਵੈਸ਼ਿਆ ਵਾਲੀ ਜੂਨ ਦੇ ਅੰਦਰ, ਜੂਨ ਦਾ ਮਤਲਬ ਸੁਭਾਅ ਦੇ ਅੰਦਰ ਵਿਚਰੇਗਾ, ਕਦੇ ਵੀ ਉੱਚੇ ਸੁੱਚੇ ਆਚਰਨ ਦੀ ਗੱਲ ਨਹੀਂ ਕਰੇਗਾ। ਉਹਦਾ ਧਿਆਨ ਹੀ ਇਹ ਰਹੇਗਾ, ਉਹ ਕਰੈਕਟਰਲੈਸ ਹੀ ਹੋਏਗਾ। ਉਹ ਕਿਤੇ ਬਲਾਤਕਾਰ ਵੀ ਕਰ ਸਕਦਾ ਹੈ, ਜਬਰ ਜਨਾਹ ਕਰ ਸਕਦਾ ਹੈ, ਉਹਦਾ ਖਿਆਲ ਹੀ ਇਸੇ ਸੁਭਾਅ ਦੇ ਅੰਦਰ ਉਹ ਜ਼ਿੰਦਗੀ ਜੀਵੇਗਾ। ਅੰਤ ਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ। ਇੱਥੇ ਲੜਕੇ ਦਾ ਮਤਲਬ ਪੁੱਤਰ, ਔਲਾਦ। ਅੰਤ ਕਾਲ ਦਾ ਮਤਲਬ ਜ਼ਮੀਰ ਮਰੀ ਹੋਵੇ, ਸੱਚ ਨਾਲ ਉਹ ਬੰਦਾ ਟੁੱਟ ਗਿਆ ਹੋਵੇ, ਤੇ ਧੀਆਂ ਪੁੱਤਰਾਂ ਬਾਰੇ ਸੋਚੇ, ਔਰ ਉਸੇ ਚਿੰਤਾ ਦੇ ਵਿੱਚ ਹੀ ਸਾਰੀ ਜ਼ਿੰਦਗੀ ਖਪੇ ਕਿ ਮੇਰੇ ਬੱਚਿਆਂ ਦੇ ਕੋਲ ਹੀ ਸਾਰੀ ਪ੍ਰੋਪਰਟੀ ਹੋਵੇ, ਚੰਗੀ ਚੰਗੀ ਪ੍ਰੋਪਰਟੀ ਹੋਵੇ। ਆਪਣੇ ਬੱਚਿਆਂ ਬਾਰੇ ਸੋਚੇ, ਉਹ ਕਿਸੇ ਦੇ ਬਾਰੇ ਤਾਂ ਨਹੀਂ ਸੋਚੇਗਾ। ਹੁਣ ਜਿਹਦੀ ਜ਼ਮੀਰ ਮਰੀ ਹੋਏਗੀ, ਤੇ ਮਰੀ ਹੋਈ ਜ਼ਮੀਰ ਵਾਲਾ ਬੰਦਾ ਸੱਚ ਨਾਲ ਟੁੱਟਿਆ ਹੋਇਆ, ਤੇ ਆਪਣੇ ਬੱਚਿਆਂ ਦੇ ਮੋਹ ਦੇ ਵਿੱਚ ਫਿਰ ਕੀ ਕਰੇਗਾ? ਇਹੋ ਜਿਹੀ ਚਿੰਤਾ ਦੇ ਵਿੱਚ ਜੇ ਖਪਦਾ ਰਹੇਗਾ। ਸੂਕਰ ਜੋਨ ਵਲਵਲ ਉਤਰ ਹੈ। ਸੂਕਰ ਜੋਨ ਦਾ ਮਤਲਬ ਸੁਭਾਅ, ਸੂਕਰ ਦਾ ਮਤਲਬ ਸੂਰ। ਉਹ ਸੂਰ ਦੇ ਸੁਭਾਅ ਦੇ ਅੰਦਰ ਸਾਰੀ ਜ਼ਿੰਦਗੀ ਮੁੜ ਮੁੜ ਕੇ ਸੂਰ ਦੇ ਸੁਭਾਅ ਵਿੱਚ ਪਏਗਾ। ਸੂਰ ਗੰਦਗੀ ਖਾਂਦਾ ਹੈ ਨਾ, ਸੂਰ ਦੇ 12-12 ਬੱਚੇ ਹੁੰਦੇ ਨੇ, ਗੰਦਗੀ ਖਾਂਦਾ ਹੈ। ਇਸੇ ਤਰ੍ਹਾਂ ਜਿਹੜਾ ਸੱਚ ਦੇ ਨਾਲੋਂ ਟੁੱਟਿਆ ਹੋਇਆ ਬੰਦਾ ਹੋਏਗਾ, ਤੇ ਕੇਵਲ ਆਪਣੇ ਬੱਚਿਆਂ ਵਾਸਤੇ ਹੀ ਸੋਚੇਗਾ, ਉਹ ਦੂਜਿਆਂ ਦੇ ਬੱਚਿਆਂ ਦਾ ਹੱਕ ਖਾਏਗਾ, ਗੰਦਗੀ ਖਾਏਗਾ, 2 ਨੰਬਰ ਦੇ ਕਰਮ ਕਰੇਗਾ, ਉਹ ਸੂਰ ਵਾਲੀ ਬਿਰਤੀ ਦੇ ਅੰਦਰ ਜ਼ਿੰਦਗੀ ਜੀਵੇਗਾ। ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ। ਅੰਤ ਕਾਲ ਦਾ ਮਤਲਬ ਆਤਮਿਕ ਮੌਤ ਹੋ ਚੁੱਕੀ ਹੋਵੇ। ਮੰਦਰ ਸਿਮਰੈ ਦਾ ਮਤਲਬ ਤੇ ਆਪਣਾ ਗੋਲ ਬਣਾ ਲਵੇ ਕਿ ਮੈਂ ਮਕਾਨ ਹੀ ਬੜੇ ਵੱਡੇ ਵੱਡੇ ਬਣਾਉਣੇ ਨੇ, ਤੇ ਐਸੇ ਚਿੰਤਾ ਦੇ ਵਿੱਚ ਹੀ ਸਾਰੀ ਜ਼ਿੰਦਗੀ ਖਪਦਾ ਮਰਦਾ ਰਵੇ, ਇਹਦੇ ਵਿੱਚ ਹੀ ਖਪਦਾ ਰਵੇ। ਇਨਸਾਨੀਅਤ ਬਾਰੇ ਕੁਛ ਨਹੀਂ। ਮਕਾਨ ਬਣਨਾ ਚਾਹੀਦਾ ਸਭ ਤੋਂ ਵੱਡਾ, ਚਾਹੇ ਕਿਸੇ ਦੀ ਕੋਠੀ ਤੇ ਕਬਜ਼ਾ ਕਰ ਲਵਾਂ, ਕਿਸ ਦਾ ਹੱਕ ਖਾ ਲਵਾਂ, ਜਿੱਥੋਂ ਮਰਜ਼ੀ ਮਤਲਬ ਮੈਂ ਕਰ ਲਵਾਂ, ਜਿਵੇਂ ਆ ਕਿਸਾਨਾਂ ਦੇ ਉਹਨੂੰ ਖਾ ਜਾਣਾ ਚਾਹੁੰਦੇ ਨੇ ਨਾ, ਅਡਾਨੀ ਅੰਬਾਨੀ ਵਗੈਰਾ ਵਗੈਰਾ। ਤਾਂ ਐਸੀ ਚਿੰਤਾ ਮਹਿ ਜੇ ਮਰੈ, ਪ੍ਰੇਤ ਜੋਨ ਵਲਵਲ ਉਤਰੈ। ਉਹ ਬੰਦਾ, ਜੋਨ ਦਾ ਮਤਲਬ ਸੁਭਾਅ, ਪ੍ਰੇਤ ਸੁਭਾਅ ਦੇ ਅੰਦਰ ਉਹ ਮੁੜ ਮੁੜ ਕੇ ਜੀਵੇਗਾ। ਪ੍ਰੇਤ, ਪ੍ਰੇਤ ਕੌਣ ਹੈ? ਮਾਇਆ ਮੋਹ ਸਭ ਪ੍ਰੇਤ ਹੈ। ਹੋਰ ਕੋਈ ਪ੍ਰੇਤ ਉਹ ਨਹੀਂ ਕੋਈ ਜਿਹੜੇ ਚੰਬੜਨ ਵਾਲੇ ਨੇ, ਉਹ ਜਿਹੜਾ ਮਕਾਨਾਂ ਦੇ ਚੱਕਰ ਵਿੱਚ ਹੀ ਪਿਆ ਹੈ, ਬੇਗਾਨੇ ਹੱਕ ਖਾ ਰਿਹਾ ਹੈ। ਪ੍ਰੇਤ ਸੁਭਾਅ ਦੇ ਅੰਦਰ ਸਾਰੀ ਜ਼ਿੰਦਗੀ ਮੁੜ ਮੁੜ ਕੇ ਉਹਦੇ ਅੰਦਰ ਪ੍ਰੇਤ ਵਾਲਾ ਸੁਭਾਅ ਹੀ ਪੈਦਾ ਹੋਏਗਾ, ਪ੍ਰੇਤ ਵਾਲੇ ਸੁਭਾਅ ਦੇ ਵਿੱਚ ਜੀਵੇਗਾ, ਉਹਦੇ ਅੰਦਰ ਇਨਸਾਨੀਅਤ ਨਹੀਂ ਪੈਦਾ ਹੋਏਗੀ। ਅੰਤ ਕਾਲ ਨਾਰਾਇਣ ਸਿਮਰੈ। ਅੰਤ ਕਾਲ ਦਾ ਮਤਲਬ ਜੇ ਜ਼ਮੀਰ ਮਰੀ ਹੋਵੇ, ਲੇਕਿਨ ਕੁਦਰਤੀ ਉਹਨੂੰ ਰੱਬ ਯਾਦ ਆ ਜਾਏ। ਅੰਤ ਕਾਲ ਨਾਰਾਇਣ ਸਿਮਰੈ। ਜ਼ਮੀਰ ਮਰੀ ਹੋਵੇ, ਆਤਮਿਕ ਮੌਤ ਹੋਈ ਹੋਵੇ, ਲੇਕਿਨ ਕੁਦਰਤੀ ਉਹਨੂੰ ਰੱਬ ਯਾਦ ਆ ਜਾਏ, ਰੱਬੀ ਗੁਣ ਯਾਦ ਆ ਜਾਣ, ਐਸੀ ਚਿੰਤਾ ਮਹਿ ਜੇ ਮਰੇ, ਤੇ ਫਿਰ ਸਾਰੀ ਜ਼ਿੰਦਗੀ ਜੋ ਇਸੇ ਵਾਸਤੇ ਹੀ ਯਤਨ ਕਰੇ ਗੁਣਾ ਵਾਸਤੇ। ਬਦਤ ਤਿਲੋਚਨ ਤੇ ਨਰਮੁਕਤਾ। ਬਦਤ ਦਾ ਮਤਲਬ ਤ੍ਰਿਲੋਚਨ ਜੀ ਕਹਿੰਦੇ ਨੇ, ਤੇ ਨਰਮੁਕਤਾ ਦਾ ਮਤਲਬ ਉਹ ਬੰਦੇ ਮੁਕਤ ਹੋ ਜਾਂਦੇ ਨੇ। ਪੀਤੰਬਰ ਵਾਕੇ ਹਿਰਦੇ ਵਸੈ ਵਸੈ, ਰੱਬ ਜਿਹੜਾ ਹੈ ਫਿਰ ਉਹਦੇ ਹਿਰਦੇ ਦੇ ਵਿੱਚ ਵਸ ਜਾਂਦਾ ਹੈ, ਉਹ ਲੋਕ ਮੁਕਤ ਹੋ ਜਾਂਦੇ ਨੇ।
ਮਰੀ ਹੋਈ ਜ਼ਮੀਰ ਵਾਲੇ ਬੰਦੇ ਨੂੰ ਜੇ ਰੱਬ ਚੇਤੇ ਆ ਜਾਏ ਔਰ ਰੱਬੀ ਗੁਣਾਂ ਦੀ ਯਾਦ ਦੇ ਅੰਦਰ ਉਹ ਹਮੇਸ਼ਾ ਵਾਸਤੇ ਫਿਰ ਜੁਟ ਜਾਏ, ਇਹ ਉਹ ਯਤਨ ਕਰੇ, ਤਾਂ ਭਗਤ ਤ੍ਰਿਲੋਚਨ ਜੀ ਕਹਿੰਦੇ ਨੇ ਉਹ ਬੰਦਾ ਜੀਵਨ ਮੁਕਤ ਹੋ ਜਾਏਗਾ ਔਰ ਉਹਦੇ ਹਿਰਦੇ ਦੇ ਅੰਦਰ ਪ੍ਰਭੂ ਆਪ ਵਸ ਜਾਏਗਾ। ਇਹਦੇ ਬਾਰੇ ਹੁਣ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੋਏ ਤਾਂ ਉਹ ਕਰ ਸਕਦਾ ਜੀ। ਠੀਕ ਹੈ ਜੀ, ਧੰਨਵਾਦ। ਸਾਡੇ ਨਾਲ 2 ਜਣੇ ਅਨਮਿਊਟ ਹੋਏ ਜੀ ਇਸ ਵੇਲੇ, 3 ਜਣੇ, ਤੇ ਉਹਨਾਂ ਦੇ ਨਾਲ ਮੈਂ ਬਾਰੀ-ਬਾਰੀ ਆਉਣਾ ਜੀ। ਹਰਦੀਪ ਸਿੰਘ ਭੋਗਲ, ਤੁਸੀਂ ਆਪਣਾ ਸਵਾਲ ਰੱਖੋ ਜੀ। ਉਹਨੇ ਮੈਂ ਸਿਰਫ ਇਹ ਕਹਿਣਾ ਸੀਗਾ ਕਿ ਗਿਆਨੀ ਜੀ ਨੇ ਕਿਹਾ ਬਿਲਕੁਲ ਠੀਕ ਕਿਹਾ, ਮਗਰ ਜਿਹੜੇ ਰਹਾਉ ਦੀ ਤੁਕ ਹੈ ਨਾ, ਅਸੀਂ ਨੂੰ ਉਹਦੇ ਤੇ ਕਨਸੈਂਟਰੇਟ ਕਰਨਾ ਚਾਹੀਦਾ। ਉੱਥੇ ਕਹਿੰਦੇ ਕਿ ਰੀ ਬਾਈ ਸਤਿਗੁਰੂ ਵਿਸ਼ਨੂੰ ਮੈਨੂੰ ਯਾਦ ਤੁਕ ਨਹੀਂ ਯਾਦ ਰਹਿ ਗਈ, ਇਸ ਤੇ ਹੈਗਾ ਰੀ ਬਾਈ ਪ੍ਰਭੂ ਵਿਸ਼ਨੂੰ ਜੀ, ਏਦਾਂ ਕੁਛ ਤੁਕ ਹੈਗੀ ਆ। ਸਾਨੂੰ ਉਹ ਤੇ ਕਨਸੈਂਟਰੇਟ ਕਰਨਾ ਚਾਹੀਦਾ ਵੀ ਸਾਡੇ ਰਹਾਉ ਦਾ ਤੁਕ ਜਿਹੜੀ ਆ ਉਹਦੇ 'ਚ ਸਾਰਾ ਤਤਸਾਰ ਹੁੰਦਾ। ਬਾਕੀ ਸਾਰੇ ਜਿਹੜਾ ਆਪਣਾ ਨਹੀਂ ਹੈਗਾ ਸਿਧਾਂਤ, ਇਹ ਸਨਾਤਨ ਧਰਮ ਦਾ ਸਿਧਾਂਤ ਦੱਸਿਆ ਉਹਨੇ। ਠੀਕ ਹੈ ਜੀ, ਦੇਖੋ ਥੈਂਕ ਯੂ ਜੀ। ਤੇ ਆਪਾਂ ਜਗਜੀਤ ਕੌਰ ਦੇ ਵੀ ਉਹਨਾਂ ਦੇ ਕੋਲ ਆਉਣੇ। ਮੇਰਾ ਹਾਂਜੀ ਜਗਜੀਤ, ਤਾਂ ਤੁਸੀਂ ਗੱਲ ਕਰ ਲਓ ਪਹਿਲਾਂ। ਹਾਂਜੀ, ਨਹੀਂ ਬਸ ਮੈਂ ਤੇ ਇਹੀ ਕਹਿਣਾ ਸੀਗਾ, ਸਾਡੇ ਲੋਕਾਂ ਦੀ ਸਮਝਣ 'ਚ ਫਰਕ ਪੈ ਗਿਆ ਨਾ। ਜਿਸ ਭਾਈ ਸਾਹਿਬ ਨੇ ਕਿਹਾ ਕਿ ਜਿਹੜਾ ਜੋਨ ਹੈਗਾ ਵੀ ਉਹਦਾ ਮਤਲਬ ਹੈਗਾ ਸੁਭਾਅ, ਅਸੀਂ ਜਿਹੜੇ ਹੈਗੇ ਆ ਮਤਲਬ ਮੈਂ ਹੈਗੀ ਆ, ਉਹ ਮੈਂ ਇਸ ਮਤਲਬ ਵਿੱਚ ਲਿਆ ਕਿ ਜੂਨ ਨਹੀਂ ਪੈਣਾ, ਉਸ ਜੂਨ ਵਿੱਚ ਪੈਣਾ। ਤੇ ਜਦ ਕਿ ਭਾਈ ਸਾਹਿਬ ਦਾ ਕਹਿਣਾ ਹੈਗਾ ਕਿ ਜੂਨ ਨਹੀਂ ਹੈਗਾ, ਇਹਦਾ ਮਤਲਬ ਹੈ ਸੁਭਾਅ, ਜੋਨ ਇਜ਼ ਸੁਭਾਅ। ਤੇ ਇਸ ਕਰਕੇ ਥੋੜੀ ਗਲਤਫਹਿਮੀ ਹੋ ਸਕਦੀ ਹੈ ਸਾਨੂੰ ਕਿ ਵੀ ਅਸੀਂ ਉਸ ਤਰ੍ਹਾਂ ਜੂਨਾਂ 'ਚ ਪਾਵਾਂਗੇ, ਉਹ ਜਿਸ ਤਰ੍ਹਾਂ ਅੰਤਕਾਲ ਵਿੱਚ ਜਿਸ ਦਾ ਸਿਮਰਨ ਕਰਾਂਗੇ ਜੋ ਸਾਡੇ ਦਿਮਾਗ ਵਿੱਚ ਹੈ। ਬਸ ਇਹੀ ਕਹਿਣਾ ਸੀਗਾ ਕਿ ਜੋਨ ਦਾ ਫਰਕ ਹੈ ਜਿਹੜਾ ਕਿ ਸੁਭਾਅ ਹੈਗਾ, ਨਾ ਕਿ ਜੂਨ। ਧੰਨਵਾਦ। ਬਿਲਕੁਲ ਥੈਂਕ ਯੂ ਜੀ, ਬਿਲਕੁਲ ਸਹੀ ਗੱਲ। ਮੈਂ ਵੀ ਇਹ ਗੱਲ ਕਰਨ ਲੱਗਾ ਸੀਗਾ ਜੀ, ਕਿਉਂਕਿ ਸਾਨੂੰ ਜਿਹੜੀ ਜਦੋਂ ਸ਼ਬਦ ਪੜ੍ਹਦੇ ਆ ਨਾ ਅਸੀਂ, ਕਿਉਂਕਿ ਸਾਰੀ ਸੰਗਤ ਮਤਲਬ ਜੇ ਤਾਂ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲਾਂ ਬੈਠੀਆਂ ਜਿੱਦਾਂ ਗਿਆਨੀ ਜੀ ਨੇ ਕਿਹਾ, ਫਿਰ ਤਾਂ ਤੁਸੀਂ ਉਹਦੇ ਨਾਲ ਤੁਲਨਾ ਕਰੋਗੇ। ਅਦਰਵਾਈਜ਼ ਜਿਹੜੀ ਸ਼ਬਦ ਤੁਸੀਂ ਪੜ੍ਹ ਰਹੇ ਆ ਉਹਦੇ ਅੱਖਰੀ ਅਰਥ ਇੱਕਦਮ ਤੁਹਾਡੇ ਸਮਝ ਪੈਂਦੇ ਆ ਵੀ ਅੰਤਕਾਲ ਦਾ ਮਤਲਬ ਮਰਨ ਦਾ ਟਾਈਮ, ਜੋ ਵੀ ਸਿਮਰੇ। ਹਾਂਜੀ, ਤੇ ਉਹ ਉਸੇ ਜੂਨ ਦੇ ਵਿੱਚ ਪੈਣ, ਕਿਉਂਕਿ ਸਾਡੇ ਜੂਨਾਂ ਦਾ ਵੀ ਕਨਸੈਪਟ ਦਿਮਾਗ 'ਚ ਬੈਠਾ ਆ ਤੇ ਅੰਤਕਾਲ ਦਾ ਵੀ, ਸਾਨੂੰ ਮੌਤ ਦਾ ਵੀ ਪਤਾ ਆ। ਔਰ ਸਾਰੀ ਖੇਡ ਜਿੱਦਾਂ ਗਿਆਨੀ ਜੀ ਨੇ ਦੱਸੀ ਹੈ, ਉਹ ਜੀਂਦੇ ਜੀ ਆ ਸਾਰੀ ਖੇਡ। ਮਰ ਕੇ ਕੀ ਹੁੰਦਾ ਉਹਦੇ ਨਾਲ ਇਹਦਾ ਸੰਬੰਧ ਨਹੀਂ ਹੈਗਾ। ਜਿੰਨਾ ਚਿਰ ਤੁਸੀਂ ਜੀਣਾ ਆ ਉਨਾ ਚਿਰ ਤੁਸੀਂ ਮਤਲਬ ਕਿਸ ਜੂਨ 'ਚ ਪੈਣਾ ਆ, ਕੁੱਤੇ ਦੀ ਜੂਨ 'ਚ ਪੈਣਾ ਜਾਂ ਬਿੱਛੂ ਦੀ ਜੂਨ 'ਚ ਪੈਣਾ ਜਾਂ ਸੂਰ ਦੀ, ਜੋ ਵੀ ਉਹ ਉਹਨਾਂ ਦਾ ਮਤਲਬ ਇਸ ਸ਼ਲੋਕ ਦੇ ਵਿੱਚ ਬਹੁਤ ਵਧੀਆ ਤਰੀਕਾ ਹੈਗਾ ਜੀ, ਜਿਹੜਾ ਗਿਆਨੀ ਜੀ ਨੇ ਐਕਸਪਲੇਨ ਕੀਤਾ ਬਹੁਤ ਵਧੀਆ ਤਰੀਕੇ ਦੇ ਨਾਲ। ਇਹ ਬਹੁਤ ਲੋੜ ਸੀਗੀ ਮੇਰਾ ਖਿਆਲ, ਸਾਨੂੰ ਐਵਰੀ ਨਾਓ ਐਂਡ ਦੈਨ ਇਹਨਾਂ ਚੀਜ਼ਾਂ ਨੂੰ ਮੁੜ ਕੇ ਸੁਣਨ ਦੀ ਲੋੜ ਹੈ, ਤਾਂ ਕਿ ਸਾਡੇ ਉਹ ਪੁਰਾਣੇ ਜਿਹੜੇ ਜਿਹੜੀਆਂ ਮਨੌਤਾਂ ਹੈ ਉਹ ਢਹਿ ਜਾਣ। ਜੇ ਕਿਸੇ ਨੇ ਅਜੇ ਉਹਦੇ ਬਾਅਦ 'ਚ ਵੀ ਬਲੀਵ ਕਰਨਾ ਵੀ ਹਾਂ ਮੌਤ ਤੋਂ ਬਾਅਦ ਜੂਨਾਂ ਹੁੰਦੀਆਂ, ਉਹ ਦੇ ਆਰ ਕੁਆਇਟ ਵੈਲਕਮ। ਠੀਕ ਹੈ ਜੀ, ਆਪਣੀ ਸੋਚ ਹਰ ਇੱਕ ਨੂੰ ਮੁਬਾਰਕ ਆ। ਹਾਂਜੀ ਬਲਜੀਤ ਕੌਰ ਜੀ, ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਆ? ਤੁਸੀਂ ਵੀ ਹਾਂਜੀ, ਮੈਂ ਗਿਆਨੀ ਜੀ ਦਾ ਧੰਨਵਾਦ ਕਰਨੀ ਆ। ਇਹ ਹਮੇਸ਼ਾ ਅਸੀਂ ਅੰਤਕਾਲ ਦੀ ਪਰਿਭਾਸ਼ਾ ਹੀ ਪੂਰੀ ਉਲਟ ਸਮਝੀ ਹੋਈ ਸੀ, ਬਿਲਕੁਲ ਕਿ ਮਰਨ ਵੇਲੇ ਇਹ ਹੁੰਦਾ ਹੈ। ਲੇਕਿਨ ਗਿਆਨੀ ਜੀ ਨੇ ਇੰਨੇ ਸੋਹਣੇ ਤਰੀਕੇ ਨਾਲ ਈਜ਼ੀਲੀ ਸਾਨੂੰ ਸਮਝਾ ਦਿੱਤਾ ਹੈ ਕਿ ਇਹ ਅੰਤ ਸਮਾਂ ਨਹੀਂ ਹੈ, ਆਤਮਕ ਮੌਤ ਮਰ ਜਾਣਾ, ਰੱਬ ਤੋਂ ਟੁੱਟ ਜਾਣਾ। ਇਹ ਇੱਕਦਮ ਬੜੇ ਸੋਹਣੇ ਤਰੀਕੇ ਨਾਲ ਸਾਨੂੰ ਸਮਝ ਆਈ। ਬਿਲਕੁਲ ਪੁੱਠੇ ਪਏ ਹੋਏ ਸੀ ਕਿ ਅੰਤਕਾਲ ਜਿਹੜਾ ਹੈ ਕਿ ਜਿਸੇ ਮਰਨ ਵੇਲੇ ਸੋਚਣਾ ਹੈ, ਲੇਕਿਨ ਬਹੁਤ ਸੋਹਣੇ ਤਰੀਕੇ ਨਾਲ ਗਿਆਨੀ ਜੀ ਨੇ ਸਾਰੀ ਸ਼ੰਕਾ ਦੂਰ ਕੀਤੀ ਹੈ। ਬਹੁਤ ਅੱਛਾ ਲੱਗਾ ਇਹ ਸ਼ਬਦ ਦਾ, ਪੂਰੀ ਐਸੀ ਸਾਨੂੰ ਜਿਹੜੀ ਮੀਨਿੰਗ ਸਮਝ ਆ ਗਈ ਹੈ ਕਿ ਇਹਦਾ ਅਸਲੀ ਮੀਨਿੰਗ ਕੀ ਹੈ, ਉਹ ਸਾਰੀ ਸਮਝ ਆ ਗਿਆ। ਕੋਈ ਜੂਨਾ ਨਹੀਂ, ਕੋਈ ਕੁਛ ਨਹੀਂ। ਬਹੁਤ ਬਹੁਤ ਧੰਨਵਾਦ ਗਿਆਨੀ ਜੀ ਦਾ। ਵੈਲਕਮ ਬੈਕ ਟੂ ਕਥਾ। ਲੇਕਿਨ ਜੇ ਗਿਆਨੀ ਜੀ ਨੂੰ ਵੀਕਨੈਸ ਕਰਕੇ ਆਰਾਮ ਦੀ ਲੋੜ ਹੈ ਤਾਂ ਜ਼ਰੂਰ ਕਰਨਾ ਚਾਹੀਦਾ ਹੈ। ਠੀਕ ਹੈ ਜੀ, ਗਿਆਨੀ ਜੀ ਨੂੰ ਪਲੀਜ਼। ਅਸੀਂ ਹੁਣ ਬੇਨਤੀ ਪਹਿਲਾਂ ਕਰ ਚੁੱਕੇ ਸੀਗੇ ਜੀ। ਧੰਨਵਾਦ ਤੁਹਾਡਾ ਬਹੁਤ ਬਹੁਤ। ਸਾਡੇ ਨਾਲ 2 ਜਣੇ ਹੋਰ ਅਨਮਿਊਟ ਹੈ ਜੀ, ਤੇ ਪਹਿਲਾਂ ਨੀਨਾ ਜੀ ਹੈ ਤੇ ਉਹਦੇ ਬਾਅਦ ਗਗਨਦੀਪ ਸਿੰਘ ਜੀ। ਨੀਨਾ ਜੀ, ਤੁਸੀਂ ਆਪਣੀ ਗੱਲ ਕਰੋ। ਹਾਂਜੀ ਭਾਈ ਸਾਹਿਬ ਜੀ, ਵੱਡਾ ਬੇਪਰਵਾਹ, ਵੱਡਾ ਦਾ ਮਤਲਬ ਵੱਡਾ ਤੇ ਬੇਪਰਵਾਹ ਦਾ ਮਤਲਬ ਬੇਮੁਤਾਜ, ਵੀ ਉਹ ਕਿਸੇ ਦਾ ਮੁਤਾਜ ਨਹੀਂ ਹੈ। ਬੇਮੁਤਾਜ, ਮੁਤਾਜ ਦਾ ਮਤਲਬ ਹੁੰਦਾ ਵੀ ਕਿਸੇ ਦੇ ਅੰਡਰ ਰਹਿਣਾ। ਅੱਛਾ ਜੀ, ਉਹ ਕਿਸ ਦੇ ਅੰਡਰ ਨਹੀਂ ਹੈ, ਜਿਹੜਾ ਵੀ ਮਤਲਬ ਰੱਬ ਜਿਹਨੂੰ ਅਸੀਂ ਕਹਿ ਰਹੇ ਹਾਂ ਇੰਡੀਪੈਂਡੈਂਟ, ਜਾਂ ਕਾਇਨਾਤ ਸਮੁੱਚਤਾ ਜਿਹੜੀ ਹੈ ਉਹ ਕਿਸੇ ਦੇ ਅੰਡਰ ਨਹੀਂ ਹੈ, ਬੇਪਰਵਾਹ ਹੈ। ਹੁਕਮ ਰਜ਼ਾ ਪਾਣਾ ਜਿਹੜਾ ਨਾ, ਉਹ ਕਿਸੇ ਦੇ ਅੰਡਰ ਨਹੀਂ, ਮੇਰੇ ਜਾਂ ਤੁਹਾਡੇ ਕਿਸੇ ਦੇ ਵੀ। ਹਾਂਜੀ, ਇੰਡੀਪੈਂਡੈਂਟ ਹੋ ਗਏ, ਇੰਡੀਪੈਂਡੈਂਟ। ਹਾਂਜੀ, ਤੇ ਦੂਸਰਾ ਹੈਗਾ ਚੇਤ ਗੋਬਿੰਦ ਅਰਾਧੀਏ ਹੋਵੇ ਅਨੰਦ ਖਣਾ। ਚੇਤ ਗੋਬਿੰਦ ਅਰਾਧੀਏ, ਚੇਤ ਮਹੀਨਾ ਹੈ ਤੇ ਮਹੀਨੇ ਚੇਤ ਦਾ ਨਾਮ ਲੈ ਕੇ ਤੇ ਸਾਨੂੰ ਕਹਿ ਰਹੇ ਨੇ ਵੀ ਜੇ ਗੋਬਿੰਦ ਅਰਾਧੀਏ ਦਾ ਮਤਲਬ ਰੱਬੀ ਗੁਣ ਗਾਏ ਜਾਣ
ਹਾਂਜੀ ਹੋਵੇ ਆਨੰਦ ਘਣਾ। ਘਣਾ ਦਾ ਮਤਲਬ ਬਹੁਤ ਜ਼ਿਆਦਾ, ਆਨੰਦ ਦਾ ਮਤਲਬ ਖੁਸ਼ੀ। ਤਾਂ ਬਹੁਤ ਜ਼ਿਆਦਾ ਖੁਸ਼ੀ ਤੁਹਾਨੂੰ ਮਿਲੇਗੀ ਜੇ ਗੋਬਿੰਦ ਦੇ ਗੁਣਾਂ ਨੂੰ ਯਾਦ ਰੱਖੋਗੇ। ਪਰ ਜੇ ਤੁਹਾਡੇ ਚੇਤ ਅੰਦਰ ਵਿੱਚ ਕਿਉਂ? ਪੋਜ਼ਿਟਿਵਿਟੀ ਹੋਏਗੀ, ਸ਼ੁਭ ਗੁਣ ਹੋਣਗੇ, ਤਾਂ ਤੁਹਾਡੀ ਜ਼ਿੰਦਗੀ ਵਿੱਚ ਮਨਾ ਮੂੰਹ ਖੁਸ਼ੀ ਹੋਏਗੀ। ਹਾਂਜੀ ਭਾਈ ਸਾਹਿਬ, ਚੇਤ ਵਿੱਚ ਕਿਉਂ? ਚੇਤ ਦਾ ਮਹੀਨਾ ਕੋਈ ਖਾਸ ਹੈਗਾ? ਖਾਸ ਨਹੀਂ ਜੀ, ਇਹ ਤਾਂ 12 ਮਾਹ ਦੀ ਬਾਣੀ ਹੈ ਨਾ, ਤਾਂ ਉਹਦੇ ਵਿੱਚ ਮਹੀਨਿਆਂ ਦਾ ਨਾਮ ਲਿਆ ਹੈ। ਅਸਲ ਦੇ ਵਿੱਚ ਕਈ ਲੋਕ ਮੰਨਦੇ ਨੇ ਵੀ ਇਹ ਮਹੀਨਾ ਚੰਗਾ ਹੈ, ਇਹ ਮਹੀਨਾ ਮਾੜਾ ਹੈ। ਤਾਂ ਅੱਛਾ ਗੁਰੂ ਜੀ। ਜੀ ਨੇ ਸਾਡੇ ਉਹ ਵਹਿਮ ਦੂਰ ਕੀਤੇ ਨੇ। ਉਹ ਕਹਿੰਦੇ ਨੇ ਚੇਤ ਗੋਬਿੰਦ ਅਰਾਧੀਏ ਹੋਵੇ ਆਨੰਦ ਕਣਾ। ਵੀ ਚੇਤ ਦੇ ਮਹੀਨੇ ਵਿੱਚ ਬੇਸ਼ੱਕ ਹੋਲੀਆਂ ਹੁੰਦੀਆਂ ਨੇ, ਬਸੰਤ ਬਹਾਰ ਹੁੰਦੀ ਹੈ, ਪਰ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀ ਤਾਂ ਹੋਏਗੀ ਜੇ ਗੋਬਿੰਦ ਦੇ ਗੁਣ ਗਾਓਗੇ। ਅੱਛਾ ਜੀ। ਵੈਸਾਖ ਸੁਹਾਵਾ ਤਾਂ ਲੱਗੇ ਤਾਂ ਸੰਤ ਭੇਟੇ ਹਰ ਸੋਏ। ਵੀ ਵੈਸਾਖ ਦਾ ਮਹੀਨਾ ਬੇਸ਼ੱਕ ਵਾਢੀਆਂ ਦਾ ਮਹੀਨਾ ਹੈ, ਪਰ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀ ਤਾਂ ਹੋ ਸਕਦੀ ਹੈ ਜੇਕਰ ਤੁਸੀਂ ਗੁਰੂ ਦੇ ਨਾਲ ਮਿਲੋਗੇ। ਹਰ ਜੇਠ ਜੁੜਨ ਦਾ ਲੋੜੀਏ ਜਿਸ ਅੱਗੇ ਸਭ ਨਿਵੰਨ। ਜੇਠ ਦਾ ਮਹੀਨਾ ਤਾਂ ਸਫਲ ਹੈ ਜੇ ਰੱਬ ਦੇ ਨਾਲ ਜੁੜੇ ਰਹੋਗੇ, ਗੁਣਾਂ ਦੇ ਨਾਲ। ਆਸਾੜ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹ। ਹਾੜ ਦਾ ਮਹੀਨਾ ਉਹਦੇ ਵਾਸਤੇ ਹੀ ਸੁਖ ਔਰ ਸ਼ਾਂਤੀ ਵਾਲਾ ਜਿਹੜਾ ਪ੍ਰਭੂ ਦੀ ਬਖਸ਼ਿਸ਼ ਦਾ ਪਾਤਰ ਹੈ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ। ਵੀ ਸਾਵਣ ਦੇ ਮਹੀਨੇ ਵਿੱਚ ਬੇਸ਼ੱਕ ਕੁੜੀਆਂ ਪੀਂਘਾਂ ਪਾਉਂਦੀਆਂ ਨੇ, ਪੇਕਿਆਂ ਵਿੱਚ ਘਰਾਂ ਵਿੱਚ ਜਾਂਦੀਆਂ ਨੇ, ਲੇਕਿਨ ਸਾਰੀਆਂ ਨੂੰ ਉਹ ਖੁਸ਼ੀਆਂ ਨਹੀਂ ਹੁੰਦੀਆਂ। ਉਹ ਜੀਵ ਇਸਤਰੀ ਹੀ ਖੁਸ਼ ਰਹਿ ਸਕਦੀ ਜਿਹਦਾ ਰੱਬੀ ਗੁਣਾਂ ਦੇ ਨਾਲ ਪਿਆਰ ਹੈ। ਭਾਦੋਂ ਹੀ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ। ਜਾਂ ਸੇ ਭਾਦੋਂ ਹੀ ਨਰਕ ਨਾ ਪਾਈਏ ਗੁਰ ਰੱਖਣ ਵਾਲਾ ਹੇਤ। ਭਾਦੋਂ ਦੇ ਮਹੀਨੇ ਵਿੱਚ ਵੀ ਉਹ ਸੁਖੀ ਔਰ ਸ਼ਾਂਤ ਹੈ ਜੋ ਗੁਰੂ ਦੇ ਨਾਲ ਪਿਆਰ ਪਾਉਂਦਾ ਹੈ। ਅਸੂਨ ਪ੍ਰੇਮ ਮਾਹੜਾ ਕਿਉਂ ਮਿਲੀਏ ਹਰਜਾਏ। ਅਸੂ ਦਾ ਮਹੀਨਾ ਤਾਂ ਸਫਲ ਹੈ ਜੇ ਰੱਬੀ ਗੁਣਾਂ ਦੇ ਨਾਲ ਜੁੜੋਗੇ। ਤੇ ਇਸੇ ਤਰ੍ਹਾਂ ਮੰਗਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ। ਮਗਰ ਦਾ ਮਹੀਨਾ ਤੁਹਾਡਾ ਤਾਂ ਸਫਲ ਹੈ ਜੇ ਤੁਸੀਂ ਰੱਬੀ ਗੁਣਾਂ ਦੇ ਨਾਲ ਸੰਗਤ ਦੇ ਵਿੱਚ ਮਿਲ ਬੈਠੋਗੇ। ਤੇ ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਮਾਘ ਦਾ ਮਹੀਨਾ ਤੁਹਾਡਾ ਤੀਰਥਾਂ ਤੇ ਨਹਾਉਣ ਨਾਲ ਕੁਛ ਨਹੀਂ ਹੋਣਾ। ਗੁਰਮੁਖਾਂ ਦੇ ਦੱਸੇ ਰਾਹ ਦੇ ਉੱਤੇ ਤੁਰਿਆ ਤੇ ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ। ਫੱਗਣ ਦਾ ਮਹੀਨਾ ਬੇਸ਼ੱਕ ਬਸੰਤ ਦਾ ਮਹੀਨਾ ਹੈ, ਪਰ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀ ਤਾਂ ਹੀ ਆ ਸਕਦੀ ਹੈ ਜੇ ਤੁਹਾਡੇ ਅੰਦਰ ਰੱਬੀ ਗੁਣ ਪੈਦਾ ਹੋਣ। ਤਾਂ ਕੋਈ ਦਿਨ, ਕੋਈ ਮਹੀਨਾ, ਕੋਈ ਵਾਰ ਆਪਣੇ ਆਪ ਦੇ ਵਿੱਚ ਨਾ ਚੰਗਾ ਹੈ ਨਾ ਮਾੜਾ ਹੈ। ਉਹਨੂੰ ਤੁਸੀਂ ਯੂਜ਼ ਕਿਵੇਂ ਕਰੋਗੇ ਉਹਦੇ ਤੇ ਡਿਪੈਂਡ ਕਰੇਗਾ। ਇਸ ਤਰ੍ਹਾਂ ਗੁਰੂ ਜੀ ਨੇ ਸਾਨੂੰ ਇਹ ਦਿਨ, ਵਾਰ ਔਰ ਮਹੀਨੇ ਯੂਜ਼ ਕਰਨੇ ਸਿਖਾਏ ਨੇ ਕਿ ਤੁਸੀਂ ਇਸ ਤਰ੍ਹਾਂ ਦੀ ਜ਼ਿੰਦਗੀ ਜੀ। ਅੱਛਾ ਜੀ, ਮਿਹਰਬਾਨੀ। ਠੀਕ ਹੈ ਜੀ, ਧੰਨਵਾਦ ਜੀ। ਤੇ ਗਗਨਦੀਪ ਸਿੰਘ ਜੀ, ਤੁਸੀਂ ਅਨਮਿਊਟ ਹੋ ਜਾਓ ਤੇ ਉਹਦੇ ਬਾਅਦ ਸਤਨਾਮ ਕੌਰ। ਹਾਂਜੀ, ਜੋ ਸ਼ਬਦ ਸੀ ਹੈ ਨਾ ਅੰਤਕਾਲ, ਉਹਦੇ ਪਲੀਜ਼ ਅਰਥ ਪਾ ਦਿਓ ਮਹਾਨ ਕੋਸ਼ ਤੇ ਕੀ ਕੀ ਅਰਥ ਕੀਤੇ ਗਏ ਇਹਦੇ, ਕਿੰਨੇ ਮੀਨਿੰਗ ਬਣਦੇ ਜਿਵੇਂ ਉਹ ਗਰੁੱਪ ਚ ਪਾ ਦਿਓ। ਜਿਹੜੇ ਅੰਤਕਾਲ ਜਿਹੜਾ ਸ਼ਬਦ ਆ ਨਾ ਉਹਦੇ ਮਹਾਨ ਕੋਸ਼ ਵਿੱਚ ਤੁਸੀਂ ਜਿਹੜੇ ਜਿਵੇਂ ਅਰਥ ਕਰਦੇ ਹੁੰਦੇ ਆ ਉਹਦੇ ਵਿੱਚ ਅੰਤਕਾਲ। ਭਾਈ ਸਾਹਿਬ ਤੁਹਾਡੇ ਕੋਲ ਡਾਊਨਲੋਡ ਕੀਤਾ ਹੈ ਉਹ ਜਿਹੜਾ ਮਹਾਨ ਕੋਸ਼ ਦਾ ਐਪ ਜਿਹੜਾ ਹੈਗਾ ਆਪਣੇ ਗਗਨਦੀਪ ਸਿੰਘ ਜੀ? ਨਹੀਂ, ਮੇਰੇ ਕੋਲ ਹੈ ਨਹੀਂ। ਅੱਛਾ, ਮੈਂ ਗਿਆਨੀ ਜੀ ਇਹਨਾਂ ਨੂੰ ਦੱਸ ਦਿਓ ਜੇ ਮਤਲਬ ਉਹ ਜਿਹੜਾ ਮੈਂ ਦੀ ਸ਼ਬਦ ਦੀ ਦੁਬਾਰਾ ਵਿਆਖਿਆ ਕਰਕੇ ਤੇ ਮੈਂ ਉਹਦੇ ਵਿੱਚ ਗਰੁੱਪ ਦੇ ਵਿੱਚ ਸ਼ਬਦ ਦੀ ਵਿਆਖਿਆ ਦੁਬਾਰਾ 1-2 ਦਿਨ ਦੇ ਵਿੱਚ ਪਾ ਦਾਂਗਾ। ਮੇਰੀ ਸਿਹਤ ਠੀਕ ਹੁੰਦੀ ਹੈ ਨਾ, ਮੈਂ ਪਾ ਦਾਂਗਾ। ਠੀਕ ਹੈ ਜੀ, ਧੰਨਵਾਦ। ਸਤਨਾਮ ਕੌਰ ਜੀ। ਜੀ ਬਸ ਮੈਨੂੰ ਪ੍ਰੇਤ ਦੀ ਥੋੜੀ ਵਿਆਖਿਆ ਚਾਹੀਦੀ ਸੀ। ਪ੍ਰੇਤ ਜਾਂ ਪ੍ਰੇਤ ਵਰਡ ਆਇਆ ਨਾ, ਥੋੜੀ ਉਹਦੀ ਵਿਆਖਿਆ ਕਰੋ ਜੀ। ਹਾਂਜੀ, ਪ੍ਰੇਤ ਭੈਣ 2-3 ਚੀਜ਼ਾਂ ਨੇ। ਇੱਕ ਨਾ ਤੁਸੀਂ ਮਸਕੀਨ ਜੀ ਦੀ ਵੀ ਗੱਲ ਸੁਣੀ ਹੋਣੀ ਹੈ ਸਾਰੇ ਵੀਰਾਂ ਨੇ, ਔਰ ਹੋਰ ਵੀ ਬਹੁਤ ਸਾਰੇ ਵਿਦਵਾਨ ਜਿਹੜੇ ਨੇ ਇਹ ਵਿਚਾਰ ਰੱਖਦੇ ਨੇ ਕਿ ਜਿਹੜੀ ਸਾਡੀ ਆਤਮਾ ਹੈ, ਇਹ ਉਹਨਾਂ ਦੀ ਵਿਚਾਰ ਮੈਂ ਦੱਸ ਰਿਹਾ ਵਾਂ ਕਿ ਜਿਹੜੀ ਮਾੜੀ ਆਤਮਾ ਹੈ, ਜਦੋਂ ਬੰਦਾ ਮਰਦਾ ਹੈ ਤਾਂ ਉਸ ਮਾੜੀ ਆਤਮਾ ਨੂੰ ਜਨਮ ਲੈਣ ਵਾਸਤੇ ਕੋਈ ਬਹੁਤ ਮਾੜੀ ਮਾਂ ਚਾਹੀਦੀ ਹੈ, ਕੁੱਖ ਚਾਹੀਦੀ ਹੈ, ਬੜੀ ਕਠੋਰ। ਤੇ ਜਦੋਂ ਤੱਕ ਉਸ ਨੂੰ ਉਹੋ ਜਿਹੀ ਕੁੱਖ ਨਹੀਂ ਮਿਲਦੀ, ਉਦੋਂ ਤੱਕ ਉਹ ਆਤਮਾ ਭਟਕਦੀ ਰਹਿੰਦੀ ਹੈ। ਉਹਨੂੰ ਭੂਤ ਪ੍ਰੇਤ ਜਾਂ ਜਿੰਨ ਵਗੈਰਾ ਕਹਿ ਦਿੰਦੇ ਨੇ। ਤੇ ਕਈ ਲੋਕ ਐਸੇ ਹੁੰਦੇ ਨੇ ਜਿਨ੍ਹਾਂ ਨੇ ਬੜੀ ਭਗਤੀ ਬੰਦਗੀ ਕੀਤੀ ਹੁੰਦੀ ਹੈ, ਪਰ ਕਿਸੇ ਕਾਰਨ ਕਰਕੇ ਰੱਬ ਨਾਲ ਉਹਨਾਂ ਦਾ ਮਿਲਾਪ ਨਹੀਂ ਹੋਇਆ, ਉਹਨਾਂ ਨੂੰ ਦੁਬਾਰਾ ਜਨਮ ਮਿਲਣਾ ਹੁੰਦਾ ਹੈ। ਤੇ ਉਹਨਾਂ ਨੂੰ ਐਸੀ ਆਤਮਾ ਚਾਹੀਦੀ ਹੈ, ਮਾਂ ਦੀ ਕੁੱਖ ਜਿਹੜੀ ਬਹੁਤ ਚੰਗੀ ਹੋ। ਜਦ ਤੱਕ ਉਹਨਾਂ ਨੂੰ ਆਤਮਾ ਕੁੱਖ ਨਹੀਂ ਮਿਲਦੀ,
ਉਦੋਂ ਤੱਕ ਉਹ ਆਤਮਾ ਭਟਕਦੀ ਏ ਤੇ ਉਹਨੂੰ ਅਸੀਂ ਦੇਵਤਾ ਕਹਿ ਦਿੰਦੇ ਹਾਂ। ਇਹ ਵਿਚਾਰ ਲੋਕਾਂ ਨੇ ਪ੍ਰਚਲਿਤ ਕੀਤੀ ਹੈ। ਇਹ ਗੁਰਬਾਣੀ ਦੀ ਵਿਚਾਰ ਨਹੀਂ ਹੈ, ਯਾਦ ਰੱਖਣਾ। ਇਹ ਗੁਰਬਾਣੀ ਦੀ ਵਿਚਾਰ ਨਹੀਂ, ਇਹ ਲੋਕਾਂ ਦੀ ਵਿਚਾਰ ਹੈ। ਹੁਣ ਜੇ ਇਸ ਚੀਜ਼ ਨੂੰ ਮੰਨੀਏ ਵੀ ਕਠੋਰ ਆਤਮਾ ਨੂੰ ਪੈਦਾ ਕਰਨ ਵਾਸਤੇ ਕਠੋਰ ਮਾਂ ਚਾਹੀਦੀ ਹੈ ਤੇ ਨਰਮ ਦਿਲ ਨੂੰ ਪੈਦਾ ਕਰਨ ਲਈ ਨਰਮ ਦਿਲ ਮਾਂ ਚਾਹੀਦੀ ਹੈ, ਤਾਂ ਦੇਖੋ ਗੁਰੂ ਅਰਜਨ ਦੇਵ ਜੀ ਕਿੰਨੇ ਨਰਮ ਦਿਲ ਨੇ ਔਰ ਬਾਬਾ ਪ੍ਰਿਥੀਆ ਜੀ ਕਿੰਨੇ ਕਠੋਰ ਚਿੱਤ ਨੇ। ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾਉਣ ਤੱਕ ਉਹਨਾਂ ਨੇ ਯਤਨ ਕੀਤਾ ਹੈ। 6ਵੇਂ ਪਾਤਸ਼ਾਹ ਨੂੰ ਜ਼ਹਿਰ ਵਗੈਰਾ ਤੱਕ ਵੀ ਦਿੱਤਾ ਹੈ, ਤੁਹਾਨੂੰ ਪਤਾ ਹੀ ਹੈ। ਤੇ ਮਾਂ ਦੋਵਾਂ ਦੀ ਇੱਕੋ ਹੀ ਹੈ। ਫਿਰ ਇੱਥੇ ਫਿਲਾਸਫੀ ਖਤਮ ਹੋ ਗਈ ਨਾ। ਇਸ ਲਈ ਇਹ ਚੀਜ਼ ਨਹੀਂ ਹੈ। ਹੁਣ ਜਿਹੜੇ ਲੋਕ ਮੰਨਦੇ ਨੇ ਉਹਨਾਂ ਦੇ ਮੁਤਾਬਕ ਭੂਤ ਲੋਕਾਂ ਨੂੰ ਚਿੰਬੜਦੇ ਨੇ। ਭੂਤ ਤੋਂ ਬਾਅਦ ਜਿਹੜੀ ਜ਼ਿਆਦਾ ਖਤਰਨਾਕ, ਥੋੜਾ ਜਿਹਾ ਹੋਰ ਤਾਕਤਵਰ, ਉਹ ਪ੍ਰੇਤ ਹੈਗਾ ਹੈ। ਤੇ ਪ੍ਰੇਤ ਤੋਂ ਇੱਕ ਹੋਰ ਖਤਰਨਾਕ ਜਿਹੜਾ ਹੈ ਉਹ ਜਿੰਨ ਹੈਗਾ ਹੈ। ਤੇ ਜਿੰਨ ਤੋਂ ਹੀ ਹੋਰ ਖਤਰਨਾਕ ਇੱਕ ਸ਼ਲੇਡਾ ਹੈਗਾ ਹੈ, ਇੱਕ ਮਤਲਬ ਬਲਾਂ ਹੈਗੀ ਹੈ, ਆਫਤ ਹੈਗੀ, ਕਈ ਕੁਛ ਲੋਕਾਂ ਨੇ ਮਤਲਬ ਬਣਾਇਆ ਹੈ। ਹੁਣ ਗੁਰਬਾਣੀ ਨੇ ਸਾਨੂੰ ਸਮਝਾਇਆ ਵੀ ਇਹ ਚੀਜ਼ਾਂ ਨਹੀਂ ਹੈਗੀਆਂ। ਕਬੀਰ ਜੀ ਕਹਿੰਦੇ ਨੇ, ਕਬੀਰ ਜਾ ਕਰ ਸਾਧ ਨਾ ਸੇਵੀਐ, ਹਰ ਕੀ ਸੇਵਾ ਨਾਹੇ, ਤੇ ਕਰ ਮਰਹਟ ਸਾਰਖੇ, ਭੂਤ ਬਸੇ ਤਿਨ ਮਾਹੇ। ਕਿ ਅਸਲੀ ਭੂਤ ਕੌਣ ਨੇ? ਜਿਨ੍ਹਾਂ ਨੂੰ ਗੁਰਬਾਣੀ ਮੰਨਦੀ ਹੈ ਕਿ ਜਿਸ ਘਰ ਦੇ ਅੰਦਰ, ਜਿਸ ਹਿਰਦੇ ਵਿੱਚ, ਸੋਚ ਅੰਦਰ ਗੁਰੂ ਦੇ ਦੱਸੇ ਰਾਹ ਅਨੁਸਾਰ ਜੋ ਜ਼ਿੰਦਗੀ ਨਹੀਂ ਜੀ ਰਿਹਾ ਔਰ ਜਿੱਥੇ ਰੱਬੀ ਗੁਣ ਨਹੀਂ, ਉਹ ਘਰ ਮੜੀਆਂ ਦੇ ਬਰਾਬਰ ਨੇ ਔਰ ਉਹਨਾਂ ਵਿੱਚ ਰਹਿਣ ਵਾਲੇ ਭੂਤ ਨੇ। ਦੇਖੋ ਬੜੀ ਪਿਆਰੀ ਗੱਲ ਹੈ। ਤੇ ਕਰ ਮਰਹਟ ਸਾਰਖੇ, ਸਾਰਖੇ ਦਾ ਮਤਲਬ ਵਰਗੇ, ਕਿ ਉਹ ਘਰ ਮੜੀਆਂ ਵਰਗੇ ਨੇ। ਮੜੀਆਂ ਨਹੀਂ ਹੈਗੀਆਂ, ਮੜੀਆਂ ਵਰਗੇ ਨੇ ਦਾ ਮਤਲਬ ਮੜੀਆਂ ਵੱਖਰੀਆਂ ਨੇ, ਵਰਗੇ ਵੱਖਰੇ ਨੇ। ਪਰ ਭੂਤ ਬਸੇ ਤਿੰਨ ਮਾਹੇ, ਉਥੇ ਭੂਤ ਨੇ, ਵਰਗੇ ਨਹੀਂ ਕਿਹਾ। ਭੂਤ ਸ਼ਬਦ ਕਿਹਾ ਹੈ ਡਾਇਰੈਕਟ, ਯਾਨੀ ਜੋ ਰੱਬ ਦੇ ਨਾਲੋਂ ਟੁੱਟਿਆ ਹੋਇਆ ਬੰਦਾ ਹੈ ਉਹ ਭੂਤ ਹੈ, ਹੋਰ ਚੰਬੜਨ ਵਾਲਾ ਭੂਤ ਕੋਈ ਨਹੀਂ। ਦੂਜਾ ਹੈਗਾ ਉਸ ਤੋਂ ਖਤਰਨਾਕ ਪ੍ਰੇਤ। ਗੁਰਬਾਣੀ ਪ੍ਰੇਤ ਕਿਹਨੂੰ ਕਹਿੰਦੀ ਹੈ? ਕਲਮਹਿ ਪ੍ਰੇਤ ਜਿਨੀ ਰਾਮ ਨਾ ਪਛਾਤਾ, ਕਿ ਜਿਨ੍ਹਾਂ ਨੇ ਸਾਰਿਆਂ ਦੇ ਅੰਦਰ ਰੱਬ ਨੂੰ ਨਹੀਂ ਪਛਾਣਿਆ, ਭਾਵ ਕਿ ਜੋ ਸਾਰਿਆਂ ਦੇ ਨਾਲ ਰੱਬ ਵਰਗਾ ਪਿਆਰ ਵਿਹਾਰ ਸਤਿਕਾਰ ਨਹੀਂ ਕਰਦੇ, ਉਹ ਪ੍ਰੇਤ ਨੇ। ਜਾਂ ਮਾਇਆ ਮੋਹ ਸਭ ਪ੍ਰੇਤ ਹੈ। ਮਾਇਆ ਤੁਹਾਨੂੰ ਪਤਾ ਹੀ ਹੈ, ਜਿਸ ਵੀ ਆਪਾਂ ਵਿਆਖਿਆ ਕਰਦੇ ਹਾਂ, ਮਾਇਆ ਦਾ ਜਿਹੜਾ ਮੋਹ ਦੇ ਵਿੱਚ ਫਸਿਆ ਉਹ ਪ੍ਰੇਤ ਹੀ ਹੈ। ਵੀਰਵਾਰ ਵੀਰ ਭਰਮ ਭੁਲਾਏ, ਪ੍ਰੇਤ ਭੂਤ ਸਭ ਦੂਜੇ ਲਾਏ। ਜੋ ਇੱਕ ਨੂੰ ਛੱਡ ਕੇ ਦ્વੈਤ ਦੇ ਨਾਲ ਲੱਗੇ ਨੇ ਉਹ ਸਾਰੇ ਪ੍ਰੇਤ ਨੇ। ਤੀਜਾ ਜਿੰਨ। ਜਿੰਨ ਕੌਣ ਹੈ? ਕਲੀ ਅੰਦਰ ਨਾਨਕਾ। ਕਲੀ ਦਾ ਮਤਲਬ ਕਲਯੁਗ। ਤੇ ਕਲਯੁਗ ਕੀ ਹੈ? ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੁੰਦਾ। ਜਦੋਂ ਅਸੀਂ ਸੱਚ ਨਾਲੋਂ ਟੁੱਟੇ ਹੁੰਦੇ ਆ ਨਾ, ਤੇ ਉਸ ਟਾਈਮ ਜੋ ਸਾਡੀ ਮੈਂਟੈਲਿਟੀ ਹੁੰਦੀ ਹੈ, ਸਾਡੀ ਹਾਲਾਤ ਹੁੰਦੀ ਹੈ ਸੋਚ ਦੀ, ਉਹ ਕਲਯੁਗ ਹੁੰਦੀ ਹੈ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੁੰਦਾ। ਜਦੋਂ ਸੱਚ ਦੇ ਨਾਲੋਂ ਬੰਦਾ ਟੁੱਟਦਾ, ਜਿਹੜੀ ਉਦੋਂ ਹਾਲਾਤ ਤੇ ਉਹਨੂੰ ਕਲਯੁਗ ਕਹਿ ਰਹੇ ਨੇ। ਤਾਂ ਗੁਰੂ ਜੀ ਕਹਿ ਰਹੇ ਨੇ ਕਲ ਮਹਿ ਪ੍ਰੇਤ, ਕਿ ਐਸੀ ਹਾਲਾਤ ਦੇ ਅੰਦਰ ਜਿਹੜੇ ਲੋਕ ਨੇ ਉਹ ਪ੍ਰੇਤ ਨੇ, ਜਿਨ੍ਹਾਂ ਨੇ ਇੱਕ ਦੂਜੇ ਦੇ ਅੰਦਰ ਰੱਬ ਨੂੰ ਨਹੀਂ ਪਛਾਣਿਆ। ਤੀਜਾ ਹੈਗਾ ਜਿੰਨ। ਕਲੀ ਅੰਦਰ ਨਾਨਕਾ, ਜਿਨ੍ਹਾਂ ਦਾ ਅਵਤਾਰ। ਅਵਤਾਰ ਦਾ ਮਤਲਬ ਜਨਮ। ਮੰਨ ਲਓ ਮੈਂ ਸੱਚ ਦੇ ਨਾਲੋਂ ਟੁੱਟਿਆ ਹੋਇਆ ਹਾਂ, ਤਾਂ ਮੈਂ ਹੋ ਗਿਆ ਜਿੰਨ। ਸੱਚ ਨਾਲੋਂ ਟੁੱਟਿਆ ਬੰਦਾ ਜਿੰਨ ਹੋ ਗਿਆ। ਪੁੱਤ ਜਨੂਰਾ, ਮੇਰਾ ਬੇਟਾ ਜੇ ਸੱਚ ਨਾਲੋਂ ਟੁੱਟਿਆ ਤੇ ਉਹ ਜਨੂਰਾ ਹੋ ਗਿਆ। ਜਨੂਰੇ ਦਾ ਮਤਲਬ ਜਿੰਨ ਦਾ ਪੁੱਤਰ। ਧੀ ਜਨੂਰੀ, ਜੇ ਮੇਰੀ ਬੇਟੀ ਸੱਚ ਨਾਲੋਂ ਟੁੱਟੀ ਹੈ ਤਾਂ ਜਨੂਰੀ ਹੋ ਗਈ, ਛੋਟੀ ਜਿੰਨਣੀ। ਜੋਰੂ ਜਿੰਨਾਂ ਦਾ ਸਿਕਦਾਰ, ਤੇ ਜੇ ਮੇਰੀ ਘਰ ਵਾਲੀ ਸੱਚ ਨਾਲੋਂ ਟੁੱਟੀ, ਉਹ ਸਾਡੀ ਸਾਰਿਆਂ ਦੀ ਜਥੇਦਾਰਨੀ ਹੋ ਗਈ। ਸਿਕਦਾਰ ਜਥੇਦਾਰਨੀ। ਕਲੀ ਅੰਦਰ ਨਾਨਕਾ, ਜਿਨ੍ਹਾਂ ਦਾ ਅਵਤਾਰ। ਪੁੱਤ ਜਨੂਰਾ, ਧੀ ਜਨੂਰੀ, ਜੋਰੂ ਜਿਨ੍ਹਾਂ ਦਾ ਸਿਕਦਾਰ। ਤਾਂ ਇਹਨਾਂ ਸੱਚ ਦੇ ਨਾਲੋਂ ਟੁੱਟੇ ਹੋਏ ਲੋਕਾਂ ਨੂੰ ਹੀ ਗੁਰਬਾਣੀ ਭੂਤ, ਪ੍ਰੇਤ ਔਰ ਜਿੰਨ ਕਹਿੰਦੀ ਹੈ। ਤੇ ਇਹੋ ਜਿਹੇ ਜਿਹੜੇ ਟੁੱਟੇ ਹੋਏ ਲੋਕ ਨੇ ਕਈ ਕਰੋੜਾਂ ਹੀ ਨੇ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਜ, ਕਰੋੜਾਂ ਨੇ। थैंक यू ज्ञानी जी, बहुत अच्छा समझाया, थैंक यू। ਠੀਕ ਹੈ ਜੀ, ਧੰਨਵਾਦ ਜੀ, ਧੰਨਵਾਦ ਜੀ ਗਿਆਨੀ ਜੀ, ਤੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਅੱਜ ਦੀ ਕਥਾ ਦੇ ਵਿੱਚ ਸ਼ਮੂਲੀਅਤ ਕੀਤੀ ਹੈ, ਵਿਚਾਰ ਵੀ ਦਿੱਤੇ ਤੇ ਕੁਐਸਚਨ ਵੀ ਪੁੱਛੇ ਆ।
ਮੇਰਾ ਇਦਾਂ ਵਿਚਾਰ ਹੈ ਗਿਆਨੀ ਜੀ, ਆਪਾਂ ਇੱਥੇ ਸਮਾਪਤੀ ਕਰ ਦਿੰਦੇ ਆ। ਆਪਣੇ ਇੱਕ ਸ਼ਬਦ ਹੈਗਾ, ਆਪਾਂ ਕੱਲ ਨੂੰ ਕਲਾਸ ਦੇ ਵਿੱਚ ਉਹ ਕਰ ਲਵਾਂਗੇ, ਸ਼ੁਰੂ ਦੇ ਵਿੱਚ ਜਾਂ ਅਖੀਰ ਦੇ ਵਿੱਚ, ਇਸੇ ਸੰਬੰਧ ਦੇ ਵਿੱਚ। ਤੇ ਅੱਜ ਬਹੁਤ ਵਧੀਆ ਤਰੀਕੇ ਦੇ ਨਾਲ ਵਿਆਖਿਆ ਹੋਈ ਆ। ਉਮੀਦ ਹੈ ਕਿ ਸਾਡੇ ਜਿਹੜੇ ਸ਼ੰਕੇ ਜਾਂ ਵਿਚਾਰ ਜਿਹੜੇ ਮਤਲਬ ਉਲਟ ਜਾਂਦੇ ਸੀਗੇ ਜਾਂ ਜਾ ਰਹੇ ਸੀਗੇ, ਉਹ ਕਲੀਅਰ ਹੋ ਗਏ ਹੋਣਗੇ। ਘੜੀ ਸਾਨੂੰ ਇਹ ਤਾਂ ਵੈਸੇ ਜਿਹੜੀ ਹਰੀ ਬਾਈ ਵਾਲਾ ਜਿਹੜਾ ਸ਼ਬਦ ਆ, ਉਹ ਪਹਿਲਾਂ ਵੀ ਐਕਸਪਲੇਨ ਕਰ ਚੁੱਕੇ ਗਿਆਨੀ ਜੀ, ਪਰ ਕਿਉਂਕਿ ਸਾਡੀ ਬੁੱਧੀ ਉੱਦਾਂ ਕਦੀ ਆ, ਮੁੜ ਕੇ ਫੇਰ ਆਪਾਂ ਬੈਕ ਟੂ ਨਾਰਮਲ ਜਿਹਾ ਹੋ ਜਾਈਦਾ। ਤੇ ਇਹ ਐਵਰੀ ਨਾਓ ਐਂਡ ਦੈਨ ਇਹ ਚੀਜ਼ਾਂ ਸਾਡੇ ਦਿਮਾਗ ਦੇ ਵਿੱਚ ਬਹੁਤ ਅਸਰ ਕਰਦੀਆਂ। ਸੋ ਐਵਰੀ ਨਾਓ ਐਂਡ ਦੈਨ ਸਾਨੂੰ ਇਹਨਾਂ ਦੀ ਐਕਸਪਲੇਨੇਸ਼ਨ ਚਾਹੀਦੀ ਹੈ, ਰਿਪੀਟਡ ਚਾਹੀਦੀ ਹੈ, ਤਾਂ ਕਿ ਸਾਡੇ ਮੁੜ ਕੇ ਰੀਸੈਟ ਹੋ ਜਾਵੇ। ਜਿੱਧਰ ਗਿਆਨੀ ਜੀ ਲਿਜਾਣਾ ਚਾਹੁੰਦੇ ਆ ਨਾ, ਉਧਰ ਨੂੰ ਆਪਾਂ ਤੁਰ ਪਈਏ। ਸੋ ਅੱਜ ਦੀ ਕਥਾ ਬਹੁਤ ਵਧੀਆ ਤਰੀਕੇ ਨਾਲ ਹਮੇਸ਼ਾ ਦੀ ਤਰ੍ਹਾਂ ਇਹਨਾਂ ਨੇ ਕੀਤੀ ਹੈ, ਤੇ ਸਾਨੂੰ ਵੀ ਥੋੜਾ ਜਿਹਾ ਸਮਝਣ ਦੀ ਲੋੜ ਆ। ਤੇ ਉਮੀਦ ਹੈ ਕਿ ਅੱਜ ਘੱਟੋ ਘੱਟ ਸਾਡਾ ਸ਼ੰਕਾ ਜਿਹੜਾ ਉਹ ਕਲੀਅਰ ਹੋ ਗਿਆ ਹੋਊਗਾ। ਤੇ ਆਪਾਂ ਕੱਲ ਨੂੰ ਫੇਰ ਮੁੜ ਕੇ ਆਵਾਂਗੇ ਜੀ ਇਸੇ ਪਲੇਟਫਾਰਮ ਤੇ। ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਥੋੜੀ ਪ੍ਰੋਬਲਮ ਹੋਣ ਦੇ ਬਾਵਜੂਦ ਵੀ ਇੰਨਾ ਟਾਈਮ ਲਾਤਾ, ਮੈਂ ਐਕਸਪੈਕਟ ਨਹੀਂ ਸੀ ਕੀਤਾ। ਤੇ ਉਹਨਾਂ ਦਾ ਧੰਨਵਾਦ ਜੀ, ਤੇ ਸਾਰੀਆਂ ਸੰਗਤਾਂ ਦਾ ਵੀ ਬਹੁਤ ਧੰਨਵਾਦ। ਤੇ ਆਪਾਂ ਕੱਲ ਨੂੰ ਮਿਲਦੇ ਹਾਂ ਜੀ ਇਸੇ ਟਾਈਮ ਤੇ, ਕੱਲ ਨੂੰ 1 ਵਜੇ। ਉਸ ਟਾਈਮ ਤਾਈਂ ਛੁੱਟੀਆਂ ਲਈਏ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।